ਗਿਆਨੀ ਭਜਨ ਸਿੰਘ ਦਾ ਨਾਵਲ ਹੈ ਯਾਰੜੇ ਦਾ ਸੱਥਰ, ਅੰਗ 14। ਫਾਤਮਾ ਜਦ ਜੀਤੋ ਨੂੰ ਮਿਲ ਕੇ ਖੂਹ ਤੋਂ ਵਾਪਸ ਮੁੜੀ ਤਾਂ ਬੜੀ ਤੇਜ਼ੀ ਨਾਲ ਕਦਮ ਪੁੱਟਦੀ ਘਰ ਨੂੰ ਆ ਰਹੀ ਸੀ। ਇੱਕ ਤਾਂ ਉਹਦੇ ਮਨ 'ਚ ਇਹ ਤੌਖਲਾ ਸੀ ਕਿ ਕਿਧਰੇ ਕੋਈ ਮੇਰੇ ਕਮਰੇ ਵੱਲ ਆਇਆ ਨਾ ਹੋਵੇ। ਉਹ ਬਾਹਰੋਂ ਕੁੰਡਾ ਵੱਜਾ ਦੇਖ ਕੇ ਰੌਲਾ ਪਾ ਦੇਗਾ। ਰਾਤ ਨੂੰ 10 ਵਜੇ ਪਿੱਛੋਂ ਮੈਂ ਕਿੱਧਰ ਜਾ ਸਕਦੀ ਹਾਂ? ਇਹ ਸਾਰਿਆਂ ਲਈ ਪਰੇਸ਼ਾਨੀ ਦਾ ਕਾਰਨ ਹੋਏਗਾ। ਤੇ ਦੂਜਾ ਉਹਨੂੰ ਖਿਆਲ ਸੀ ਕਿ ਰਹੀਮ ਖਾਨ ਬੜੀਆਂ ਆਸਾਂ ਨਾਲ ਮੈਨੂੰ ਉਡੀਕਦਾ ਰਿਹਾ ਹੈ। ਉਹ ਜਜ਼ਬੇ ਦੇ ਵਹਿਣ 'ਚ ਵਿਆਕੁਲ ਜ਼ਰੂਰ ਮੇਰੇ ਪਿੱਛੇ ਆਉਂਦਾ ਹੋਏਗਾ। ਇਹਨਾਂ ਦੇ ਖੂਹ ਤੇ ਪੱਟੀ ਸ਼ਹਿਰ ਵਿਚਕਾਰ ਇੱਕ ਵੱਡੀ ਸੜਕ ਲੰਘਦੀ ਸੀ। ਭਾਵੇਂ ਰਾਹ ਕੱਚਾ ਤੇ ਬਹੁਤਾ ਚੰਗਾ ਨਹੀਂ ਸੀ, ਪਰ ਫਿਰ ਵੀ ਆਵਾਜਾਈ ਬਹੁਤ ਰਹਿੰਦੀ ਸੀ। ਖਾਸ ਕਰਕੇ ਫੌਜਾਂ ਦੇ ਲੰਘਣ ਦਾ ਰਾਹ ਇਹੋ ਹੀ ਸੀ। ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਨੇ ਦਿੱਲੀ ਇਤਲਾਹ ਭੇਜੀ ਕਿ ਪੰਜਾਬ ਵਿੱਚ ਸਿੱਖਾਂ ਖਰੂਦ ਮਚਾ ਦਿੱਤਾ ਹੈ, ਲੁਟੇਰੇ ਟੋਲੇ ਬਣ ਗਏ ਹੈ ਤੇ ਉਹਨਾਂ ਸਰਕਾਰੀ ਮਾਲ ਲੁੱਟਣਾ ਸ਼ੁਰੂ ਕਰ ਦਿੱਤਾ ਹੈ। ਮੁਲਤਾਨ ਤੋਂ ਆ ਰਹੀ ਰਕਮ ਉਹ ਲੁੱਟ ਕੇ ਲੈ ਗਏ ਨੇ। ਇਸ ਨਾਲ 200 ਸਿਪਾਹੀ ਵੀ ਸਨ, ਪਰ ਸਿੱਖ ਬਹੁਤ ਭਾਰੀ ਗਿਣਤੀ 'ਚ ਆ ਪਏ ਸਨ। ਇਸ ਤਰ੍ਹਾਂ ਕਸੂਰ ਤੋਂ ਵੀ ਸਰਕਾਰੀ ਖਜ਼ਾਨੇ 'ਚ ਆ ਰਹੀ ਰਕਮ ਲੁੱਟੀ ਗਈ ਹੈ। ਲਾਹੌਰ ਰਾਜ ਦਾ ਖਜ਼ਾਨਾ ਖਾਲੀ ਹੋ ਰਿਹਾ ਹੈ, ਇਸ ਲਈ ਦਿੱਲੀ ਵੱਲ ਰਕਮ ਛੇਤੀ ਨਹੀਂ ਭੇਜੀ ਜਾ ਸਕੇਗੀ। ਇਹਨਾਂ ਇਤਲਾਹਾਂ ਦੇ ਆਧਾਰ ਤੇ ਦਿੱਲੀ ਤੋਂ ਸ਼ਾਹੀ ਫੌਜਾਂ ਪੰਜਾਬ ਭੇਜੀਆਂ ਗਈਆਂ ਤਾਂ ਕਿ ਸਿੱਖਾਂ ਦੀ ਵੱਧ ਰਹੀ ਤਾਕਤ ਤੇ ਸਰਕਾਰ ਵਿਰੁੱਧ ਬਗਾਵਤ ਨੂੰ ਕੁਚਲਿਆ ਜਾ ਸਕੇ। ਦੂਜਾ, ਪੜਤਾਲ ਕੀਤੀ ਜਾਏ ਕਿ ਕੀ ਜ਼ਕਰੀਆ ਖਾਨ ਠੀਕ ਕਹਿ ਰਿਹਾ ਹੈ ਕਿ ਦਿੱਲੀ ਦਰਬਾਰ ਨੂੰ ਰਕਮਾਂ ਨਾ ਭੇਜਣ ਦੇ ਬਹਾਨੇ ਬਣਾ ਰਿਹਾ ਹੈ। ਇਹੀ ਸ਼ਾਹੀ ਫੌਜਾਂ ਪਹਿਲਾਂ ਲਾਹੌਰ ਪੁੱਜੀਆਂ, ਉੱਥੋਂ ਕਸੂਰ ਗਈਆਂ, ਸਾਰੀ ਹਾਲਤ ਦੇਖੀ ਤੇ ਸੁਣੀ, ਕਈ ਥਾਂ ਛਾਪੇ ਮਾਰੇ, ਸਿੱਖਾਂ ਦਾ ਪਿੱਛਾ ਕੀਤਾ, ਪਰ ਇਹਨਾਂ ਦੀ ਕੋਈ ਪੇਸ਼ ਨਾ ਗਈ। ਇਹਨਾਂ 1-2 ਜੰਗਲਾਂ ਨੂੰ ਵੀ ਘੇਰਿਆ, ਪਰ ਸਿੰਘਾਂ ਨੇ ਆਪਣੇ ਮੋਰਚਿਆਂ ਤੋਂ ਅਜਿਹਾ ਹਮਲਾ ਕੀਤਾ ਕਿ ਭਾਰੀ ਨੁਕਸਾਨ ਕਰਾ ਕੇ ਫੌਜਾਂ ਵਾਪਸ ਪਰਤ ਗਈਆਂ। ਪੱਟੀ ਦੇ ਨੇੜਿਓਂ ਫੌਜਾਂ ਲੰਘ ਰਹੀਆਂ ਸੀ ਕਿ ਰਾਤ ਪੈ ਗਈ ਤੇ ਇੱਕ ਖੁੱਲਾ ਮੈਦਾਨ ਵੇਖ ਕੇ ਉੱਥੇ ਡੇਰੇ ਲਾ ਲਏ। ਕਾਫੀ ਰਾਤ ਗਏ, ਰੋਟੀ ਖਾ ਕੇ ਫੌਜੀ ਵਿਹਲੇ ਹੋਏ। ਕੈਂਪ ਦੇ ਆਲੇ ਦੁਆਲੇ ਦੂਰ ਦੂਰ ਤੱਕ ਪਹਿਰਾ ਲਾ ਦਿੱਤਾ ਗਿਆ ਤਾਂ ਕਿ ਅਚਾਨਕ ਕੋਈ ਵਿਪਤਾ ਨਾ ਆਪੇ। ਜਦ ਫਾਤਮਾ ਸੜਕ ਤੇ ਪੁੱਜੀ ਤਾਂ ਇੱਕ ਸਿਪਾਹੀ ਨੇ ਆਵਾਜ਼ ਦਿੱਤੀ, ਕੌਣ ਏ? ਫਾਤਮਾ ਨੇ ਕਾਲਾ ਬੁਰਕਾ ਪਾਇਆ ਸੀ ਜੋ ਰਾਤ ਦੇ ਹਨੇਰੇ ਕਾਰਨ ਇਸ ਅੱਗੋਂ ਚੁੱਕਿਆ ਹੋਇਆ ਸੀ। ਇਹ ਆਵਾਜ਼ ਆਉਂਦਿਆਂ ਫਾਤਮਾ ਨੇ ਬੁਰਕਾ ਫੇਰ ਮੂੰਹ ਅੱਗੇ ਸੁੱਟ ਲਿਆ ਤੇ ਬਿਨਾਂ ਉੱਤਰ ਦਿੱਤੇ ਅੱਗੇ ਟੁਰਦੀ ਗਈ। ਉਹਨੂੰ ਨਹੀਂ ਸੀ ਪਤਾ ਕਿ ਦਿੱਲੀ ਦੀਆਂ ਫੌਜਾਂ ਇਸ ਇਲਾਕੇ 'ਚ ਫਿਰ ਰਹੀਆਂ ਨੇ। ਉਹ ਸਮਝਿਆ ਕਿ ਪੱਟੀ ਦਾ ਕੋਈ ਆਦਮੀ ਹੋਏਗਾ, ਇਸ ਲਈ ਉਹ ਟੁਰਦੀ ਗਈ ਤਾਂ ਕਿ ਪਤਾ ਨਾ ਲੱਗੇ ਕਿ ਮੈਂ ਰਾਤ ਨੂੰ ਕਿੱਧਰ ਗਈ ਸੀ। ਇਸ ਗੱਲੋਂ ਉਹਦੇ ਮਨ ਨੂੰ ਤਸੱਲੀ ਸੀ ਕਿ ਪੱਟੀ ਦੇ ਇਲਾਕੇ 'ਚ ਉਹਨੂੰ ਕੋਈ ਛੇੜ ਨਹੀਂ ਸਕਦਾ, ਕਿਉਂਕਿ ਉਹ ਜਾਫਰ ਬੇਗ ਦੀ ਭਤੀਜੀ ਹੈ। ਉਹ ਸੋਚਿਆ ਕਿ ਜੇ ਇਹ ਆਦਮੀ ਮੇਰੇ ਪਿੱਛੇ ਭੱਜਿਆ ਆਇਆ ਤਾਂ ਇਹਨੂੰ ਦੱਸ ਦਿਆਂਗੀ ਕਿ ਮੈਂ ਫਾਤਮਾ। ਆਖਰ ਪੱਟੀ ਦਾ ਕਿਹੜਾ ਆਦਮੀ ਮੈਨੂੰ ਨਹੀਂ ਜਾਣਦਾ? ਪੱਟੀ ਦੀਆਂ ਗਲੀਆਂ 'ਚ ਮੈਂ ਖੇਡ ਵੱਡੀ ਹੋਈ ਹਾਂ। ਕੌਣ ਏ? ਫੇਰ ਆਵਾਜ਼ ਆਈ। ਸਿਪਾਹੀ ਨੇ ਪਹਿਲਾਂ ਤਾਂ ਸਮਝਿਆ ਕਿ ਕਾਲਾ ਜਿਹਾ ਪਰਛਾਵੇਂ ਵਾਂਗ ਟੁਰਿਆ ਜਾਂਦਾ ਕੋਈ ਜਿੰਨ ਭੂਤ ਏ। ਇਸ ਇਲਾਕੇ 'ਚ ਸੁਣਿਆ ਚੁੜੇਲਾਂ ਬੜੀਆਂ ਹੁੰਦੀਆਂ ਨੇ, ਇਸ ਲਈ ਉਹਨੂੰ ਹੌਸਲਾ ਨਾ ਪਿਆ ਕਿ ਪਿੱਛੇ ਭੱਜਿਆ ਆਵੇ ਤੇ ਆ ਕੇ ਫੜ ਲਏ। ਉਸੇ ਇੱਕ ਹੋਰ ਆਦਮੀ ਨੂੰ ਆਵਾਜ਼ ਦਿੱਤੀ ਜੋ ਤੋਂ ਥੋੜੀ ਦੂਰ ਖੜਾ ਸੀ। ਦੋਵੇਂ ਰਲ ਕੇ ਫਾਤਮਾ ਦੇ ਪਿੱਛੇ ਤੇਜ਼ ਕਦਮ ਪੁੱਟਦੇ ਆ ਗਏ। ਬੰਦੂਕਾਂ ਹੱਥਾਂ 'ਚ ਫੜੀਆਂ ਤੇ ਬੰਦੂਕਾਂ ਤੇ ਘੋੜਿਆਂ ਦੇ ਹੱਥ ਰੱਖੇ ਸਨ ਤਾਂ ਕਿ ਜੇ ਬਲਾ ਅਚਨਚੇਤ ਹਮਲਾ ਕਰਦੇ ਤਾਂ ਜਵਾਬੀ ਕਾਰਵਾਈ ਕੀਤੀ ਜਾ ਸਕੇ। ਜਦ ਨੇੜੇ ਆ ਗਏ ਤਾਂ ਉਹਨਾਂ ਇੱਕ ਹੋਰ ਆਵਾਜ਼ ਮਾਰੀ। ਫਾਤਮਾ ਨੇ ਪਿੱਛੇ ਮੁੜ ਕੇ ਦੇਖਿਆ, ਘੁਸਮੁਸੇ 'ਚ ਉਹਨੂੰ 2 ਆਦਮੀ ਆਪਣੇ ਵੱਲ ਬੰਦੂਕਾਂ ਸਿੱਧੀਆਂ ਕੀਤੀ ਆ ਰਹੇ ਦਿਸੇ। ਫਾਤਮਾ ਨੇ ਮਹਿਸੂਸ ਕੀਤਾ ਕਿ ਜੇ ਹੁਣ ਵੀ ਨਾ ਬੋਲੀ ਤੇ ਚੁੱਪ ਕਰਕੇ ਅੱਗੇ ਵੱਧਦੀ ਗਈ ਤਾਂ ਇਹਨਾਂ ਗੋਲੀ ਮਾਰ ਦੇਣੀ। ਇਸ ਲਈ ਫਾਤਮਾ ਨੇ ਉੱਤਰ ਦਿੱਤਾ, ਮੈਂ ਕੌਣ? ਇੱਕ ਆਦਮੀ ਨੇ ਜ਼ਰਾ ਉੱਚੀ ਸਾਰੀ ਕਿਹਾ। ਤੁਸੀਂ ਕੌਣ ਹੋ? ਫਾਤਮਾ ਗਰਜ ਕੇ ਬੋਲੀ। ਤੁਹਾਡਾ ਕੀ ਮਤਲਬ ਹੈ ਮੈਨੂੰ ਬੁਲਾਉਣ ਦਾ? ਹੁਣ ਉਹਨਾਂ ਨੂੰ ਭਰੋਸਾ ਹੋ ਗਿਆ ਕਿ ਜਨਾਨੀ ਹੈ, ਖਤਰੇ ਵਾਲੀ ਕੋਈ ਗੱਲ ਨਹੀਂ। ਦੋਵੇਂ ਇੱਕਦਮ ਝਪਟੇ ਤੇ ਫਾਤਮਾ ਨੂੰ ਫੜ ਲਿਆ। ਫਾਤਮਾ ਦੀਆਂ ਚੀਕਾਂ ਨਿਕਲ ਗਈਆਂ, ਪਰ ਉਹਨਾਂ ਝਾਟੀ ਇਹਦੀ ਆਵਾਜ਼ ਬੰਦ ਕਰ ਦਿੱਤੀ। ਇੱਕ ਆਦਮੀ ਨੇ ਜ਼ੋਰ ਨਾਲ ਇਹਦਾ ਮੂੰਹ ਘੁੱਟ ਲਿਆ, ਦੂਜੇ ਨੇ ਬੰਦੂਕ ਉਹਦੇ ਸੀਨੇ ਤੇ ਰੱਖਤੀ। ਫਾਤਮਾ ਨੂੰ ਸੁਪਨੇ 'ਚ ਵੀ ਇਹ ਖਿਆਲ ਨਹੀਂ ਸੀ ਕਿ ਪੱਟੀ ਦੇ ਇਲਾਕੇ 'ਚ ਕੋਈ ਉਹਦੀ ਇੱਜ਼ਤ ਨੂੰ ਹੱਥ ਪਾ ਸਕਦਾ ਹੈ ਜਾਂ ਕੋਈ ਉਹਨੂੰ ਰਾਹ ਜਾਂਦੇ ਇਸ ਤਰ੍ਹਾਂ ਘੇਰ ਸਕਦਾ ਹੈ। ਫਾਤਮਾ ਨੇ ਆਪਣਾ ਆਪ ਛੁਡਾਉਣ ਲਈ ਬੜੇ ਹੱਥ ਪੈਰ ਮਾਰੇ, ਪਰ ਕਰੜੇ ਹੱਥਾਂ ਨੇ ਉਹਨੂੰ ਇਸ ਤਰ੍ਹਾਂ ਕਾਬੂ ਕਰ ਲਿਆ ਸੀ ਕਿ ਹੁਣ ਉਹਦੇ ਲਈ ਹਿੱਲਣਾ ਜਾਂ ਉਹਨਾਂ ਤੋਂ ਛੁਟਕਾਰਾ ਪਾਉਣਾ ਅਸੰਭਵ ਸੀ। ਫਾਤਮਾ ਉਹਨਾਂ ਨਾਲ ਘੁਲਦੀ ਹੱਫ ਗਈ ਤੇ ਅਖੀਰ ਉਹ ਬੇਹੋਸ਼ ਹੋ ਗਈ। ਉਹਦੇ ਹੱਥ ਪੈਰ ਨਿੱਸਲ ਹੋ ਗਏ ਤੇ ਧੌਣ ਪਿਛਲੇ ਪਾਸੇ ਢਿਲਕ ਗਈ। ਓਏ, ਕਿਧਰੇ ਮਾਰ ਤਾਂ ਨਹੀਂ ਦਿੱਤੀ? ਬੰਦੂਕ ਵਾਲੇ ਸਿਪਾਹੀ ਨੇ ਦੂਜੇ ਨੂੰ ਪੁੱਛਿਆ, ਜਿਹਨੇ ਆਪਣੇ 2 ਹੱਥਾਂ ਨਾਲ ਫਾਤਮਾ ਦਾ ਮੂੰਹ ਬੰਦ ਕੀਤਾ ਸੀ। ਨਹੀਂ, ਉਸ ਕਿਹਾ, ਮੈਂ ਗਲ ਤਾਂ ਨਹੀਂ ਘੁੱਟਿਆ, ਨਾ ਹੀ ਮੈਂ ਇਹਦੀਆਂ ਨਾਸਾਂ ਬੰਦ ਕੀਤੀਆਂ। ਫਿਰ ਇਹਨੂੰ ਕੀ ਹੋ ਗਿਆ?
ਬੰਦੂਕ ਵਾਲੇ ਨੇ ਬੜੀ ਹੈਰਾਨੀ ਨਾਲ ਪੁੱਛਿਆ। ਕਿਧਰੇ ਐਵੇਂ ਮੱਕਰ ਤਾਂ ਨਹੀਂ ਕਰਦੀ? ਦੂਜਾ ਬੋਲਿਆ। ਨਹੀਂ, ਇਸ ਤਰ੍ਹਾਂ ਨਹੀਂ ਜਾਪਦਾ। ਫਿਰ ਹੋਇਆ ਕੀ ਸੂ? ਹੋ ਸਕਦਾ ਘਾਬਰ ਗਈ ਹੋਵੇ। ਬੰਦੂਕ ਵਾਲੇ ਨੇ ਫਾਤਮਾ ਦੇ ਦਿਲ ਤੇ ਹੱਥ ਰੱਖ ਕੇ ਦੇਖਿਆ। ਦਿਲ ਬੜੀ ਤੇਜ਼ੀ ਨਾਲ ਧੱਕ ਧੱਕ ਕਰ ਰਿਹਾ ਸੀ। ਫਾਤਮਾ ਨੂੰ ਇਹਨਾਂ ਸੜਕ ਤੇ ਹੀ ਲਟਾ ਦਿੱਤਾ ਤੇ ਦੋਵੇਂ ਉਹਦੇ ਕੋਲ ਬੈਠ ਗਏ। ਤੇਰੇ ਕੋਲ ਅੱਗ ਦਾ ਸਮਾਨ ਹੋਏਗਾ, ਇੱਕ ਬੋਲਿਆ। ਹਾਂ, ਦੂਜੇ ਨੇ ਕਿਹਾ। ਫਿਰ ਅੱਗ ਤਾਂ ਬਾਲ ਜ਼ਰਾ, ਇਹਦਾ ਚਿਹਰਾ ਤਾਂ ਦੇਖੀਏ, ਹੈ ਕਿਸ ਤਰ੍ਹਾਂ ਦੀ? ਬੰਦੂਕ ਵਾਲੇ ਨੇ ਕਿਹਾ ਤੇ ਕੱਖ ਕਾਨੇ ਹੱਥ ਪੈਰ ਮਾਰ ਕੇ ਇਕੱਠੇ ਕਰਨ ਲੱਗ ਪਿਆ। ਅੱਗ ਬਾਲ ਕੇ ਜਦ ਉਹਨੇ ਚਾਨਣੇ 'ਚ ਇਹਨਾਂ ਫਾਤਮਾ ਦਾ ਹੁਸਨ ਦੇਖਿਆ ਤਾਂ ਦੋਵੇਂ ਖੁਸ਼ ਹੋ ਗਏ। ਇੱਕ ਨੇ ਕਿਹਾ, ਲੈ, ਇਹ ਤੋਂ ਸੋਹਣੀ ਕੁੜੀ ਤੂੰ ਕਦੀ ਵੇਖੀ ਏ? ਨਹੀਂ, ਮੈਂ ਝੂਠ ਨਹੀਂ ਬੋਲਦਾ, ਇਹ ਤੋਂ ਸੋਹਣੀਆਂ ਤਾਂ ਪਰੀਆਂ ਨਹੀਂ ਹੋਣੀਆਂ, ਦੂਜੇ ਨੇ ਕਿਹਾ। ਅਜੇ ਹੋਰ ਉਹ ਉਪਮਾ ਕਰਦਾ ਪਰ ਪਹਿਲਾਂ ਝੱਟ ਬੋਲ ਪਿਆ। ਪਰੀਆਂ ਵੀ ਕੋਹ ਕਾਫ ਦੀਆਂ। ਇਹ ਕੌਣ ਹੋ ਸਕਦੀ ਹੈ? ਕੋਈ ਹੋਵੇ, ਸਾਨੂੰ ਕੀ? ਇਹਨੂੰ ਇੱਥੋਂ ਚੁੱਕਣ ਵਾਲੀ ਗੱਲ ਕਰੋ। ਲਿਜਾਏਗਾ ਕਿੱਥੇ? ਡੇਰੇ ਗਿਆ ਤਾਂ ਕਾਸਮ ਖਾਨ ਨੇ ਨਹੀਂ ਛੱਡਣਾ ਤੇ ਤੈਨੂੰ ਚੰਗਾ ਭਲਾ ਪਤਾ ਉਹ ਕਿੱਡਾ ਮੁਸ਼ਕੀ ਏ ਇਹਨਾਂ ਗੱਲਾਂ ਦਾ। ਤੇ ਦਿੱਲੀ ਵਿੱਚ ਵੀ ਉਹਨੇ ਸ਼ਾਇਦ ਹੀ ਕੋਈ ਆਲਾ ਦੁਆਲਾ ਛੱਡਿਆ ਹੋਵੇ। ਇਹ ਗੱਲਾਂ ਕਰ ਹੀ ਰਹੇ ਸੀ ਕਿ ਉਧਰੋਂ ਕਾਸਮ ਖਾਨ ਆ ਗਿਆ, ਜੋ ਕਿ ਇਸ ਫੌਜੀ ਦਸਤੇ ਦਾ ਇੰਚਾਰਜ ਸੀ। ਆਉਂਦੇ ਉਹਨੇ ਦਬਕਾ ਮਾਰਿਆ। ਕੀ ਪੇ ਕਰਦੇ ਹੋ ਉੱਲੂ ਦੇ ਪੱਠਿਓ? ਦੋਵੇਂ ਡਰਦੇ ਮਾਰੇ ਉੱਠ ਖਲੋਤੇ। ਉਹਨਾਂ ਨੂੰ ਜਿਸ ਗੱਲ ਦਾ ਡਰ ਸੀ ਉਹੀ ਹੋ ਗਈ। ਇੱਕ ਨੂੰ ਝੱਟ ਗੱਲ ਸੁੱਝ ਪਈ। ਉਹ ਕਾਸਮ ਖਾਨ ਨੂੰ ਸੰਬੋਧਨ ਕਰਦਿਆਂ ਕਿਹਾ, ਹਜੂਰ, ਬੜੇ ਖੁਸ਼ਕਿਸਮਤ ਹੋ, ਤੁਹਾਡੀ ਉਮਰ ਵੀ ਬੜੀ ਲੰਮੀ ਹੈ। ਇਹ ਤੁਹਾਡੇ ਲਈ ਇੱਕ ਤੋਹਫਾ ਲੱਭਾ ਸੀ ਤੇ ਅਸੀਂ ਅਜੇ ਤੁਹਾਡਾ ਨਾਮ ਹੀ ਲੈ ਰਹੇ ਸੀ ਕਿ ਤੁਸੀਂ ਆ ਗਏ। ਕੀ ਇਹ ਤੋਹਫਾ? ਉਸ ਅੱਗੇ ਹੋ ਕੇ ਦੇਖਿਆ ਤਾਂ ਕੱਪੜਿਆਂ 'ਚੋਂ ਚੰਨ ਵਰਗਾ ਮੁਖੜਾ ਵੇਖ ਕੇ ਉਹਦੀਆਂ ਵਾਛਾਂ ਖਿਲ ਗਈਆਂ। ਉਸ ਕਿਹਾ, ਇਹ ਕੌਣ ਜੇ? ਇਹ ਨਾ ਪੁੱਛੋ, ਝੱਟ ਇੱਕ ਆਦਮੀ ਬੋਲ ਪਿਆ। ਤੁਸੀਂ ਇਹ ਦੱਸੋ, ਮਾਲ ਵਧੀਆ ਕਿ ਨਹੀਂ? ਬੁਰਕੇ ਤੋਂ ਇਹ ਜਾਪਦਾ ਹੈ ਕਿ ਇੱਕ ਮੁਸਲਮਾਨਣੀ ਹੈ। ਆਦਮੀ ਬੋਲਿਆ, ਰੰਗ ਢੰਗ ਤਾਂ ਇਹੀ ਦੱਸਦਾ ਹੈ ਕਿ ਹੈ ਵੀ ਕਿਸੇ ਚੰਗੇ ਘਰਾਣੇ ਦੀ। ਚਲੋ ਛੱਡੋ ਇਹਨਾਂ ਗੱਲਾਂ ਨੂੰ, ਇੰਜ ਕਰੋ, ਮੇਰੀ ਪਾਲਕੀ 'ਚ ਇਹਨੂੰ ਲਟਾ ਦਿਓ ਤੇ ਚੰਗਾ ਹੀ ਹੈ ਕਿ ਪਾਲਕੀ ਇੱਥੇ ਲੈ ਆਓ ਤੇ ਆਪਣੇ ਨਾਲ ਕੁਝ ਹੋਰ ਭਰੋਸੇ ਵਾਲੇ ਬੰਦੇ ਲੈ ਕੇ ਇਹਨੂੰ ਲੈ ਚੱਲੋ। ਤੁਹਾਨੂੰ ਇਸ ਵੇਲੇ ਕਿਵੇਂ ਪਤਾ ਲੱਗਾ? ਇੱਕ ਆਦਮੀ ਨੇ ਪੁੱਛ ਲਿਆ। ਇਹਨੇ ਚੀਕ ਮਾਰੀ ਸੀ, ਕਾਸਮ ਖਾਨ ਨੇ ਪੁੱਛਿਆ। ਆਹੋ, ਜਦ ਅਸੀਂ ਫੜਿਆ ਤਾਂ ਇੱਕੋ ਆਵਾਜ਼ ਕੱਢੀ ਸੀ, ਫਿਰ ਤਾਂ ਅਸੀਂ ਕਾਬੂ ਕਰ ਲਿਆ। ਬਸ ਉਹੀ ਆਵਾਜ਼ ਸੁਣ ਕੇ ਮੇਰੀ ਜਾਗ ਖੁੱਲ ਗਈ। ਮੈਂ ਜਨਾਨਾ ਆਵਾਜ਼ ਤੋਂ ਅਨੁਮਾਨ ਲਾ ਲਿਆ ਕਿ ਜ਼ਰੂਰ ਕੋਈ ਸ਼ਿਕਾਰ ਆ ਫਸਿਆ ਹੈ। ਹੋ ਸਕਦਾ ਆਵਾਜ਼ ਹੋਰ ਵੀ ਕਿਸੇ ਸੁਣੀ ਹੋਵੇ, ਇੱਕ ਆਦਮੀ ਬੋਲਿਆ। ਇਸ ਲਈ ਸਾਨੂੰ ਹੁਣ ਦੇਰ ਨਹੀਂ ਲਾਉਣੀ ਚਾਹੀਦੀ, ਇਹਨੂੰ ਇੱਥੋਂ ਬਿੱਲੇ ਲਾ ਦੇਣਾ ਚਾਹੀਦਾ। ਤੁਸੀਂ ਉਸੇ ਤਰ੍ਹਾਂ ਕਰੋ ਜਿਵੇਂ ਮੈਂ ਕਿਹਾ, ਇਹਨੂੰ ਲੈ ਕੇ ਰਾਤੋਂ ਰਾਤ ਲੰਘ ਜਾਓ ਤੇ ਅਸੀਂ ਤੁਹਾਨੂੰ ਪਿੱਛੋਂ ਆ ਮਿਲਾਂਗੇ, ਕਾਸਮ ਖਾਨ ਨੇ ਕਿਹਾ। ਨਹੀਂ ਹਜ਼ੂਰ, ਤੁਸੀਂ ਚੱਲੋ ਤੇ ਅਸੀਂ ਤੁਹਾਨੂੰ ਪਿੱਛੋਂ ਆ ਮਿਲਾਂਗੇ, ਕਾਸਮ ਖਾਨ ਨੂੰ ਖੁਸ਼ ਕਰਨ ਲਈ ਸਿਪਾਹੀਆਂ ਨੇ ਕਿਹਾ। ਉਹਨਾਂ ਦਾ ਖਿਆਲ ਸੀ ਕਿ ਕਾਸਮ ਖਾਨ ਫੌਜ ਛੱਡ ਕੇ ਵੱਖਰੇ ਜਾਣਾ ਪਸੰਦ ਨਹੀਂ ਕਰੇਗਾ ਤੇ ਉਹਨਾਂ ਨੂੰ ਵੀ ਫਿਰ ਕਹੇਗਾ। ਪਰ ਉਹਨਾਂ ਦਾ ਇੱਕੋ ਵਾਰ ਫੋਕਾ ਭਲ ਭੁਲਾਇਆ ਵੀ ਖਾਲੀ ਨਾ ਗਿਆ ਤੇ ਕਾਸਮ ਖਾਨ ਤਿਆਰ ਹੋ ਗਿਆ। ਇੱਕ ਆਦਮੀ ਭੱਜਿਆ ਗਿਆ ਤੇ ਜਾ ਕੇ ਪਾਲਕੀ ਲੈ ਆਇਆ। 4 ਕਹਾਰਾਂ ਤੋਂ ਛੁੱਟ ਕੁਝ ਫੌਜੀ ਸਿਪਾਹੀ ਵੀ ਜਗਾ ਲਿਆਇਆ। ਉਹ ਵਿਚਾਰੇ ਅਜੇ ਹੁਣੇ ਸੁੱਤੇ ਹੀ ਸੀ, ਪਰ ਕਾਸਮ ਖਾਨ ਦਾ ਹੁਕਮ ਮੋੜਨਾ ਔਖਾ ਸੀ, ਇਸ ਲਈ ਟੁਰ ਪਏ। ਫਾਤਮਾ ਨੂੰ ਪਾਲਕੀ 'ਚ ਪਾ ਲਿਆ। ਕਾਸਮ ਖਾਨ ਨਾਲ ਘੋੜੇ ਤੇ ਸਵਾਰ ਹੋ ਗਿਆ। ਸਾਰੀ ਰਾਤ ਸਫ਼ਰ ਕਰਦੇ ਰਹੇ। ਸਵੇਰੇ ਉਹ ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀ ਸੜਕ ਤੇ ਪੁੱਜ ਗਏ। ਅਜੇ ਥੋੜੀ ਜਿਹੀ ਲੋ ਹੋਈ ਸੀ ਕਿ ਕਾਸਮ ਖਾਨ ਨੇ ਪਾਲਕੀ 'ਚ ਝਾਤੀ ਮਾਰੀ। ਅਜੇ ਫਾਤਮਾ ਬੇਹੋਸ਼ ਪਈ ਸੀ। ਫਾਤਮਾ ਦਾ ਮਾਸੂਮ ਪਰ ਬੜਾ ਪ੍ਰਭਾਵਸ਼ਾਲੀ ਮੁਖੜਾ ਵੇਖ ਕੇ ਕਾਸਮ ਖਾਨ ਬੜਾ ਖੁਸ਼ ਹੋਇਆ। ਉਹਨੇ ਬੜੀਆਂ ਥੋੜੀਆਂ ਸੋਹਣੀਆਂ ਕੁੜੀਆਂ ਦੇਖੀਆਂ, ਪਰ ਇਸ ਤਰ੍ਹਾਂ ਦੀ ਸੁੰਦਰਤਾ ਦੀ ਮੂਰਤ ਉਹਦੀ ਕਿਸਮਤ 'ਚ ਪਹਿਲੀ ਵਾਰ ਦੇਖਣ 'ਚ ਆਈ ਸੀ। ਹੁਣ ਉਹਦੇ ਮਨ 'ਚ ਰਹਿ ਰਹਿ ਕੇ ਇਹੋ ਖਿਆਲ ਆਉਂਦਾ ਕਿ ਇਹਨੂੰ ਜਦੋਂ ਹੋਸ਼ ਆਏਗੀ ਤਾਂ ਇਹ ਪਾਲਕੀ 'ਚ ਆਪਣੇ ਆਪ ਨੂੰ ਵੇਖ ਕੇ ਹੈਰਾਨ ਹੋਏਗੀ। ਪਰ ਉਹਨੂੰ ਇਸ ਗੱਲ ਦਾ ਨਿਸ਼ਚਾ ਸੀ ਕਿ ਜਦੋਂ ਉਹਨੂੰ ਕਾਸਮ ਖਾਨ ਦੀ ਪਦਵੀ ਤੇ ਠਾਠ ਦਾ ਪਤਾ ਲੱਗਾ ਤਾਂ ਉਹ ਜ਼ਰੂਰ ਖੁਸ਼ ਹੋ ਜਾਏਗੀ। ਉਹ ਪਾਲਕੀ ਤੇ ਰੇਸ਼ਮੀ ਪਰਦਾ 'ਚੋਂ ਝਾਤੀ ਮਾਰੇਗੀ, ਮੇਰੀ ਜਵਾਨੀ ਵੇਖ ਕੇ ਖੁਸ਼ ਹੋ ਜਾਏਗੀ। ਉਹ ਚਾਹੁੰਦਾ ਸੀ ਪਾਲਕੀ ਦੇ ਨਾਲ ਨਾਲ ਟੁਰਿਆ ਜਾਏ ਤਾਂ ਕਿ ਸੁੰਦਰੀ ਉੱਠ ਕੇ ਆਪ ਉਹਦੇ ਦਰਸ਼ਨ ਕਰ ਲਵੇ। ਪਰ ਪਤਾ ਨਹੀਂ ਉਹਦਾ ਮਨ ਕੀਤੇ ਫੈਸਲੇ ਨੂੰ ਕਿਉਂ ਝਾਟੀ ਉਲੰਘ ਜਾਂਦਾ। ਕਾਸਮ ਖਾਨ ਪਾਲਕੀ ਦੇ ਨੇੜੇ ਘੋੜਾ ਕਰਕੇ ਪਰਦੇ ਚੁੱਕ ਚੁੱਕ ਕੇ ਵੇਖਦਾ। ਇੱਕ ਤਾਂ ਪਾਣੀ ਦਾ ਖੂਹ ਆ ਗਿਆ, ਇੱਥੇ ਝੱਟ ਆਰਾਮ ਕਰਨ ਲਈ ਸਾਰੇ ਠਹਿਰ ਗਏ। ਕਦੋਂ ਤੱਕ ਤੁਰੇ ਜਾਵਾਂਗੇ? ਇਸੇ ਤਰ੍ਹਾਂ ਕਹਾਰਾਂ ਨੇ ਪੁੱਛਿਆ। ਕਈ ਘੰਟੇ ਲਗਾਤਾਰ ਚੁੱਕੀ ਟੁਰਨ ਨਾਲੋਂ ਥੱਕ ਗਏ। ਰਾਤ ਨੂੰ ਸੁੱਤੇ ਵੀ ਨਹੀਂ ਸੀ ਤੇ ਹੁਣ ਵੀ ਬੜਾ ਸਫ਼ਰ ਕਰ ਚੁੱਕੇ ਸੀ। ਬਸ ਥੋੜੀ ਦੂਰ ਹੀ ਚੱਲ ਕੇ ਆਰਾਮ ਕਰਾਂਗੇ ਤੇ ਉੱਥੇ ਪਿਛਲੇ ਸਾਥੀਆਂ ਨੂੰ ਉਡੀਕਾਂਗੇ। ਮੈਨੂੰ ਤੁਹਾਡੀ ਤਕਲੀਫ ਦਾ ਅਹਿਸਾਸ ਹੈ, ਕਾਸਮ ਖਾਨ ਨੇ ਕਿਹਾ। ਇੱਥੋਂ ਸਾਰਿਆਂ ਥੋੜਾ ਬਹੁਤ ਜੋ ਕੁਝ ਲੱਭਾ ਉਹ ਖਾਧਾ ਤੇ ਕਾਸਮ ਖਾਨ ਨੇ ਪਾਣੀ ਦੇ ਕੁਝ ਛੱਟੇ ਫਾਤਮਾ ਦੇ ਮੂੰਹ ਤੇ ਮਾਰੇ। ਸਾਰਾ ਦਿਨ ਫਿਰ ਸਫ਼ਰ ਜਾਰੀ ਰਿਹਾ ਤੇ ਅਖੀਰ ਰਈਏ ਪਹੁੰਚ ਗਏ। ਸ਼ਾਮ ਦਾ ਖਾਣਾ ਖਾਧਾ।
ਕਾਸਮ ਖਾਨ ਨੇ ਆਪਣੇ ਸਾਥੀਆਂ ਨੂੰ ਕਿਹਾ ਹੋਇਆ ਸੀ ਕਿ ਉਹ ਉਹਨਾਂ ਨੂੰ ਦਰਿਆ ਬਿਆਸ ਦੇ ਕੰਢੇ ਮਿਲੇਗਾ। ਬਿਆਸ ਦੇ ਕੰਢੇ ਵੱਡੀ ਸੜਕ ਤੇ ਇੱਕ ਉੱਚਾ ਸਾਰਾ ਟਿੱਬਾ ਸੀ। ਇਹ ਉਸ ਜ਼ਮਾਨੇ 'ਚ ਕਾਫੀ ਵੱਡਾ ਤੇ ਉੱਚਾ ਸੀ ਤੇ ਆਮ ਕਰਕੇ ਸ਼ਾਹੀ ਫੌਜਾਂ ਇਹਨੂੰ ਸਿਗਨਲ ਲਈ ਵਰਤਿਆ ਕਰਦੀਆਂ ਸਨ। ਇੱਥੇ ਖਲੋ ਕੇ ਦੂਰ ਦੂਰ ਤੱਕ ਝੰਡੇ ਹਿਲਾ ਕੇ ਹੁਕਮ ਦਿੱਤੇ ਜਾਂਦੇ ਸਨ। ਇਸ ਥਾਂ ਨੂੰ ਕਾਸਮ ਖਾਨ ਨੇ ਚੁਣਿਆ। ਉਹਦਾ ਖਿਆਲ ਸੀ ਕਿ ਇੱਕ ਤਾਂ ਪੱਟੀ ਦੇ ਇਲਾਕੇ ਤੋਂ ਕਾਫੀ ਦੂਰ ਚਲੇ ਜਾਣਾ ਚਾਹੀਦਾ ਹੈ ਤੇ ਦੂਜਾ ਲੜਕੀ ਨੂੰ ਹੋਸ਼ ਆ ਜਾਏਗੀ, ਉਸ ਨਾਲ ਗੱਲਬਾਤ ਦਾ ਖੁੱਲਾ ਮੌਕਾ ਮਿਲ ਜਾਏਗਾ ਤੇ ਜੇ ਮਿੰਨਤਾਂ ਵੀ ਕਰਨੀਆਂ ਪਈਆਂ ਤਾਂ ਉਹ ਵੀ ਕਰ ਲਈਆਂ ਜਾਣਗੀਆਂ। ਸਾਰੇ ਫੌਜੀਆਂ ਸਾਹਮਣੇ ਇੱਕ ਜਨਾਨੀ ਅੱਗੇ ਹਾੜੇ ਕੱਢਦਾ ਉਹ ਚੰਗਾ ਨਹੀਂ ਸੀ ਲੱਗਦਾ ਤੇ ਰਾਤ ਨੂੰ ਸ਼ਾਹੀ ਫੌਜ ਨੇ ਵੀ ਪਹੁੰਚ ਜਾਣਾ ਸੀ। ਇਸ ਲਈ ਕਾਸਮ ਖਾਨ ਰਈਏ ਨਾ ਠਹਿਰਿਆ, ਸਗੋਂ ਇਸ ਟਿੱਬੇ ਤੇ ਆ ਗਿਆ। ਟਿੱਬੇ ਤੇ ਅੱਗ ਬਾਲੀ ਗਈ, ਇੱਕ ਮਸ਼ਾਲ ਵੀ ਜਗਾ ਲਈ ਗਈ ਜਿਹਦੀ ਰੋਸ਼ਨੀ ਆਸ-ਪਾਸ ਦੂਰ ਤੱਕ ਪਹੁੰਚੇ। ਸੁਭਾਨ ਅੱਲਾ, ਸੁਭਾਨ ਅੱਲਾ, ਕਾਸਮ ਖਾਨ ਦੇ ਮੂੰਹ ਜ਼ੋਰ ਦੇ ਨਿਕਲਿਆ। ਸਾਥੀ ਦੌੜ ਕੇ ਉਸ ਕੋਲ ਆ ਗਏ। ਸਾਰੇ ਹੈਰਾਨ ਹੋ ਗਏ ਕਿ ਇੰਨੀ ਖੁਸ਼ੀ ਵਾਲੀ ਕਿਹੜੀ ਗੱਲ ਹੋ ਗਈ। ਕਾਸਮ ਖਾਨ ਨੇ ਕਿਹਾ, ਵੇਖ ਓਏ ਫੈਜ਼ ਅਲੀ, ਕੁੜੀ ਹਿੱਲਣ ਜੁਲਣ ਲੱਗ ਪਈ ਆ, ਹੁਣ ਇਹਨੇ ਉੱਠ ਪੈਣਾ। ਫਾਤਮਾ ਨੇ ਅੱਖਾਂ ਖੋਲੀਆਂ ਤੇ ਉਹ ਇੱਕ ਪਾਲਕੀ 'ਚ ਪਈ ਸੀ। ਇਹ ਉਹਦੇ ਲਈ ਬੜੀ ਹੈਰਾਨੀ ਦਾ ਕਾਰਨ ਸੀ। ਉਸ ਪਾਲਕੀ ਦੇ ਪਰਦੇ ਚੁੱਕ ਕੇ ਬਾਹਰ ਦੇਖਣ ਦਾ ਯਤਨ ਕੀਤਾ ਪਰ ਬੜੇ ਕਦਾਵਰ ਬੰਦੇ ਦੇਖ ਕੇ ਉਹ ਡਰ ਗਈ। ਉਹ ਸੋਚ ਰਹੀ ਸੀ ਕਿ ਕਿੱਥੇ ਆ ਗਈ ਹੈ। ਕਾਸਮ ਖਾਨ ਨੂੰ ਵੀ ਸ਼ਾਂਤੀ ਨਹੀਂ ਸੀ ਆ ਰਹੀ। ਉਹ ਵੀ ਝੱਟ ਪਿੱਛੋਂ ਫਿਰ ਪਾਲਕੀ ਦਾ ਪਰਦਾ ਚੁੱਕ ਕੇ ਅੰਦਰ ਝਾਕਿਆ। ਫਾਤਮਾ ਦੀਆਂ ਚੀਕਾਂ ਨਿਕਲ ਗਈਆਂ। ਰਾਤ ਦੇ ਹਨੇਰੇ 'ਚ ਜਦ ਕਿ ਚਾਰ ਚੁਫੇਰੇ ਬਿਲਕੁਲ ਚੁੱਪ ਸੀ, ਇਹ ਚੀਕਾਂ ਬਹੁਤ ਦੂਰ ਤੱਕ ਸੁਣੀਆਂ। ਟਿੱਬੇ ਦੇ ਨੇੜੇ ਜੰਗਲ 'ਚ ਸਿੰਘਾਂ ਦਾ ਡੇਰਾ ਸੀ। ਸਰਦਾਰ ਬਹਾਦਰ ਸਿੰਘ ਨੇ ਆਵਾਜ਼ ਸੁਣੀ, ਤਰਬਕ ਪਏ। ਧਿਆਨ ਨਾਲ ਦੇਖਿਆ, ਸੁਣਿਆ, ਦੂਜੀ ਆਵਾਜ਼ ਆਉਣ ਤੇ ਪਛਾਣ ਗਏ ਕਿ ਇਹ ਆਵਾਜ਼ ਕਿਸੇ ਜਨਾਨੀ ਦੀ ਹੈ। ਜਦ ਟਿੱਬੇ ਵੱਲ ਨਜ਼ਰ ਮਾਰੀ ਤਾਂ ਰੁੱਖਾਂ ਦੇ ਵਿੱਚੋਂ ਦੀ ਕੁਝ ਚਾਨਣ ਦਿਸਿਆ। ਆਪ ਨੇ ਉਸੇ ਵੇਲੇ ਇੱਕ ਸਿੰਘ ਨੂੰ ਭੇਜਿਆ ਕਿ ਪਤਾ ਕਰੇ। ਸਿੰਘ ਝੱਟ ਸ਼ਸਤਰ ਸਜਾ ਕੇ ਤਿਆਰ ਹੋ ਗਿਆ ਤੇ ਰੁੱਖਾਂ ਦੇ ਵਿੱਚੋਂ ਦੇ ਹੋ ਕੇ ਟਿੱਬੇ ਦੇ ਨਾਲ ਪਹੁੰਚ ਗਿਆ। ਕਾਫੀ ਚਿਰ ਇਸੇ ਇਲਾਕੇ 'ਚ ਰਹਿੰਦੇ ਹੋਣ ਕਰਕੇ ਸਿੰਘਾਂ ਨੂੰ ਹਰ ਰਾਹ ਤੇ ਹਰ ਰੁੱਖ ਦਾ ਪਤਾ ਸੀ। ਇਸ ਲਈ ਬੜੀ ਆਸਾਨੀ ਨਾਲ ਇਹ ਸਿੰਘ ਟਿੱਬੇ ਤੇ ਚੜ੍ਹ ਕੇ ਉਹਨਾਂ ਦੇ ਡੇਰੇ ਦੇ ਬਿਲਕੁਲ ਨੇੜੇ ਪਹੁੰਚ ਗਿਆ। ਕਾਫੀ ਦੇਰ ਖੜਾ ਸਾਰੀ ਗੱਲਬਾਤ ਸੁਣਦਾ ਰਿਹਾ ਤੇ ਰਾਹ ਵਿੱਚ ਉਹਨਾਂ ਨੂੰ ਲੱਭਣ ਦਾ ਯਤਨ ਕਰਦਾ ਰਿਹਾ। ਜਦੋਂ ਉਹਦੀ ਤਸੱਲੀ ਹੋ ਗਈ ਤਾਂ ਮੁੜ ਗਿਆ। ਜਾ ਕੇ ਸਰਦਾਰ ਬਹਾਦਰ ਸਿੰਘ ਨੂੰ ਦੱਸਿਆ ਕਿ ਕੋਈ ਵੱਡਾ ਫੌਜੀ ਅਫਸਰ ਜਾਪਦਾ ਹੈ। ਅੱਜ ਕੱਲ੍ਹ ਜਿਨ੍ਹਾਂ ਨਾਲ ਸਾਡੇ ਮੁਕਾਬਲੇ ਹੋਏ ਹਨ ਉਹਨਾਂ ਵਿੱਚੋਂ ਤਾਂ ਨਹੀਂ, ਕੋਈ ਨਵਾਂ ਆਦਮੀ ਜਾਪਦਾ ਹੈ। ਉਹ ਗਿਣਤੀ 'ਚ ਦਰਜਨ ਦੇ ਲਗਭਗ ਹੈ। ਉਹਨਾਂ ਇੱਕ ਜਨਾਨੀ ਕੱਢ ਕੇ ਲਿਆਂਦੀ ਜਾਪਦੀ ਹੈ ਤੇ ਉਸ ਬਾਰੇ ਗੱਲਾਂ ਕਰ ਰਹੇ ਸੀ। ਜਨਾਨੀ ਤਾਂ ਮੈਂ ਵੇਖ ਨਹੀਂ ਸਕਿਆ ਕਿਉਂਕਿ ਉਹ ਇੱਕ ਪਾਲਕੀ 'ਚ ਸੀ, ਪਰ ਉਸ ਅਫਸਰ ਨੂੰ ਹਾੜੇ ਕੱਢਦਿਆਂ ਤੇ ਅੱਗੋਂ ਉਹਦੇ ਚਿਚਲਾ ਕੇ ਉੱਤਰ ਦਿੰਦਿਆਂ ਸੁਣਿਆ। ਇਸ ਵੇਲੇ ਉਹ ਸ਼ਰਾਬ ਪੀ ਰਹੇ ਨੇ। ਮਾਮਲਾ ਗੰਭੀਰ ਹੈ, ਸਰਦਾਰ ਬਹਾਦਰ ਸਿੰਘ ਨੇ ਕਿਹਾ। ਇਹ ਖਜ਼ਾਨਾ ਤਾਂ ਦਿੱਲੀ ਨਹੀਂ ਲਿਜਾ ਰਹੇ। ਮੈਨੂੰ ਤਾਂ ਇਸ ਤਰ੍ਹਾਂ ਨਹੀਂ ਜਾਪਦਾ। ਖਜ਼ਾਨੇ ਨਾਲ ਤਾਂ ਸੈਂਕੜੇ ਬੰਦੇ ਚਾਹੀਦੇ ਨੇ। ਇਹ ਤਾਂ ਮੈਨੂੰ ਕੋਈ ਗਸ਼ਤੀ ਜਾਂ ਦਸਤਾ ਲੱਗਦਾ ਹੈ ਤੇ ਇਹ ਜਨਾਨੀ ਕਿੱਧਰੋਂ ਚੁੱਕ ਲਿਆਂਦੀ ਨੇ। ਤਾਂ ਸਾਨੂੰ ਇਹ ਦੁਖਿਆਰਨ ਛੁਡਾਉਣ ਲਈ ਯਤਨ ਕਰਨਾ ਚਾਹੀਦਾ ਹੈ। ਕੋਲ ਬੈਠਾ ਇੱਕ ਸਿੰਘ ਬੋਲਿਆ, ਸਵੇਰੇ ਤੜਕੇ ਸਾਰ ਹਮਲਾ ਕਰ ਦਈਏ, ਇੱਕ ਹੋਰ ਨੇ ਸਲਾਹ ਦਿੱਤੀ। ਕਿਉਂ? ਸਰਦਾਰ ਬਹਾਦਰ ਸਿੰਘ ਨੇ ਜੋਸ਼ 'ਚ ਕਿਹਾ, ਹੁਣੇ ਕਿਉਂ ਨਾ ਉਸ ਅਬਲਾ ਨੂੰ ਛੁਡਾਇਆ ਜਾਏ। ਸਿੰਘਾਂ ਦਾ ਇਹ ਧਰਮ ਨਹੀਂ ਕਿ ਉਹਨਾਂ ਦੇ ਗੁਆਂਢ ਕੋਈ ਦੁਖਿਆਰਾ ਪਿਆ ਰਹੇ ਤੇ ਉਹ ਲੰਮੀਆਂ ਤਾਣ ਕੇ ਸੌ ਜਾਣ, ਫਿਰ ਉਹ ਸਵੇਰ ਨੂੰ ਪਤਾ ਨਹੀਂ ਕਿੱਧਰੇ ਚਲੇ ਜਾਣ ਜਾਂ ਰਾਤ ਨੂੰ ਕੋਈ ਹੋਰ ਘਟਨਾ ਵਾਪਰ ਜਾਏ। ਇਸ ਲਈ ਹੁਣੇ ਹਮਲਾ ਕਰਨਾ ਚਾਹੀਦਾ ਹੈ। ਸਰਬਸੰਮਤੀ ਨਾਲ ਫੈਸਲਾ ਹੋ ਗਿਆ ਕਿ ਹੁਣੇ ਹਮਲਾ ਕੀਤਾ ਜਾਏ। ਅਰਦਾਸਾ ਸੋਧ ਕੇ ਸਿੰਘ ਟੁਰ ਪਏ। ਜੰਗਲ ਤੋਂ ਬਾਹਰ ਨਿਕਲ ਕੇ ਸਿੰਘਾਂ ਨੇ ਚਾਰ ਜਥੇ ਬਣਾ ਲਏ ਤੇ ਟਿੱਬੇ ਦੇ ਚੌਂ ਪਾਸਿਆਂ ਤੋਂ ਹਮਲਾ ਕਰਨ ਲਈ ਚੱਲ ਪਏ। ਸਿੰਘ ਵੀ ਬਹੁਤੀ ਗਿਣਤੀ 'ਚ ਨਹੀਂ ਸੀ, ਪਰ ਹਮਲਾ ਇਸ ਵਿਉਂਤ ਨਾਲ ਕੀਤਾ ਗਿਆ ਕਿ ਥੋੜੇ ਜਿਹੇ ਬਹੁਤੇ ਲੱਗਣ ਲੱਗ ਪਏ। ਇੱਕ ਪਾਸਿਓਂ ਜਦ ਸਰਦਾਰ ਬਹਾਦਰ ਸਿੰਘ ਦਾ ਦਸਤਾ ਉੱਪਰ ਡੇਰੇ ਦੇ ਬਿਲਕੁਲ ਨੇੜੇ ਪੁੱਜ ਗਿਆ ਤਾਂ ਉਸ ਬੋਲੇ ਸੋ ਨਿਹਾਲ ਦਾ ਜੈਕਾਰਾ ਛੱਡਿਆ, ਜਿਹਦਾ ਉੱਤਰ ਬਾਕੀ ਤਿੰਨਾਂ ਪਾਸਿਆਂ ਤੋਂ ਇੱਕੋ ਵਾਰੀ ਆਇਆ। ਸਾਰਾ ਇਲਾਕਾ ਗੂੰਜ ਉੱਠਿਆ। ਕਾਸਮ ਖਾਨ ਘਬਰਾ ਗਿਆ। ਉਹਦੇ ਸਾਥੀ ਸ਼ਰਾਬ ਦੇ ਨਸ਼ੇ 'ਚ ਚੂਰ ਹੋ ਕੇ ਡਿੱਗੇ ਪਏ ਸੀ। ਉਹਨਾਂ ਲਈ ਛੇਤੀ ਉੱਠਣਾ ਤੇ ਸੰਭਲਣਾ ਮੁਸ਼ਕਲ ਸੀ। ਇਸ ਲਈ ਉਹਨਾਂ ਦੇ ਹਿਲਦਿਆਂ ਤੱਕ ਸਿੰਘ ਸਿਰਾਂ ਤੇ ਜਾ ਚੜੇ ਤੇ ਹਰ ਆਦਮੀ ਦੇ ਸਰਾਣੇ ਦੋ ਦੋ ਸਿੰਘ ਜਾ ਖੜੇ ਹੋਏ। ਸਾਰਿਆਂ ਨੂੰ ਇੱਕ ਥਾਂ ਇਕੱਠਾ ਕਰਕੇ ਜੂੜ ਦਿੱਤਾ ਗਿਆ ਤੇ ਇੱਕ ਲੰਮੇ ਰੱਸੇ ਨਾਲ ਬੰਨ੍ਹ ਕੇ ਲਾਈਨ 'ਚ ਖੜਾ ਕਰਤਾ। ਜਦ ਇਸ ਕੰਮ ਤੋਂ ਵਿਹਲੇ ਹੋਏ ਤਾਂ ਸਰਦਾਰ ਬਹਾਦਰ ਸਿੰਘ ਪਾਲਕੀ ਕੋਲ ਚਲਾ ਗਿਆ ਤੇ ਬੋਲਿਆ, ਬੀਬੀ ਬਾਹਰ ਆ ਜਾਓ। ਕੋਈ ਉੱਤਰ ਨਾ ਆਇਆ। ਸਰਦਾਰ ਬਹਾਦਰ ਸਿੰਘ ਨੇ ਦੂਜੀ ਵਾਰ ਫੇਰ ਕਿਹਾ, ਬੀਬੀ ਬਾਹਰ ਆ ਜਾਓ, ਹੁਣ ਤੁਹਾਨੂੰ ਕੋਈ ਖਤਰਾ ਨਹੀਂ, ਤੁਹਾਨੂੰ ਲਿਆਉਣ ਵਾਲੇ ਜ਼ਾਲਮ ਹੁਣ ਨੂੜੇ ਪਏ ਆ। ਜਦ ਫੇਰ ਵੀ ਕੋਈ ਆਵਾਜ਼ ਨਾ ਆਈ ਤਾਂ ਸਰਦਾਰ ਬਹਾਦਰ ਸਿੰਘ ਨੇ ਸਮਝਿਆ ਕਿ ਜਾਂ ਤਾਂ ਸਾਡੇ ਰੌਲੇ 'ਚੋਂ ਕਿਧਰੇ ਖਿਸਕ ਗਈ ਹੈ ਤੇ ਜਾਂ ਅੰਦਰ ਹੀ ਮਾਰਤੀ ਗਈ ਹੈ।
जद कपड़ा परे हटाया फातिमा बेहोश पई सी। असल चो कासम खान दियां मोटियां वहशी अखां देख के डर गई ते दहशत नाल ही फिर गश खा गई। सरदार बहादुर सिंह ने उहदी नबज देखी तां ठीक चल रही सी। ਸਿੰਘਾਂ ਨੂੰ ਕਿਹਾ ਕਿ ਪਾਲਕੀ ਸਮੇਤ ਇਹਨੂੰ ਡੇਰੇ ਪਹੁੰਚਾ ਦਿਓ ਤੇ ਬਾਕੀ ਸਾਰੇ ਕੈਦੀਆਂ ਨੂੰ ਵੀ ਅੱਖਾਂ ਬੰਨ ਕੇ ਲੈ ਚੱਲੋ। ਕੱਲ ਸਵੇਰੇ ਇਹਨਾਂ ਤੋਂ ਪੁੱਛ ਪੜਤਾਲ ਕੀਤੀ ਜਾਏਗੀ। ਅੰਗ 15ਵਾਂ। ਸਵੇਰੇ ਤੜਕਸਾਰ ਫਾਤਮਾ ਨੂੰ ਹੋਸ਼ ਆਈ। ਉਹ ਦੇਖ ਕੇ ਹੈਰਾਨ ਰਹਿ ਗਈ ਕਿ ਹੁਣ ਨਾ ਉਹ ਪਾਲਕੀ ਵਿੱਚ ਸੀ ਤੇ ਨਾ ਹੀ ਉਹਦੇ ਆਸੇ-ਪਾਸੇ ਕੋਈ ਆਦਮੀ। ਉਹ ਇੱਕ ਕੱਖਾਂ ਕਾਨਿਆਂ ਦੀ ਝੁੱਗੀ ਜਿਹੀ ਚਫੂੜੀ ਤੇ ਪਈ ਸੀ ਜੋ ਕਿ ਗੰਨੇ ਦੀ ਬਣੀ ਸੀ। ਉੱਪਰ ਨਜ਼ਰ ਮਾਰੀ ਛੱਤ ਵਾਲੀ ਲੱਕੜੀ ਨਾਲ ਇੱਕ ਬਰਛਾ ਅੜਿਆ ਹੋਇਆ ਸੀ ਤੇ ਕੁਝ ਕੱਪੜੇ ਖੁੰਗੀਆਂ ਨਾਲ ਲਟਕ ਰਹੇ ਸਨ। ਬਾਹਰ ਝਾਤੀ ਮਾਰੀ ਤਾਂ ਚਾਰ ਚੁਫੇਰੇ ਰੁੱਖਾਂ ਦਾ ਝੁੰਡ ਹੀ ਦਿਸਿਆ। ਝੱਟ ਉੱਠ ਕੇ ਬੈਠ ਗਈ ਤੇ ਸਰਾਣੇ ਵਾਲੇ ਪਾਸੇ ਪਿੱਛੇ ਕਰਕੇ ਦੇਖਿਆ ਤਾਂ ਇੱਕ ਮੈਦਾਨ ਦਿਸਿਆ ਜਿਹਦੇ ਆਸੇ-ਪਾਸੇ ਇਸ ਤਰ੍ਹਾਂ ਦੀਆਂ ਝੁੱਗੀਆਂ ਜਿਹੀਆਂ ਸਨ। ਵਿਚਕਾਰ ਇੱਕ ਰੁੱਖ ਥੱਲੇ ਕੁਝ ਘੋੜੇ ਖੜੇ ਸਨ। ਫਾਤਮਾ ਸੋਚੀ ਪੈ ਗਈ ਕਿ ਇਹ ਕਿਹੜਾ ਟਿਕਾਣਾ ਹੈ। ਪਹਿਲਾਂ ਉਹ ਸੋਚਿਆ ਕਿ ਸ਼ਾਇਦ ਉਹਨੂੰ ਪਿੰਡ ਦੇ ਕਿਸੇ ਕਮੀਨ ਦੇ ਘਰ ਲੈ ਆਂਦਾ ਗਿਆ, ਪਰ ਜਦੋਂ ਆਸੇ-ਪਾਸੇ ਜੰਗਲ ਦੇਖ ਲਿਆ ਤਾਂ ਉਹਦੀ ਘਬਰਾਹਟ ਵੱਧ ਗਈ। ਉਹਦੇ ਵਿੱਚ ਸਾਹ ਸੱਤ ਨਹੀਂ ਸੀ ਰਿਹਾ। ਬੜੀ ਮੁਸ਼ਕਿਲ ਨਾਲ ਉਹ ਹੱਥ ਦੀ ਤਲੀ ਦਾ ਸਹਾਰਾ ਦੇ ਕੇ ਉੱਠੀ। ਇੱਕ ਆਵਾਜ਼ ਆਈ ਤੇ ਉਹ ਫਿਰ ਡਰ ਗਈ। ਇੱਕ ਸਿੰਘ ਪੜਦਾ ਜਾ ਰਿਹਾ ਸੀ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਸਿੰਘ ਮੂੰਹ ਧਿਆਨੇ ਝੁੱਗੀ ਦੇ ਅੱਗੋਂ ਲੰਘ ਗਿਆ। ਫਾਤਮਾ ਨੂੰ ਹੁਣ ਪਤਾ ਲੱਗਾ ਕਿ ਉਹ ਸਿੱਖਾਂ ਦੇ ਡੇਰੇ ਤੇ ਆ ਗਈ ਹੈ। ਉਹਨੂੰ ਪਤਾ ਸੀ ਸਿੱਖ ਜੰਗਲਾਂ 'ਚ ਹੀ ਰਹਿੰਦੇ ਨੇ ਤੇ ਇਸ ਲਈ ਇਹ ਜੰਗਲ ਅਵਸ਼ ਸਿੱਖਾਂ ਦਾ ਅੱਡਾ ਹੀ ਹੈ। ਕਾਦਰ ਬਖਸ਼ ਨੇ ਉਹਨੂੰ ਦੱਸਿਆ ਹੋਇਆ ਸੀ ਕਿ ਸਿੱਖ ਕਿਸੇ ਦੀ ਧੀ ਭੈਣ ਵੱਲ ਮਾੜੀ ਨਜ਼ਰ ਨਾਲ ਨਹੀਂ ਦੇਖਦੇ ਤੇ ਇਹਨਾਂ ਦਾ ਆਚਰਣ ਬਹੁਤ ਉੱਚਾ ਹੁੰਦਾ ਹੈ। ਇਸ ਲਈ ਉਹਨੂੰ ਤਸੱਲੀ ਸੀ ਕਿ ਉਹਦੀ ਇੱਜ਼ਤ ਨੂੰ ਇਸ ਥਾਂ ਕੋਈ ਖਤਰਾ ਨਹੀਂ ਹੋ ਸਕਦਾ। ਉਹ ਸੋਚੀ ਪੈ ਗਈ ਕਿ ਇੱਥੇ ਕਿਵੇਂ ਆ ਗਈ ਹੈ। ਉਸ ਆਪਣੀ ਸਾਰੀ ਸੋਚ ਸ਼ਕਤੀ ਤੇ ਜ਼ੋਰ ਪਾ ਕੇ ਯਾਦ ਕੀਤਾ ਕਿ ਖੂਹ ਤੋਂ ਮੁੜਦਿਆਂ ਉਸ ਤੇ ਹਮਲਾ ਕਰਨ ਵਾਲੇ ਸਿੱਖ ਤਾਂ ਨਹੀਂ ਸਨ। ਉਹਨੇ ਦੇਖਿਆ ਸੀ ਕਿ ਇੱਕ ਸਿਰੋਂ ਨੰਗਾ ਸੀ ਤੇ ਜਦ ਆਪਣਾ ਆਪ ਛੁਡਾਉਣ ਲਈ ਉਹ ਹੱਥ ਪੈਰ ਮਾਰੇ ਸਨ ਤਾਂ ਇੱਕ ਵਾਰ ਉਹਦਾ ਹੱਥ ਇੱਕ ਆਦਮੀ ਦੇ ਮੂੰਹ ਤੇ ਵੀ ਵੱਜਾ ਸੀ ਤੇ ਉਹਦਾ ਖਰਵਾ ਚਿਹਰਾ ਦੱਸਦਾ ਸੀ ਕਿ ਦਾੜੀ ਮੁਨਾਈ ਹੋਈ ਹੈ। ਉਹਨੂੰ ਫਿਰ ਇਹ ਵੀ ਯਾਦ ਸੀ ਕਿ ਪਾਲਕੀ 'ਚੋਂ ਜਦੋਂ ਇੱਕ ਵਾਰ ਹੋਸ਼ ਆਉਣ ਤੇ ਝਾਕਿਆ ਸੀ ਤਾਂ ਉਹਨੂੰ ਸਿੱਖ ਕੋਈ ਨਹੀਂ ਸੀ ਦੱਸਿਆ, ਸਗੋਂ ਇਹ ਤਾਂ ਕੋਈ ਮੁਸਲਮਾਨ ਫੌਜੀ ਜਾਪਦਾ ਸੀ। ਉਸ ਫੌਜੀ ਦਾ ਖਿਆਲ ਆਉਂਦਿਆਂ ਇੱਕ ਵਾਰ ਫਿਰ ਉਹਦਾ ਸਾਰਾ ਸਰੀਰ ਕੰਬ ਗਿਆ। ਉਹਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਜੰਗਲ 'ਚ ਕਿਵੇਂ ਪਹੁੰਚੀ ਤੇ ਸਿੱਖ ਉਹਨੂੰ ਕਿਵੇਂ ਤੇ ਕਿੱਥੋਂ ਲਿਆਂਦਾ ਹੈ। ਬਾਹਰੋਂ ਇੱਕ ਸਿੰਘ ਦੀ ਆਵਾਜ਼ ਆਈ ਤੇ ਫਾਤਮਾ ਦੀ ਸੋਚ ਲੜੀ ਟੁੱਟ ਗਈ। ਪੈਰਾਂ ਦੀ ਆਵਾਜ਼ ਵੀ ਨੇੜੇ ਆਉਂਦੀ ਜਾ ਰਹੀ ਸੀ ਜਿਸ ਕਰਕੇ ਫਾਤਮਾ ਸਹਿਮ ਗਈ ਤੇ ਇੱਕ ਨੁੱਕਰੇ ਆਪਣਾ ਸਾਰਾ ਸਰੀਰ ਇਕੱਠਾ ਕਰਕੇ ਬੈਠ ਗਈ। ਸਰਦਾਰ ਬਹਾਦਰ ਸਿੰਘ ਜੋ ਪਾਠ ਕਰਦੇ ਆ ਰਹੇ ਸਨ, ਆਉਂਦਿਆਂ ਉਹਨਾਂ ਗਿੱਲੇ ਕੱਪੜੇ ਕਿੱਲੀ ਨਾਲ ਟੰਗ ਦਿੱਤੇ ਤੇ ਇੱਕ ਪਾਸੇ ਚੌਂਕੜਾ ਮਾਰ ਕੇ ਬੈਠ ਗਏ। ਉਹਨਾਂ ਇੱਕ ਨਜ਼ਰ ਫਾਤਮਾ ਵੱਲ ਮਾਰੀ ਤੇ ਉਹਨੂੰ ਹੱਥ ਦੇ ਇਸ਼ਾਰੇ ਨਾਲ ਸਮਝਾਇਆ ਕਿ ਉਹ ਬੇਸ਼ੱਕ ਖੁੱਲ ਕੇ ਬੈਠ ਜਾਏ। ਝੱਟ ਸਰਦਾਰ ਬਹਾਦਰ ਸਿੰਘ ਦੀਆਂ ਅੱਖਾਂ ਬੰਦ ਹੋ ਗਈਆਂ। ਆਪ ਪਾਠ ਕਰਦੇ ਰਹੇ। ਭਾਵੇਂ ਆਪ ਕਾਫੀ ਹੌਲੀ ਆਵਾਜ਼ 'ਚ ਪਾਠ ਕਰ ਰਹੇ ਸਨ, ਫਿਰ ਵੀ ਉਸ ਝੁੱਗੀ 'ਚ ਬੈਠਾ ਆਦਮੀ ਆਸਾਨੀ ਨਾਲ ਸੁਣ ਸਕਦਾ ਸੀ। ਫਾਤਮਾ ਨੇ ਅੱਜ ਤੱਕ ਕਿਸੇ ਸਿੱਖ ਨੂੰ ਪਾਠ ਕਰਦਿਆਂ ਨਹੀਂ ਸੀ ਸੁਣਿਆ ਤੇ ਨਾ ਹੀ ਉਹਨੂੰ ਪਤਾ ਸੀ ਕਿ ਸਿੱਖ ਕਿਵੇਂ ਤੇ ਕਿਸ ਭਾਸ਼ਾ 'ਚ ਪਰਮਾਤਮਾ ਨੂੰ ਯਾਦ ਕਰਦੇ ਆ। ਸਰਦਾਰ ਬਹਾਦਰ ਸਿੰਘ ਦੀ ਇਹ ਤੁਕ ਉਹਨੂੰ ਬੜੀ ਸਪਸ਼ਟ ਸੁਣਾਈ ਦਿੱਤੀ। ਭਰੀਏ ਮਤ ਪਾਪਾਂ ਕੇ ਸੰਗ ਉਹ ਧੁੱਪੈ ਪਾਣੀ ਕੇ ਰੰਗ ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਲਈਏ ਉਹ ਧੋਏ। ਉਹ ਇਹਨਾਂ ਸਤਰਾਂ ਨੂੰ ਚੰਗੀ ਤਰ੍ਹਾਂ ਸਮਝ ਗਈ ਤੇ ਹੋਰ ਧਿਆਨ ਨਾਲ ਸੁਣਨ ਲੱਗ ਪਈ। ਸਰਦਾਰ ਬਹਾਦਰ ਸਿੰਘ ਨੇ ਨਿਤਨੇਮ ਪੂਰਾ ਕੀਤਾ ਤੇ ਫਿਰ ਖੜੇ ਹੋ ਕੇ ਅਰਦਾਸ ਕੀਤੀ, ਜਿਸ 'ਚ ਅਖੀਰ ਤੇ ਕਿਹਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਫਾਤਮਾ ਤੇ ਬੜਾ ਅਸਰ ਹੋਇਆ। ਉਹ ਹੈਰਾਨ ਸੀ ਕਿ ਕਿਸ ਤਰ੍ਹਾਂ ਦੇ ਇਨਸਾਨ ਹਨ। ਇਹਨਾਂ ਨਾਲ ਮੁਸਲਮਾਨਾਂ ਤੇ ਸਰਕਾਰਾਂ ਦਾ ਵੈਰ ਹੈ। ਇਹਨਾਂ ਨੂੰ ਘਰਾਂ 'ਚ ਰਹਿਣ ਨਹੀਂ ਦਿੱਤਾ ਗਿਆ, ਪਰ ਇਹ ਰੱਬ ਅੱਗੇ ਅਰਦਾਸ ਕਰ ਰਹੇ ਹਨ ਕਿ ਉਹ ਸਾਰਿਆਂ ਦਾ ਭਲਾ ਕਰੇ। ਉਹਨੇ ਸੋਚਿਆ ਦੁਨੀਆ 'ਚ ਹੋਰ ਇਸ ਤਰ੍ਹਾਂ ਦਾ ਕੋਈ ਨਹੀਂ ਹੋ ਸਕਦਾ ਜੋ ਦੁਸ਼ਮਣਾਂ ਤੇ ਮਿੱਤਰਾਂ ਸਭ ਦਾ ਇੱਕੋ ਜਿਹਾ ਭਲਾ ਚਾਹੇ। ਸਰਦਾਰ ਬਹਾਦਰ ਸਿੰਘ ਜਦ ਪਾਠ ਕਰਕੇ ਵਿਹਲੇ ਹੋਏ ਤਾਂ ਉਹਨਾਂ ਫਾਤਮਾ ਵੱਲ ਮੂੰਹ ਮੋੜਿਆ ਤੇ ਕਿਹਾ, ਬੀਬੀ ਤੂੰ ਇੰਨੀ ਸਹਿਮੀ ਹੋਈ ਕਿਉਂ ਹੈ? ਤੈਨੂੰ ਖਾਲਸੇ ਦੇ ਡੇਰੇ ਤੇ ਕੋਈ ਡਰ ਨਹੀਂ? ਘਬਰਾ ਨਾ, ਇੱਥੇ ਕੋਈ ਤੇਰੀ ਵਾਹ ਵੱਲ ਵੀ ਨਹੀਂ ਵੇਖ ਸਕਦਾ। ਨਹੀਂ ਜੀ, ਫਾਤਮਾ ਦੇ ਮੂੰਹੋਂ ਮੱਸਾ ਨਿਕਲਿਆ, ਪਰ ਇਹਦੇ ਨਾਲ ਹੀ ਉਹਨੂੰ ਪਤਾ ਨਹੀਂ ਕੀ ਖਿਆਲ ਆਇਆ ਕਿ ਰੋਣ ਲੱਗ ਪਈ। ਉਹ ਸਿਰ ਗੋਡਿਆਂ 'ਚ ਦੇ ਲਿਆ ਤੇ ਦਿਲ ਹੌਲਾ ਕਰਨ ਲੱਗ ਪਈ। ਮੈਂ ਜੋ ਕਿਹਾ ਹੈ ਤੈਨੂੰ ਇੱਥੇ ਕੋਈ ਖਤਰਾ ਨਹੀਂ, ਵਿਸ਼ਵਾਸ ਨਹੀਂ ਆਇਆ? ਹੁਣ ਜ਼ਾਲਮ ਜਰਵਾਣਿਆਂ ਦੇ ਕਬਜ਼ੇ 'ਚ ਨਹੀਂ, ਸਗੋਂ ਖਾਲਸੇ ਦੇ ਡੇਰੇ ਤੇ ਹੈ। ਅਸੀਂ ਤੈਨੂੰ ਛੇਤੀ ਘਰ ਪਹੁੰਚਾ ਦਿਆਂਗੇ। ਸੱਚ? ਫਾਤਮਾ ਨੇ ਗੋਡਿਆਂ 'ਚੋਂ ਸਿਰ ਚੁੱਕਿਆ ਤੇ ਚੁੰਨੀ ਨਾਲ ਅੱਖਾਂ ਪੂੰਝਦਿਆਂ ਕਿਹਾ। ਉਹਦੇ ਚਿਹਰੇ ਦੀ ਪਿਲਕਤਣ ਕੁਝ ਘਟ ਗਈ ਤੇ ਉਹ ਜਾਪਿਆ ਜਿਵੇਂ ਬੁਝਦੀ ਆਸ ਦਾ ਦੀਵਾ ਫੇਰ ਜਗਣ ਲੱਗ ਪਿਆ ਹੋਵੇ।
ਉਸ ਪੁੱਛਿਆ ਤੇ ਮੈਨੂੰ ਘਰ ਪਹੁੰਚਾ ਦਿਓਗੇ? ਮੈਂ ਤੁਹਾਡਾ ਅਹਿਸਾਨ ਕਦੇ ਨਹੀਂ ਭੁੱਲਾਂਗੀ। ਤੇਰਾ ਪਿੰਡ ਕਿਹੜਾ ਹੈ? ਸਰਦਾਰ ਬਹਾਦਰ ਸਿੰਘ ਨੇ ਪੁੱਛਿਆ। ਤੈਨੂੰ ਉਹ ਜ਼ਾਲਮ ਲਿਆਏ ਕਿੱਥੋਂ ਸਨ? ਫਾਤਮਾ ਸੋਚਾਂ 'ਚ ਪੈ ਗਈ। ਉਹਨੂੰ ਯਾਦ ਆ ਗਿਆ ਕਿ ਕਾਦਰ ਬਖਸ਼ ਨੇ ਦੱਸਿਆ ਸੀ ਕਿ ਚਾਚਾ ਜੀ ਦੇ ਨਾਮ ਤੋਂ ਸਿੱਖਾਂ ਨੂੰ ਬੜੀ ਨਫ਼ਰਤ ਹੈ ਕਿਉਂਕਿ ਇਹਨਾਂ ਕਿਸੇ ਚੰਗੇ ਸਿੱਖ ਨੂੰ ਮਾਰਿਆ ਸੀ, ਤੇ ਹੁਣ ਜੇ ਇੱਥੇ ਇਹ ਦੱਸਿਆ ਮੈਂ ਜਾਫਰ ਬੇਗ ਦੀ ਭਤੀਜੀਆਂ ਤਾਂ ਇਹਨਾਂ ਛੱਡਣਾ ਨਹੀਂ। ਪਰ ਨਾਲ ਹੀ ਇਹ ਖਿਆਲ ਆਇਆ ਕਿ ਕਾਦਰ ਬਖਸ਼ ਨੂੰ ਵੀ ਤਾਂ ਛੱਡ ਦਿੱਤਾ ਸੀ, ਇਸ ਲਈ ਮੈਨੂੰ ਕਿਉਂ ਨਾ ਛੱਡਣਗੇ। ਇਹ ਸੋਚ ਕੇ ਉਸ ਕਿਹਾ, ਮੈਂ ਜਾਫਰ ਬੇਗ ਪੱਟੀ ਦੇ ਫੌਜਦਾਰ ਦੀ ਭਤੀਜੀ ਹਾਂ। ਹੈ, ਤੂੰ ਜਾਫਰ ਬੇਗ ਦੀ ਭਤੀਜੀ? ਸਰਦਾਰ ਬਹਾਦਰ ਸਿੰਘ ਨੇ ਬੜੀ ਹੈਰਾਨੀ ਨਾਲ ਕਿਹਾ। ਹੱਦ ਹੋ ਗਈ, ਜਿਹੜਾ ਵੀ ਸਾਡੇ ਕਾਬੂ ਆਉਂਦਾ ਉਹੀ ਆਪਣੇ ਆਪ ਨੂੰ ਜਾਫਰ ਬੇਗ ਦਾ ਭਤੀਜੀ ਕਹਿੰਦਾ। ਤੁਹਾਨੂੰ ਇਤਬਾਰ ਨਹੀਂ ਆਇਆ ਕਿ ਮੈਂ ਜਾਫਰ ਬੇਗ ਦੀ ਭਤੀਜੀ ਹਾਂ? ਅੱਗੇ ਤੁਹਾਡੇ ਕੋਲ ਕੌਣ ਆਇਆ ਸੀ? ਉਸ ਉਤਸੁਕਤਾ ਨਾਲ ਪੁੱਛਿਆ। ਸੀ ਕਿ ਗੱਭਰੂ ਜਿਹਾ ਮੁੰਡਾ, ਕੀ ਨਾਂ ਸੀ ਉਹਦਾ? ਸ਼ਾਇਦ ਕਾਦਰ ਬਖਸ਼ ਦੱਸਿਆ ਸੀ। ਹਾਂ, ਉਹ ਮੇਰਾ ਭਰਾ ਸੀ। ਪਰ ਉਹ ਤੁਹਾਡੇ ਕੋਲ ਕਿਵੇਂ ਆ ਗਿਆ? ਉਹ ਤਾਂ ਕਹਿੰਦਾ ਸੀ ਤਰਨ ਤਾਰਨ ਦੇ ਪਰਲੇ ਪਾਰ ਦੇ ਜੰਗਲਾਂ 'ਚ ਸਿੱਖਾਂ ਕਾਬੂ ਕੀਤਾ ਸੀ। ਠੀਕ ਉਦੋਂ ਅਸੀਂ ਤਰਨ ਤਾਰਨ ਦੇ ਨੇੜੇ ਦੇ ਜੰਗਲਾਂ 'ਚ ਹੀ ਸਾਂ। ਹੁਣ ਪਤਾ ਲੱਗਾ ਕਿ ਤੂੰ ਵੀ ਜਾਫਰ ਬੇਗ ਦੀ ਭਤੀਜੀ ਹੈ। ਪਰ ਤੈਨੂੰ ਤਾਂ ਸ਼ਾਹੀ ਫੌਜਾਂ ਲਈ ਜਾਂਦੀਆਂ ਸੀ, ਇਹ ਕੀ ਗੱਲ ਹੋਈ? ਇਹਨਾਂ ਸ਼ਾਹੀ ਫੌਜਾਂ ਤੋਂ ਤੁਹਾਡੀਆਂ ਹਾਕਮਾਂ ਦੀਆਂ ਇੱਜ਼ਤਾਂ ਵੀ ਨਹੀਂ ਬਚੀਆਂ, ਹੋਰ ਲੋਕਾਂ ਵਿਚਾਰਿਆਂ ਦਾ ਕੀ ਕਹਿਣਾ ਹੋਇਆ? ਮੈਂ ਹੈਰਾਨ ਆ ਕਿ ਇਹ ਸ਼ਾਹੀ ਫੌਜ ਤੈਨੂੰ ਲੈ ਕਿਵੇਂ ਗਈ? ਜਫਰ ਬੇਗ ਨੇ ਮੁਕਾਬਲਾ ਨਹੀਂ ਕੀਤਾ? ਨਹੀਂ, ਇਹ ਗੱਲ ਨਹੀਂ, ਚਾਚਾ ਜੀ ਵਿਚਾਰਿਆਂ ਨੂੰ ਤਾਂ ਪਤਾ ਹੀ ਨਹੀਂ। ਅਸਲ 'ਚ ਮੈਂ ਬਾਹਰ ਖੇਤਾਂ ਵੱਲ ਨਿਕਲ ਗਈ ਸੀ ਤੇ ਕਾਫੀ ਹਨੇਰੇ ਪਏ ਘਰ ਜਾ ਰਹੀ ਸੀ ਜਦੋਂ ਰਾਤ 'ਚ ਮੇਰੇ ਤੇ ਹਮਲਾ ਹੋ ਗਿਆ। ਮੈਂ ਘਬਰਾ ਗਈ ਤੇ ਇਸ ਘਬਰਾਹਟ 'ਚ ਗਸ਼ ਪੈ ਗਈ। ਫਿਰ ਮੈਨੂੰ ਪਤਾ ਨਹੀਂ ਕੀ ਹੋਇਆ। ਅੱਛਾ, ਤੈਨੂੰ ਕੋਈ ਸੁੱਧ ਨਹੀਂ ਜਦੋਂ ਅਸੀਂ ਤੈਨੂੰ ਇੱਥੇ ਲਿਆਏ ਆ? ਬਹਾਦਰ ਸਿੰਘ ਨੇ ਪੁੱਛਿਆ। ਨਹੀਂ, ਹੱਦ ਹੋ ਗਈ, ਇੰਨੀ ਘਬਰਾਹਟ ਤੇ ਇੰਨੀ ਬੇਹੋਸ਼ੀ। ਅਚਨਚੇਤ ਪਰਲੋ ਆ ਜਾਏ ਤੇ ਇਸੇ ਤਰ੍ਹਾਂ ਹੁੰਦਾ ਹੈ। ਫਾਤਮਾ ਨੇ ਕਿਹਾ। ਤੁਸੀਂ ਮੈਨੂੰ ਕਿੱਥੋਂ ਲਿਆਂਦਾ ਹੈ? ਜੰਗਲ ਦੇ ਬਾਹਰ ਇੱਕ ਟਿੱਬਾ ਹੈ, ਇਸ ਤੇ ਆ ਕੇ ਉਹਨਾਂ ਡੇਰਾ ਲਾਇਆ ਸੀ। ਤੇਰੀਆਂ ਚੀਕਾਂ ਤੇ ਉਹਨਾਂ ਦੀਆਂ ਬਾਲੀਆਂ ਮਸ਼ਾਲਾਂ ਨੇ ਸਾਨੂੰ ਸ਼ੱਕ ਪਾਇਆ ਕਿ ਇੱਧਰ ਕੁਝ ਜ਼ਰੂਰ ਦਾਲ 'ਚ ਕਾਲਾ ਕਾਲਾ ਹੈ। ਅਸੀਂ ਝੱਟ ਪਤਾ ਕੀਤਾ ਤੇ ਇਤਲਾਹ ਮਿਲੀ ਕਿ ਸਰਕਾਰੀ ਫੌਜੀ ਕਿਸੇ ਜਨਾਨੀ ਨੂੰ ਦਿੱਲੀ ਲਈ ਜਾ ਰਹੇ ਨੇ। ਇਸ ਤੇ ਹਮਲਾ ਕਰਕੇ ਅਸੀਂ ਉਹਨਾਂ ਦੇ ਸੰਭਲਣ ਤੋਂ ਪਹਿਲਾਂ ਹੀ ਸਭ ਨੂੰ ਕਾਬੂ ਕਰ ਲਿਆ। ਹੈ, ਮੈਨੂੰ ਦਿੱਲੀ ਲੈ ਕੇ ਜਾ ਰਹੇ ਸੀ? ਫਾਤਮਾ ਨੇ ਕਿਹਾ। ਇਸ ਵੇਲੇ ਮੈਂ ਪੱਟੀ ਤੋਂ ਕਿੰਨੀ ਦੂਰ ਹਾਂ? ਇਹ ਕਿਹੜੀ ਥਾਂ? ਇਹ ਮੈਂ ਨਹੀਂ ਦੱਸ ਸਕਦਾ, ਸਰਦਾਰ ਬਹਾਦਰ ਸਿੰਘ ਨੇ ਕਿਹਾ। ਕੇਵਲ ਇਹੀ ਕਹਿ ਸਕਦਾ ਕਿ ਪੱਟੀ ਤੋਂ ਕਾਫੀ ਦੂਰ ਹੈ। ਦਿੱਲੀ ਨੇੜੇ ਨਹੀਂ, ਰਾਹ 'ਚ। ਤੇ ਤੂੰ ਇਹ ਪੁੱਛ ਕੇ ਕੀ ਲੈਣਾ? ਸਰਦਾਰ ਬਹਾਦਰ ਸਿੰਘ ਨੇ ਕਿਹਾ। ਅਸੀਂ ਹੋਰ ਹੀ ਗੱਲਾਂ 'ਚ ਲੱਗ ਪਏ ਤੇ ਮੈਂ ਤੈਨੂੰ ਖਾਣ ਪੀਣ ਬਾਰੇ ਵੀ ਕੁਝ ਨਹੀਂ ਪੁੱਛਿਆ। ਮੈਂ ਕੁਝ ਨਹੀਂ ਖਾਣਾ, ਫਾਤਮਾ ਨੇ ਕਿਹਾ ਤੇ ਸੋਚਾਂ 'ਚ ਡੁੱਬ ਗਈ। ਉਹਦਾ ਸੁਭਾਅ ਸੀ ਉਹ ਜਦ ਤੱਕ ਉੱਠ ਕੇ ਸਵੇਰ ਦੀ ਨਮਾਜ਼ ਨਾ ਪੜ੍ਹ ਲੈਂਦੀ ਉਸ ਸਮੇਂ ਤੱਕ ਉਹ ਕੁਝ ਵੀ ਮੂੰਹ ਨੂੰ ਨਹੀਂ ਸੀ ਲਾਉਂਦੀ। ਹੁਣ ਵੀ ਉਹ ਚਾਹੁੰਦੀ ਸੀ ਨਮਾਜ਼ ਪੜ੍ਹੇ, ਪਰ ਉਹਨੂੰ ਡਰ ਲੱਗ ਰਿਹਾ ਸੀ ਵੀ ਸਿੱਖਾਂ ਦੇ ਡੇਰੇ ਤੇ ਜੇ ਨਮਾਜ਼ ਦਾ ਨਾਮ ਲਿਆ ਤਾਂ ਕਿਧਰੇ ਹੋਰ ਹੀ ਮੁਸੀਬਤ ਨਾ ਆ ਜਾਏ। ਪਰ ਫਿਰ ਜਦੋਂ ਉਹਦਾ ਧਿਆਨ ਸਰਦਾਰ ਬਹਾਦਰ ਸਿੰਘ ਦੀ ਅਰਦਾਸ ਦੇ ਸ਼ਬਦਾਂ ਵੱਲ ਗਿਆ ਤਾਂ ਉਹਦੇ ਮਨ ਨੇ ਕਿਹਾ ਕਿ ਸਾਰਿਆਂ ਦਾ ਭਲਾ ਚਾਹੁਣ ਵਾਲੇ ਇੰਨੇ ਤੰਗ ਦਿਲ ਨਹੀਂ ਹੋਣੇ ਚਾਹੀਦੇ ਕਿ ਉਹ ਨਮਾਜ਼ ਵੀ ਨਾ ਪੜ੍ਹਨ ਦੇਣ। ਪਰ ਫਿਰ ਉਹਨੂੰ ਖਿਆਲ ਆਇਆ ਕਿ ਕੌਣ ਕਿਸੇ ਨੂੰ ਉਹ ਧਾਰਮਿਕ ਰੀਤੀਆਂ ਕਰਨ ਦਿੰਦਾ ਜਿਨ੍ਹਾਂ 'ਚ ਉਹ ਆਪ ਭਰੋਸਾ ਨਹੀਂ ਰੱਖਦਾ। ਇਸ ਜਕੋ ਤਕੋ 'ਚ ਸੀ ਕਿ ਸਰਦਾਰ ਬਹਾਦਰ ਸਿੰਘ ਨੇ ਫਿਰ ਬੁਲਾ ਕੇ ਕਿਹਾ, ਕੀ ਸੋਚਣ ਲੱਗ ਪਈ ਹੈ? ਸਿੱਖਾਂ ਦੇ ਹੱਥਾਂ ਦੀ ਬਣੀ ਨਹੀਂ ਖਾਣੀ ਤਾਂ ਸੁੱਕੀਆਂ ਚੀਜ਼ਾਂ ਦੇ ਦਿੰਦੇ ਆ, ਇਹ ਗੱਲ ਨਹੀਂ। ਹੋਰ ਕੀ ਹੈ? ਕੁਝ ਨਹੀਂ। ਕੁਝ ਤਾਂ ਹੈ। ਮੈਂ ਪਹਿਲਾਂ ਨਮਾਜ਼ ਪੜ੍ਹਨ ਦੀ ਆਦੀ ਹਾਂ, ਇਸੇ ਲਈ ਅੱਗੋਂ ਬੋਲ ਨਾ ਸਕੀ ਤੇ ਰੁਕ ਗਈ। ਮੈਂ ਸਮਝ ਗਿਆ, ਤੁਸੀਂ ਨਮਾਜ਼ ਪੜ੍ਹਨਾ ਚਾਹੁੰਦੇ ਹੋ ਤਾਂ ਜੀ ਸਦਕੇ, ਇਹਦੇ 'ਚ ਸੰਗਣ ਵਾਲੀ ਕਿਹੜੀ ਗੱਲ ਹੈ? ਸਰਦਾਰ ਬਹਾਦਰ ਸਿੰਘ ਨੇ ਕਿਹਾ ਤੇ ਉੱਠ ਕੇ ਬਾਹਰ ਚਲਾ ਗਿਆ। ਫਾਤਮਾ ਦੇ ਦਿਲ 'ਚ ਸਿੱਖਾਂ ਲਈ ਪਹਿਲਾਂ ਹੀ ਨਫ਼ਰਤ ਕੋਈ ਨਹੀਂ ਸੀ, ਪਰ ਹੁਣ ਉਹਨਾਂ ਦੀ ਖੁੱਲ੍ਹ ਦਿਲੀ ਵਰਤਾਅ ਤੇ ਬਾਣੀ ਸੁਣ ਕੇ ਉਹਦੇ ਮਨ 'ਚ ਹੋਰ ਸਤਿਕਾਰ ਵੱਧ ਗਿਆ। ਉਹਦਾ ਮਨ ਕਹਿੰਦਾ ਕਿ ਸਿੱਖਾਂ ਬਾਰੇ ਐਵੇਂ ਝੂਠਾ ਪ੍ਰਚਾਰ ਕੀਤਾ ਜਾਂਦਾ ਹੈ ਵੀ ਇਹ ਡਾਕੂ ਹੈ, ਲੁਟੇਰੇ ਹੈ। ਇਹ ਅਸਲ ਮਨੁੱਖ ਨੇ, ਇਸੇ ਲਈ ਸਰਕਾਰ ਇਹਨਾਂ ਦੇ ਮਗਰ ਪਈ ਹੋਈ ਹੈ। ਸਰਦਾਰ ਬਹਾਦਰ ਸਿੰਘ ਪਾਣੀ ਦੀ ਇੱਕ ਝੱਜਰੀ ਚੁੱਕ ਲਿਆਇਆ ਤੇ ਫਾਤਮਾ ਦੇ ਨੇੜੇ ਰੱਖ ਕੇ ਕਿਹਾ, ਲਓ ਨਮਾਜ਼ ਪੜ੍ਹ ਲਓ ਤੇ ਮੈਂ ਤੁਹਾਡੇ ਖਾਣ ਪੀਣ ਦਾ ਪ੍ਰਬੰਧ ਕਰ ਦਿਆਂ। ਫਾਤਮਾ ਨੇ ਨਮਾਜ਼ ਪੜ੍ਹੀ। ਇਸ ਨਾਲ ਉਹਦੇ ਮਨ ਨੂੰ ਹੋਰ ਸ਼ਾਂਤੀ ਆਈ ਤੇ ਹੁਣ ਮੂੰਹ ਹੱਥ ਧੋ ਲੈਣ ਨਾਲ ਆਪਣੇ ਆਪ ਨੂੰ ਹਲਕੀ ਫੁੱਲ ਮਹਿਸੂਸ ਕਰਨ ਲੱਗ ਪਈ। ਸਰਦਾਰ ਬਹਾਦਰ ਸਿੰਘ ਨੇ ਮੱਕੀ ਦੀਆਂ ਮੋਟੀਆਂ-ਮੋਟੀਆਂ ਰੋਟੀਆਂ ਤੇ ਅਚਾਰ ਲੈ ਆਂਦਾ। ਫਾਤਮਾ ਨੂੰ ਇਸ ਰੁੱਖੀ ਰੋਟੀ ਦਾ ਵੀ ਉਹ ਸਵਾਦ ਆਇਆ ਜੋ ਸ਼ਾਇਦ ਘੱਟ ਵੱਧ ਹੀ ਚੰਗੀਆਂ ਚੀਜ਼ਾਂ ਦਾ ਆਇਆ ਹੋਵੇ। ਫਾਤਮਾ ਨੇ ਰੋਟੀ ਖਾ ਲਈ। ਸਰਦਾਰ ਬਹਾਦਰ ਸਿੰਘ ਨੇ ਫਿਰ ਪੁੱਛਿਆ, ਭਰਾ ਨੇ ਜਾ ਕੇ ਸਾਡੇ ਬਾਰੇ ਕੀ ਦੱਸਿਆ? ਬਹੁਤ ਕੁਝ, ਫਾਤਮਾ ਨੇ ਮੁਸਕਰਾ ਕੇ ਕਿਹਾ। ਹੁਣ ਉਹਦੀ ਹਾਲਤ ਬਿਲਕੁਲ ਬਦਲੀ ਹੋਈ ਸੀ। ਚਿਹਰਾ ਪੂਰੀ ਤਰ੍ਹਾਂ ਨਿੱਖਰ ਆਇਆ ਸੀ। ਦਾਨਿਆਂ ਵਾਲੇ ਚਿੰਨ੍ਹ ਉਘੜ ਆਏ ਸਨ। ਰੋ ਰੋ ਕੇ ਤੇ ਘਬਰਾਹਟ ਨਾਲ ਤਾਂ ਉਹ ਬਿਲਕੁਲ ਹੀ ਹੋਰ ਤਰ੍ਹਾਂ ਲੱਗਦੀ ਸੀ।
ਕੀ ਦੱਸਿਆ ਸੀ ਉਸ? ਸਰਦਾਰ ਬਹਾਦਰ ਸਿੰਘ ਨੇ ਫਿਰ ਦੁਹਰਾਇਆ। ਮੈਂ ਦੱਸ ਨਹੀਂ ਸਕਦੀ, ਫਾਤਮਾ ਨੇ ਨੀਵੀਂ ਪਾ ਲਈ ਤੇ ਹੌਲੀ ਜੀ ਕਿਹਾ। ਕਿਉਂ? ਬਹੁਤ ਮਾੜੀਆਂ ਗੱਲਾਂ ਕਹੀਆਂ ਸੀ? ਸਰਦਾਰ ਬਹਾਦਰ ਸਿੰਘ ਨੇ ਹੋਠਾਂ 'ਚ ਨਿੱਕੀ ਜਿਹੀ ਮੁਸਕਰਾਹਟ ਲਿਆਉਂਦਿਆਂ ਕਿਹਾ। ਨਹੀਂ, ਬਹੁਤ ਚੰਗੀਆਂ ਗੱਲਾਂ ਕਹੀਆਂ ਸੀ, ਫਾਤਮਾ ਨੇ ਕਿਹਾ। ਤੂੰ ਝੂਠ ਮਾਰ ਰਹੀ ਹੈ, ਜੇ ਚੰਗੀਆਂ ਗੱਲਾਂ ਕਹਿੰਦਾ ਤਾਂ ਤੂੰ ਝੱਟ ਦੱਸ ਦਿੰਦੀ। ਸਰਦਾਰ ਬਹਾਦਰ ਸਿੰਘ ਨੇ ਕਿਹਾ। ਨਹੀਂ, ਇਹ ਗੱਲ ਨਹੀਂ, ਮੈਨੂੰ ਤੁਹਾਡੇ ਮੂੰਹ ਤੇ ਤਾਰੀਫ ਕਰਦਿਆਂ ਸ਼ਰਮ ਆਉਂਦੀ ਹੈ। ਅੱਛਾ, ਇਹ ਗੱਲ ਹੈ, ਤੇ ਅਸੀਂ ਪੁੱਛਦੇ ਹੀ ਨਹੀਂ, ਸਰਦਾਰ ਬਹਾਦਰ ਸਿੰਘ ਨੇ ਹੱਸਦਿਆਂ ਕਿਹਾ। ਤੁਹਾਡੇ ਭਰਾ ਨੂੰ ਅਸਾਂ ਇੱਕ ਹੋਰ ਜਥੇ ਦੇ ਹਵਾਲੇ ਕਰ ਦਿੱਤਾ ਸੀ। ਉਹਨਾਂ ਤਾਂ ਕੁਝ ਨਹੀਂ ਕਿਹਾ। ਨਹੀਂ, ਉਹਨਾਂ ਸਿਰਫ ਇੱਕ ਦੋ ਇਕਰਾਰ ਲਏ ਸਨ ਤੇ ਛੱਡ ਦਿੱਤਾ ਸੀ। ਕੀ ਇਕਰਾਰ ਲਏ? ਸਰਦਾਰ ਬਹਾਦਰ ਸਿੰਘ ਨੇ ਪੁੱਛਿਆ। ਇੱਕ ਤਾਂ ਇਹ ਸੀ ਕਿ ਉਹ ਸਿੱਖਾਂ ਵਿਰੁੱਧ ਕੋਈ ਲੜਾਈ ਨਹੀਂ ਲੜੇਗਾ। ਦੂਜਾ, ਸਾਡੇ ਚਾਚਾ ਜੀ ਨੇ ਇੱਕ ਬਾਣੀਏ ਦੀ ਕੁੜੀ ਲਿਆਂਦੀ ਸੀ, ਉਹਨੂੰ ਘਰ ਪਹੁੰਚਾਏਗਾ। ਬਹੁਤ ਅੱਛਾ, ਸਰਦਾਰ ਬਹਾਦਰ ਸਿੰਘ ਨੇ ਬੜਾ ਖੁਸ਼ ਹੋ ਕੇ ਕਿਹਾ। ਤੇ ਉਹਨੂੰ ਆਸ ਸੀ ਕਿ ਸਰਦਾਰ ਸ਼ੇਰ ਸਿੰਘ ਨੇ ਉਹਦੇ ਹੱਥੋਂ ਅੰਮ੍ਰਿਤਪਾਨ ਕੀਤਾ ਤੇ ਉਹਦੀ ਅਗਵਾਈ ਵਿੱਚ ਹੀ ਸਿੱਖਿਆ ਲਈਏ। ਆਪਣੇ ਇੱਕ ਸਾਥੀ ਦੀ ਦੂਰ ਅੰਦੇਸ਼ੀ ਤੇ ਉੱਚ ਆਚਰਣ ਤੇ ਉਹਨੂੰ ਬੜੀ ਪ੍ਰਸੰਨਤਾ ਹੋਈ। ਫਿਰ ਤੇਰਾ ਭਰਾ ਇਕਰਾਰ ਤੇ ਕਾਇਮ ਹੈ ਕਿ ਨਹੀਂ? ਬਹਾਦਰ ਸਿੰਘ ਨੇ ਪੁੱਛਿਆ ਤੇ ਫਾਤਮਾ ਦੇ ਚਿਹਰੇ ਵੱਲ ਧਿਆਨ ਨਾਲ ਵੇਖਣ ਲੱਗ ਪਿਆ, ਜਿਵੇਂ ਉਹਦੇ ਚਿਹਰੇ ਤੋਂ ਅੰਦਰ ਹੀ ਅਸਲ ਗੱਲ ਪੜਨ ਦਾ ਯਤਨ ਕਰ ਰਿਹਾ ਹੋਵੇ। ਫਾਤਮਾ ਵੀ ਉਹਦੀ ਇਸ ਅਵਸਥਾ ਨੂੰ ਭਾਂਪ ਗਈ। ਉਸ ਕਿਹਾ, ਸਿੱਖਾਂ ਨਾਲ ਕਿਸੇ ਲੜਾਈ ਦਾ ਅਜੇ ਹੀ ਵੇਲਾ ਨਹੀਂ ਆਇਆ, ਇਸ ਲਈ ਇਸ ਬਾਰੇ ਤਾਂ ਉਦੋਂ ਹੀ ਕਿਹਾ ਜਾ ਸਕਦਾ ਜਦੋਂ ਕੋਈ ਸਾਕਾ ਬਣੇ ਤੇ ਫਿਰ ਉਹ ਲੜੇ ਜਾਂ ਨਾ ਲੜੇ। ਬਾਕੀ ਰਿਹਾ ਜੀਤੋ ਦਾ ਮਾਮਲਾ, ਉਸ ਬਾਰੇ ਕਾਦਰ ਬਖਸ਼ ਬੜਾ ਉਤਾਵਲਾ ਹੈ। ਉਹ ਚਾਹੁੰਦਾ ਹੈ ਕਿ ਝਟਪਟ ਉਹਨੂੰ ਪਿੰਡ ਪਹੁੰਚਾ ਦੇਵੇ। ਕੁੜੀ ਦਾ ਨਾਂ ਜੀਤੋ ਹੈ? ਜੀ ਹਾਂ। ਕਿਧਰੇ ਉਹ ਕੁੜੀ ਤਾਂ ਨਹੀਂ ਜੋ ਵਿਆਹ ਦੇ ਮੰਡਪ ਤੋਂ ਚੁੱਕੀ ਗਈ ਸੀ? ਸਰਦਾਰ ਬਹਾਦਰ ਸਿੰਘ ਨੇ ਪੁੱਛਿਆ। ਉਹਨੂੰ ਯਾਦ ਆ ਗਿਆ ਕਿ ਸ਼ੇਰ ਸਿੰਘ ਨੇ ਦੱਸਿਆ ਸੀ ਕਿ ਜਾਫਰ ਬੇਗ ਉਹਦੀ ਵਹੁਟੀ ਨੂੰ ਵਿਆਹ ਸਮੇਂ ਮੰਡਪ ਤੋਂ ਹੀ ਚੁਕਾ ਕੇ ਲੈ ਗਿਆ। ਤੁਸੀਂ ਉਹਨੂੰ ਜਾਣਦੇ ਹੋ? ਉਹੀ ਕੁੜੀ ਜੀਤੋ ਹੈ, ਫਾਤਮਾ ਨੇ ਕਿਹਾ। ਬੜੀ ਚੰਗੀ ਕੁੜੀ ਹੈ, ਮੈਨੂੰ ਤਾਂ ਉਹਨੇ ਭੈਣ ਕਹਿ ਕੇ ਹੀ ਮੋਹ ਲਿਆ ਸੀ ਤੇ ਮੈਂ ਉਹਨੂੰ ਜਾਣਦਾ ਵੀ ਹਾਂ ਤੇ ਨਹੀਂ ਵੀ, ਬਹਾਦਰ ਸਿੰਘ ਨੇ ਕਿਹਾ। ਸ਼ਕਲੋਂ ਨਹੀਂ ਜਾਣਦਾ, ਪਰ ਉਸ ਬਾਰੇ ਸੁਣਿਆ ਹੋਇਆ। ਕਿਸ ਕੋਲੋਂ? ਫਾਤਮਾ ਨੇ ਪੁੱਛਿਆ। ਉਹਦੇ ਪਤੀ ਕੋਲੋਂ। ਫਾਤਮਾ ਨੂੰ ਸ਼ੱਕ ਪੈ ਗਿਆ ਕਿ ਕਿਧਰੇ ਇਹੀ ਤਾਂ ਦਿਆਲਾ ਨਹੀਂ। ਉਸ ਅੱਖ ਪੁੱਟ ਕੇ ਚੰਗੀ ਤਰ੍ਹਾਂ ਸਰਦਾਰ ਬਹਾਦਰ ਸਿੰਘ ਵੱਲ ਤੱਕਿਆ ਤੇ ਫਿਰ ਪੁੱਛੇ ਬਿਨਾਂ ਰਹਿ ਨਾ ਸਕੇ, ਤੁਸੀਂ ਦਿਆਲਾ ਜੇ? ਨਹੀਂ, ਬਹਾਦਰ ਸਿੰਘ ਨੇ ਕਿਹਾ। ਫਾਤਮਾ ਦੀ ਆਸ ਤੇ ਫਿਰ ਪਾਣੀ ਪੈ ਗਿਆ। ਉਹਨੂੰ ਇੱਕ ਵਾਰ ਤਾਂ ਆਪਣਾ ਸਾਰਾ ਦੁੱਖ ਭੁੱਲ ਗਿਆ ਸੀ ਕਿ ਇਸ ਗੱਲ ਦੀ ਬੜੀ ਖੁਸ਼ੀ ਹੋਈ ਸੀ ਕਿ ਕਾਦਰ ਬਖਸ਼ ਦਿਆਲੇ ਨੂੰ ਨਹੀਂ ਲੱਭ ਸਕਿਆ, ਪਰ ਉਸ ਲੱਭ ਲਿਆ। ਸਰਦਾਰ ਬਹਾਦਰ ਸਿੰਘ ਦੀ ਨਾਂ ਤੇ ਉਹਨੂੰ ਇਤਬਾਰ ਨਾ ਆਇਆ ਤੇ ਫਿਰ ਉਸ ਪੁੱਛਿਆ, ਤੁਹਾਡਾ ਨਾਮ ਕੀ ਹੈ? ਬਹਾਦਰ ਸਿੰਘ। ਜੀਤੋ ਦੇ ਪਤੀ ਨੂੰ ਜਾਣਦੇ ਹੋ? ਫਾਤਮਾ ਨੇ ਉਤਾਵਲੇ ਹੋ ਕੇ ਪੁੱਛਿਆ। ਹਾਂ। ਕਿੱਥੇ ਵੇ? ਪੱਟੀ ਨੇੜੇ। ਸਰਦਾਰ ਬਹਾਦਰ ਸਿੰਘ ਨੇ ਕਿਹਾ। ਦਿਆਲਾ ਸਿੰਘ ਸੱਜ ਗਿਆ ਹੈ, ਉਹਦਾ ਨਾਮ ਅੱਜ ਕੱਲ੍ਹ ਸ਼ੇਰ ਸਿੰਘ ਹੈ। ਸ਼ੇਰ ਸਿੰਘ? ਉਹੀ ਸ਼ੇਰ ਸਿੰਘ ਜਿਸ ਕਾਦਰ ਬਖਸ਼ ਨੂੰ ਕੈਦ ਰੱਖਿਆ ਸੀ? ਹਾਂ, ਬਿਲਕੁਲ ਉਹੀ ਸ਼ੇਰ ਸਿੰਘ। ਪਰ ਕਾਦਰ ਬਖਸ਼ ਨੇ ਜਦੋਂ ਉਹਨੂੰ ਪੁੱਛਿਆ ਸੀ ਤਾਂ ਉਹ ਮੁੱਕਰ ਗਿਆ ਸੀ। ਫਾਤਮਾ ਨੇ ਹੈਰਾਨ ਹੋ ਕੇ ਕਿਹਾ। ਨਹੀਂ, ਮੁੱਕਰ ਨਹੀਂ ਗਿਆ, ਉਸ ਟਾਲ ਦਿੱਤਾ। ਅਸਲ 'ਚ ਉਹਨੂੰ ਇਹ ਦੱਸਦਿਆਂ ਸ਼ਰਮ ਆਉਂਦੀ ਹੈ ਕਿ ਉਹਦੀ ਵਹੁਟੀ ਉਹ ਤੋਂ ਖੋਈ ਗਈ ਹੈ। ਉਹ ਇਸ ਵਿੱਚ ਆਪਣੀ ਕਮਜ਼ੋਰੀ ਸਮਝਦਾ। ਉਹ ਸਾਨੂੰ ਵੀ ਕਿੰਨਾ ਚਿਰ ਨਹੀਂ ਦੱਸਿਆ। ਮੈਨੂੰ ਉਹਨਾਂ ਨਾਲ ਮਿਲਾ ਸਕਦੇ ਹੋ? ਫਾਤਮਾ ਨੇ ਤਰਲੇ ਭਰੇ ਢੰਗ ਨਾਲ ਕਿਹਾ। ਜ਼ਰੂਰ ਮਿਲਾ ਸਕਦਾ, ਪਰ ਤੂੰ ਇਹ ਤਾਂ ਦੱਸਿਆ ਨਹੀਂ ਕਿ ਜੀਤੋ ਅੱਜ ਕੱਲ੍ਹ ਕਿੱਥੇ ਵੇ? ਜੀਤੋ ਬਾਹਰ ਸਾਡੇ ਖੂਹ ਤੇ ਹੈ। ਮੈਂ ਉਸੇ ਨੂੰ ਰਾਤੀ ਮਿਲਣ ਗਈ ਸੀ ਤੇ ਮੁੜਦੀ ਹੋਈ ਰਾਖਸ਼ਾਂ ਦੇ ਕਾਬੂ ਆ ਗਈ, ਫਾਤਮਾ ਨੇ ਦੱਸਿਆ। ਸਰਦਾਰ ਬਹਾਦਰ ਸਿੰਘ ਸੋਚੀ ਪੈ ਗਿਆ ਤੇ 2 ਮਿੰਟ ਸੋਚ ਕੇ ਉਸ ਕਿਹਾ, ਜੀਤੋ ਖੂਹ ਤੇ ਹੈ? ਹਾਂ, ਖੂਹ ਤੇ ਹੈ। ਫਾਤਮਾ ਨੇ ਕਿਹਾ, ਤੁਸੀਂ ਬੇਸ਼ੱਕ ਜਾ ਕੇ ਦੇਖ ਲਓ, ਜੇ ਮੇਰੇ ਨਾਲ ਚੱਲੋ ਤਾਂ ਮੈਂ ਜੀਤੋ ਨੂੰ ਮਿਲਾ ਸਕਦੀ ਹਾਂ। ਖੂਹ ਤੇ ਹੋਰ ਕੌਣ ਹੁੰਦਾ ਹੈ? ਸਰਦਾਰ ਬਹਾਦਰ ਨੇ ਪੁੱਛਿਆ। ਕੁਝ ਪਹਿਰੇਦਾਰ ਹੁੰਦੇ ਨੇ, ਫਾਤਮਾ ਨੇ ਦੱਸਿਆ। ਕੋਈ ਗੱਲ ਨਹੀਂ, ਤੁਹਾਨੂੰ ਮਿਲਾਉਣ ਦਾ ਪ੍ਰਬੰਧ ਮੈਂ ਕਰ ਦਿਆਂਗੀ। ਜੇ ਅੱਗੋਂ ਹਮਲਾ ਹੋ ਗਿਆ? ਸਰਦਾਰ ਬਹਾਦਰ ਸਿੰਘ ਨੇ ਮੁਸਕਰਾਉਂਦਿਆਂ ਕਿਹਾ। ਫਿਰ ਕੌਣ ਜ਼ਿੰਮੇਵਾਰ ਹੋਏਗਾ? ਮੇਰੇ ਹੁੰਦਿਆਂ ਕੋਈ ਹਮਲਾ ਨਹੀਂ ਕਰ ਸਕਦਾ। ਮੈਂ ਕਸਮ ਖਾ ਕੇ ਕਹਿੰਦੀ ਹਾਂ, ਜੇ ਹਮਲਾ ਹੋਇਆ ਤਾਂ ਮੈਂ ਤੁਹਾਡੇ ਤੋਂ ਅੱਗੇ ਹੋ ਕੇ ਗੋਲੀ ਖਾਵਾਂਗੀ, ਫਾਤਮਾ ਨੇ ਕਿਹਾ। ਜੇ ਇਤਬਾਰ ਨਹੀਂ ਤਾਂ ਆਪਣੀ ਫੌਜ ਨਾਲ ਲੈ ਚਲੋ ਤੇ ਹਮਲਾ ਕਰਕੇ ਜੀਤੋ ਨੂੰ ਲੈ ਆਓ। ਇਹ ਠੀਕ ਹੈ, ਸਰਦਾਰ ਬਹਾਦਰ ਸਿੰਘ ਨੇ ਕਿਹਾ ਤੇ ਇੱਕ ਸਿੰਘ ਨੂੰ ਆਵਾਜ਼ ਦਿੱਤੀ, ਝਟਪਟ ਤਿਆਰੀ ਕਰੋ, ਅਸੀਂ ਅੱਜ ਕਿਸੇ ਥਾਂ ਹਮਲਾ ਕਰਨ ਜਾਣਾ। ਪਰ ਉਹਨਾਂ ਦਾ ਕੀ ਕਰੀਏ ਜਿਨ੍ਹਾਂ ਨੂੰ ਰਾਤ ਫੜਿਆ ਸੀ? ਇੱਕ ਸਿੰਘ ਨੇ ਕਿਹਾ। ਸਰਦਾਰ ਬਹਾਦਰ ਸਿੰਘ ਨੇ ਜ਼ਰਾ ਕੁ ਸੋਚਿਆ, ਫਿਰ ਕਿਹਾ, ਅੱਛਾ ਬੀਬੀ, ਤੁਸੀਂ ਦੱਸੋ, ਜਿਨ੍ਹਾਂ ਤੁਹਾਨੂੰ ਚੁੱਕ ਕੇ ਲਿਆਂਦਾ ਸੀ ਉਹਨਾਂ ਨੂੰ ਕੀ ਸਜ਼ਾ ਦਿੱਤੀ ਜਾਏ? ਉਹ ਜੇ ਤੁਹਾਡੇ ਕਬਜ਼ੇ 'ਚ ਨੇ? ਫਾਤਮਾ ਨੇ ਹੈਰਾਨ ਹੋ ਕੇ ਪੁੱਛਿਆ। ਹਾਂ, ਉਹ ਤਾਂ ਰਾਤ ਦੇ ਹੀ ਸਾਡੇ ਕਬਜ਼ੇ 'ਚ ਨੇ। ਫਾਤਮਾ ਨੂੰ ਹੁਣ ਨਵੀਂ ਉਲਝਣ ਆ ਪਈ। ਉਹ ਕੀ ਕਹੇ, ਇਹਨਾਂ ਨੂੰ ਮਾਰ ਦਿਓ ਜਾਂ ਛੱਡ ਦਿਓ। ਅਖੀਰ ਉਹਨੇ ਕਿਹਾ, ਜਿਵੇਂ ਠੀਕ ਸਮਝਦੇ ਉਸੇ ਤਰ੍ਹਾਂ ਕਰ ਲਓ, ਮੈਨੂੰ ਕੀ ਪਤਾ। ਨਹੀਂ, ਮੈਂ ਨਹੀਂ ਚਾਹੁੰਦਾ ਕਿ ਇਹਨਾਂ ਦੀ ਸਜ਼ਾ ਮੈਂ ਨਹੀਂ ਚਾਹੁੰਦਾ ਕਿ ਇਹਨਾਂ ਦੀ ਸਜ਼ਾ ਮੈਂ ਦੱਸਾਂ, ਤੁਸੀਂ ਆਪ ਨੀਅਤ ਕਰੋ। ਫਾਤਮਾ ਨੇ ਸੋਚ ਕੇ ਕਿਹਾ, ਇਹਨਾਂ ਨੂੰ ਅਜੇ ਕੈਦ ਹੀ ਰਹਿਣ ਦਿਓ, ਪਹਿਲਾਂ ਜੀਤੋ ਨੂੰ ਲੈ ਆਓ, ਫਿਰ ਸਜ਼ਾ ਦੇ ਦਿਆਂਗੇ। ਇਹ ਸਲਾਹ ਮੰਨੀ ਗਈ। ਸਰਦਾਰ ਬਹਾਦਰ ਸਿੰਘ ਨੇ ਕਿਹਾ ਕਿ ਕੁਝ ਆਦਮੀ ਇੱਥੇ ਡੇਰੇ ਤੇ ਹੀ ਰਹਿਣ, 50 ਕੁ ਸਿੰਘ ਤਿਆਰ ਹੋ ਕੇ ਨਾਲ ਚੱਲੋ।
शाम वेले तक पूरी तैयारी हो गई। दिन डुबदियां ਸਿੰਘ ਘੋੜਿਆਂ ਤੇ ਸਵਾਰ ਹੋ ਪਏ। ਫਾਤਮਾ ਨੂੰ ਇੱਕ ਘੋੜਾ ਦੇ ਦਿੱਤਾ ਗਿਆ ਤੇ ਉਹ ਵੀ ਸਰਦਾਰ ਬਹਾਦਰ ਸਿੰਘ ਦੇ ਨਾਲ ਹੀ ਘੋੜਾ ਭਜਾਉਂਦੀ ਜੰਗਲ ਤੋਂ ਬਾਹਰ ਸੜਕ ਤੇ ਆ ਗਈ। ਅੰਗ 16ਵਾਂ। ਘੋੜਿਆਂ ਤੇ ਸਵਾਰ ਸਰਦਾਰ ਬਹਾਦਰ ਸਿੰਘ ਤੇ ਫਾਤਮਾ ਨਾਲ ਨਾਲ ਜਾ ਰਹੇ ਸਨ। ਸਿੰਘਾਂ ਦੇ ਪਾਲੇ ਹੋਏ ਸ਼ਾਨਦਾਰ ਘੋੜਿਆਂ ਵਰਗੇ ਸਰਕਾਰੀ ਘੋੜੇ ਵੀ ਨਹੀਂ ਸਨ। ਫਾਤਮਾ ਇਸ ਗੱਲੋਂ ਬੜੀ ਹੈਰਾਨ ਸੀ ਕਿ ਸਿੱਖਾਂ ਦਾ ਆਚਰਣ ਕਿੰਨਾ ਉੱਚਾ ਹੈ, ਇਹਨਾਂ ਦਾ ਕਿੰਨਾ ਸਵੈ ਕਾਬੂ ਹੈ। ਇੱਕ ਜਵਾਨ ਰੂਪਮਤੀ ਮੁਟਿਆਰ ਇਹਨਾਂ ਦੇ ਕਾਬੂ ਆਈ ਹੋਈ ਹੈ, ਇਹਨਾਂ ਦੇ ਨਾਲ ਜਾ ਰਹੀ ਹੈ, ਪਰ ਕਿਸੇ ਦੀ ਅੱਖ ਮੈਲੀ ਨਹੀਂ। ਇਸ ਵੇਲੇ ਜੇ ਕੋਈ ਨਜ਼ਰ ਕਰਦਾ ਵੀ ਹੈ ਤਾਂ ਉਹਨੂੰ ਇਉਂ ਜਾਪਦਾ ਜਿਵੇਂ ਕਿ ਜਾਫਰ ਬੇਗ ਜਾਂ ਕਾਦਰ ਬਖਸ਼ ਦੀਆਂ ਅੱਖਾਂ ਦੇਖ ਰਹੀਆਂ ਹਨ। ਫਾਤਮਾ ਸੋਚੀ ਪੈ ਗਈ ਕਿ ਜਦ ਕਦੇ ਉਹ ਪੱਟੀ ਦੀਆਂ ਗਲੀਆਂ ਚੋਂ ਲੰਘਦੀ ਸੀ ਤਾਂ ਹਰ ਮਰਦ ਉਹਦੇ ਵੱਲ ਉਹਨੇ ਪੜ ਵੇਖਦਾ ਸੀ। ਜੇ ਉਸ ਬੁਰਕਾ ਪਾਇਆ ਹੁੰਦਾ ਸੀ ਤਾਂ ਹਰ ਮਰਦ ਦੀ ਇੱਛਾ ਹੁੰਦੀ ਸੀ ਕਿ ਉਹਦਾ ਅੰਗ ਤਾਂ ਦਿਸ ਪਏ। ਫਾਤਮਾ ਨੇ ਇੱਕ ਵਾਰ ਬੁਰਕੇ ਅੱਗੇ ਲੱਗੀ ਜਾਲੀ ਚੋਂ ਫਿਰ ਸਾਰੇ ਸਿੱਖਾਂ ਤੇ ਨਜ਼ਰ ਮਾਰੀ। ਕਈਆਂ ਦੇ ਹਿਲਦੇ ਮੂੰਹਾਂ ਤੋਂ ਉਸ ਅਨੁਮਾਨ ਲਾਇਆ ਕਿ ਪਾਠ ਕਰ ਰਹੇ ਹੈ, ਕੁਝ ਇੱਧਰ ਉੱਧਰ ਕੁਦਰਤ ਦੇ ਨਜ਼ਾਰਿਆਂ ਦਾ ਆਨੰਦ ਮਾਣ ਰਹੇ ਹੈ। ਜਦ ਉਸ ਸਰਦਾਰ ਬਹਾਦਰ ਸਿੰਘ ਵੱਲ ਨਜ਼ਰ ਮਾਰੀ ਤਾਂ ਉਹਦਾ ਭਖਦਾ ਲਾਲ ਚਿਹਰਾ ਤੇ ਉੱਪਰ ਕਾਲਾ ਸਿਆਹ ਪ੍ਰਭਾਵਸ਼ਾਲੀ ਦਾੜਾ ਬੜਾ ਮਨਮੋਹਣਾ ਲੱਗਾ ਤੇ ਉਹਦੇ ਦਿਲ 'ਚ ਇੱਕ ਖਿੱਚ ਜਿਹੀ ਪੈਦਾ ਹੋ ਗਈ। ਫਾਤਮਾ ਨੇ ਇਸ ਖਿੱਚ ਨੂੰ ਮਹਿਸੂਸ ਕੀਤਾ ਤੇ ਉਸ ਬਾਰੇ ਸੋਚਣ ਲੱਗ ਪਈ। ਉਹ ਅਖੀਰ ਇਸੇ ਨਤੀਜੇ ਤੇ ਪੁੱਜੀ ਕਿ ਕੇਵਲ ਇਸਤਰੀਆਂ ਹੀ ਸੋਹਣੀਆਂ ਤੇ ਖਿੱਚ ਭਰੀਆਂ ਨਹੀਂ ਹੁੰਦੀਆਂ, ਮਰਦਾਂ 'ਚ ਵੀ ਸੁੰਦਰਤਾ ਹੁੰਦੀ ਹੈ ਜੋ ਮਨਮੋਹਣ ਦੀ ਸ਼ਕਤੀ ਰੱਖਦੀ ਹੈ। ਉਸ ਕਈ ਵਾਰੀ ਚਾਹਿਆ ਕਿ ਸਰਦਾਰ ਬਹਾਦਰ ਸਿੰਘ ਉਹਨੂੰ ਬੁਲਾਏ, ਪਰ ਸਰਦਾਰ ਬਹਾਦਰ ਸਿੰਘ ਆਪਣੇ ਵਿਚਾਰਾਂ ਦੇ ਵਹਿਣ ਵਿੱਚ ਘੋੜਾ ਟੋਰੀ ਗਏ। ਵਿੱਚ ਜਦ ਕਦੀ ਸਰਦਾਰ ਬਹਾਦਰ ਸਿੰਘ ਸਾਹਮਣਿਓਂ ਮੂੰਹ ਮੋੜ ਕੇ ਉਸ ਵੱਲ ਕਰਦਾ ਤਾਂ ਫਾਤਮਾ ਦਾ ਰੋਮ ਰੋਮ ਖੁਸ਼ੀ ਨਾਲ ਭਰ ਜਾਂਦਾ, ਪਰ ਫਿਰ ਬਿਨ ਬੁਲਾਏ ਸਰਦਾਰ ਬਹਾਦਰ ਸਿੰਘ ਮੂੰਹ ਮੋੜ ਲੈਂਦਾ ਤਾਂ ਉਹਦਾ ਦਿਲ ਬੁੱਝ ਜਾਂਦਾ। ਕੁਝ ਖੁਦਖੁਤੀ ਜਿਹੀ ਮਹਿਸੂਸ ਹੋਣ ਲੱਗ ਪੈਂਦੀ ਤੇ ਕੁਝ ਗੁਆਚਾ ਲੱਗਦਾ। ਤੇ ਜਦ ਰਹੀਮ ਖਾਨ ਪਿਆਰ ਦੀਆਂ ਗੱਲਾਂ ਕਰਦਾ ਤੇ ਆਪਣੀ ਤੜਪ ਦੱਸਦਾ ਸੀ ਤਾਂ ਫਾਤਮਾ ਹੱਸ ਛੱਡਿਆ ਕਰਦੀ ਸੀ, ਪਰ ਅੱਜ ਉਹਨੂੰ ਪਿਆਰ, ਖਿੱਚ ਤੇ ਪਿਆਸ, ਪੀੜ ਦਾ ਕੁਝ ਅਹਿਸਾਸ ਹੋਇਆ। ਅਖੀਰ ਫਾਤਮਾ ਦਾ ਸਬਰ ਛਲਕ ਪਿਆ ਤਾਂ ਉਸ ਆਪ ਹੀ ਗੱਲਬਾਤ ਸ਼ੁਰੂ ਕਰਤੀ। ਤੁਸੀਂ ਜਾਣਦੇ ਹੋ ਸਰਦਾਰ ਸ਼ੇਰ ਸਿੰਘ ਦਾ ਸੁਭਾਅ ਕਿਸ ਤਰ੍ਹਾਂ ਦਾ? ਫਾਤਮਾ ਨੇ ਪੁੱਛਿਆ। ਕਿਉਂ ਨਹੀਂ ਜਾਣਦਾ, ਉਹ ਮੇਰੇ ਕੋਲ ਕਈ ਦਿਨ ਰਿਹਾ, ਮੈਂ ਜਾਣਦਾ ਕਿ ਉਹ ਬੜਾ ਚੰਗੇ ਸੁਭਾਅ ਦਾ ਬੰਦਾ ਹੈ। ਨਹੀਂ, ਮੇਰਾ ਮਤਲਬ ਹੋਰ ਸੀ, ਫਾਤਮਾ ਨੇ ਕਿਹਾ। ਕਿਧਰੇ ਉਹ ਜੀਤੋ ਨੂੰ ਸਵੀਕਾਰ ਹੀ ਨਾ ਕਰੇ ਤੇ ਫਿਰ ਵਿਚਾਰੀ ਕਿੱਧਰ ਧੱਕੇ ਖਾਏਗੀ। ਮੇਰਾ ਖਿਆਲ ਨਹੀਂ ਕਿ ਸਰਦਾਰ ਸ਼ੇਰ ਸਿੰਘ ਇਸ ਤਰ੍ਹਾਂ ਕਰੇ, ਸਰਦਾਰ ਬਹਾਦਰ ਸਿੰਘ ਨੇ ਕਿਹਾ। ਉਹਦੀ ਗੱਲਬਾਤ ਤੋਂ ਤਾਂ ਇਹੀ ਪ੍ਰਤੀਤ ਹੁੰਦਾ ਸੀ ਕਿ ਉਹਨੂੰ ਜੀਤੋ ਨਾਲ ਹੁਣ ਤੱਕ ਬੜਾ ਪਿਆਰ ਹੈ ਤੇ ਇਸ ਵਿਛੋੜੇ ਨੇ ਪਿਆਰ ਦੀ ਤੰਗ ਵਧਾਈ ਏ, ਘਟਾਈ ਨਹੀਂ। ਜੇ ਉਹਦੇ ਮਨੋਂ ਜੀਤੋ ਉਤਰ ਗਈ ਹੁੰਦੀ ਤਾਂ ਕਦੇ ਉਹ ਕਾਦਰ ਬਖਸ਼ ਨੂੰ ਇਹ ਗੱਲ ਨਾ ਕਹਿੰਦਾ ਕਿ ਜੀਤੋ ਨੂੰ ਉਹਦੇ ਘਰ ਪਹੁੰਚਾ ਦਿਓ। ਫਿਰ ਤਾਂ ਇਹੀ ਕਹਿੰਦਾ ਕਿ ਜਿੱਥੇ ਟੁਰ ਮਰ ਗਈ ਏ ਉੱਥੇ ਹੀ ਰਹੇ। ਗੱਲਬਾਤ ਦਾ ਸਿਲਸਿਲਾ ਫਿਰ ਰੁਕ ਗਿਆ। ਫਾਤਮਾ ਦਾ ਖਿਆਲ ਸੀ ਕਿ ਉਹ ਗੱਲਬਾਤ ਟੋਰ ਲਏਗੀ। ਸਰਦਾਰ ਬਹਾਦਰ ਸਿੰਘ ਵੀ ਗੱਲਬਾਤ ਵਿੱਚ ਦਿਲਚਸਪੀ ਲੈਣ ਲੱਗ ਪਏਗਾ। ਆਪੇ ਗੱਲ 'ਚੋਂ ਗੱਲ ਨਿਕਲ ਆਏਗੀ। ਉਹ ਜਾਣਦੀ ਸੀ ਮਰਦਾਂ ਨੂੰ ਜਨਾਨੀਆਂ ਨਾਲ ਗੱਲਾਂ ਕਰਨ ਵਿੱਚ ਵੀ ਸਵਾਦ ਮਹਿਸੂਸ ਹੁੰਦਾ ਹੈ। ਆਮ ਕਰਕੇ ਅਜਿਹੇ ਮੌਕਿਆਂ ਤੇ ਮਰਦ ਗੱਲਬਾਤ ਦਾ ਸਿਲਸਿਲਾ ਘੱਟ ਵੱਧ ਹੀ ਖਤਮ ਕਰਦੇ ਹੈ, ਪਰ ਉਹਦੀ ਆਸ ਦੇ ਉਲਟ ਸਰਦਾਰ ਬਹਾਦਰ ਸਿੰਘ ਬਿਲਕੁਲ ਹੋਰ ਤਬੀਅਤ ਦਾ ਨਿਕਲਿਆ। ਜਦ ਉਹਦੇ ਉੱਤਰ ਪਿੱਛੋਂ ਫਾਤਮਾ ਚੁੱਪ ਹੋ ਗਈ ਤਾਂ ਉਹ ਵੀ ਚੁੱਪ ਹੋ ਗਿਆ। ਝੱਟ ਉਡੀਕਣ ਪਿੱਛੋਂ ਫਿਰ ਫਾਤਮਾ ਨੇ ਹੀ ਚੁੱਪ ਨੂੰ ਤੋੜਿਆ ਤੇ ਪੁੱਛਿਆ, ਹੁਣ ਪੱਟੀ ਕਿੰਨੀ ਕੁ ਦੂਰ ਹੈ? ਇੱਥੋਂ ਪੱਟੀ 10 ਕੁ ਮੀਲ ਹੋਏਗੀ। ਸਰਦਾਰ ਬਹਾਦਰ ਸਿੰਘ ਨੇ ਕਿਹਾ। ਕਿਉਂ, ਥੱਕ ਗਈ ਹੈ? ਨਹੀਂ। ਫਿਰ ਕੀ ਗੱਲ? ਮੰਜ਼ਿਲ ਬਾਰੇ ਬੰਦਾ ਉਦੋਂ ਹੀ ਆਮ ਕਰਕੇ ਪੁੱਛ ਸਕਦਾ ਹੈ ਜਦੋਂ ਥੱਕ ਜਾਏ ਜਾਂ ਅੱਕ ਜਾਏ। ਫਿਰ ਤੁਸੀਂ ਗਲਤ ਅਨੁਮਾਨ ਲਾਇਆ। ਮੈਂ ਥੱਕ ਕਿਵੇਂ ਸਕਦੀ ਹਾਂ ਜਦ ਕਿ ਤੁਸੀਂ ਨਾਲ ਜਾ ਰਹੇ ਹੋ? ਇਹ ਤਾਂ ਮੇਰੀ ਖੁਸ਼ਕਿਸਮਤੀ ਹੈ, ਤੁਹਾਡੇ ਨਾਲ ਜਾ ਰਹੀ ਹਾਂ। ਸਰਦਾਰ ਬਹਾਦਰ ਸਿੰਘ ਨੂੰ ਹੁਣ ਉਹਦੀਆਂ ਗੱਲਾਂ ਤੇ ਉਹਦੇ ਮਨ ਦੀ ਅਵਸਥਾ ਦਾ ਪਤਾ ਲੱਗਾ। ਹੁਣ ਤੱਕ ਉਹਨੂੰ ਖਿਆਲ ਹੀ ਨਹੀਂ ਸੀ ਕਿ ਉਹਦੇ ਨਾਲ ਇੱਕ ਜਵਾਨ ਦਿਲ ਜੋਬਨਮੱਤੀ ਨਾਰ ਜਾ ਰਹੀ ਹੈ। ਉਹਦੇ ਮਨ 'ਚ ਇਸ ਸਮੇਂ ਕੀ ਬੀਤ ਰਹੀ ਹੈ? ਫਾਤਮਾ ਨੇ ਵੀ ਉਕਤ ਸ਼ਬਦ ਕਹਿ ਕੇ ਬੜੇ ਧਿਆਨ ਨਾਲ ਸਰਦਾਰ ਬਹਾਦਰ ਸਿੰਘ ਵੱਲ ਦੇਖਿਆ ਤਾਂ ਕਿ ਉਹ ਅਨੁਮਾਨ ਲਾ ਸਕੇ ਕਿ ਉਹਦੀਆਂ ਗੱਲਾਂ ਦਾ ਸਰਦਾਰ ਬਹਾਦਰ ਸਿੰਘ ਤੇ ਕੀ ਅਸਰ ਹੋਇਆ। ਉਹਨੂੰ ਵੀ ਮਹਿਸੂਸ ਹੋਇਆ ਕਿ ਸਰਦਾਰ ਬਹਾਦਰ ਸਿੰਘ ਤੇ ਉਹਦੀਆਂ ਗੱਲਾਂ ਅਸਰ ਕਰ ਰਹੀਆਂ ਹਨ। ਉਹ ਚੁੱਪ ਨੂੰ ਫਿਰ ਤੋੜਿਆ ਤੇ ਕਿਹਾ, ਹੁਣ ਪ੍ਰੋਗਰਾਮ ਕੀ ਹੈ? ਹੱਦ ਹੋ ਗਈ, ਅਜੇ ਪ੍ਰੋਗਰਾਮ ਪੁੱਛਦੀ ਹੈ? ਸਾਡਾ ਅੱਜ ਦਾ ਪ੍ਰੋਗਰਾਮ ਤਾਂ ਸਿਰਫ ਜੀਤੋ ਨੂੰ ਛੁਡਾਣਾ ਹੈ, ਤੈਨੂੰ ਘਰ ਪਹੁੰਚਾਉਣਾ ਹੀ ਹੈ। ਸਰਦਾਰ ਬਹਾਦਰ ਸਿੰਘ ਨੇ ਕਿਹਾ। ਬਸ ਇਹੀ ਪ੍ਰੋਗਰਾਮ ਹੈ? ਫਾਤਮਾ ਨੇ ਪੁੱਛਿਆ। ਫਾਤਮਾ ਝੱਟ ਪਹਿਲਾਂ ਘਰ ਪਹੁੰਚਣ ਲਈ ਬੜੀ ਉਤਾਵਲੀ ਸੀ, ਪਰ ਹੁਣ ਉਹਨੂੰ ਸਰਦਾਰ ਬਹਾਦਰ ਸਿੰਘ ਦੇ ਇਹਨਾਂ ਸ਼ਬਦਾਂ ਤੈਨੂੰ ਘਰ ਪਹੁੰਚਾਉਣਾ ਨੇ ਬੜੀ ਸੱਟ ਮਾਰੀ। ਉਹਨੂੰ ਇਸ ਤਰ੍ਹਾਂ ਲੱਗਾ ਜਿਵੇਂ ਉਹਨੂੰ ਕਿਸੇ ਆਨੰਦਮਈ ਮੰਜ਼ਿਲ ਵਿੱਚੋਂ ਧੱਕਾ ਦੇ ਕੇ ਸੁੱਟਿਆ ਜਾ ਰਿਹਾ ਹੋਵੇ।
ਪਰ ਉਸ ਆਪਣੇ ਆਪ ਉੱਤੇ ਕਾਬੂ ਪਾਉਣ ਦਾ ਯਤਨ ਕਰਦਿਆਂ ਕਿਹਾ, ਪਹਿਲਾਂ ਸਰਦਾਰ ਸ਼ੇਰ ਸਿੰਘ ਕੋਲ ਨਹੀਂ ਜਾਣਾ? ਉਹਨਾਂ ਨੂੰ ਵੀ ਨਾਲ ਲੈ ਲਓ। ਸ਼ੇਰ ਸਿੰਘ ਕੋਲ ਪਹਿਲਾਂ ਚੱਲੀਏ? ਸਰਦਾਰ ਬਹਾਦਰ ਸਿੰਘ ਨੇ ਸੋਚਦਿਆਂ ਪੁੱਛਿਆ। ਮੇਰਾ ਖਿਆਲ ਤਾਂ ਇਹੀ ਹੈ, ਫਾਤਮਾ ਨੇ ਉੱਤਰ ਦਿੱਤਾ। ਅਸਲ 'ਚ ਫਾਤਮਾ ਚਾਹੁੰਦੀ ਸੀ ਕਿ ਜੀਤੋ ਦਾ ਪਤੀ ਤਾਂ ਦੇਖ ਲਏ। ਹਰ ਕੁੜੀ ਨੂੰ ਚਾਅ ਹੁੰਦਾ ਹੈ ਕਿ ਆਪਣੀ ਸਹੇਲੀ ਜਾਂ ਭੈਣ ਦੇ ਘਰ ਵਾਲੇ ਨੂੰ ਵੇਖੇ। ਫਾਤਮਾ ਨੇ ਸੋਚਿਆ ਕਿ ਜੇ ਪਹਿਲਾਂ ਜੀਤੋ ਵੱਲ ਗਏ ਤਾਂ ਇਹਨਾਂ ਜੀਤੋ ਨੂੰ ਲੈ ਕੇ ਚਲੇ ਜਾਣਾ ਤੇ ਮੈਨੂੰ ਪੱਟੀ ਛੱਡ ਜਾਣਾ, ਤੇ ਫਿਰ ਜਦੋਂ ਸ਼ੇਰ ਸਿੰਘ ਦੇ ਦਰਸ਼ਨ ਕਰ ਸਕਾਂਗੀ। ਕੁਝ ਸੋਚ ਕੇ ਸਰਦਾਰ ਬਹਾਦਰ ਸਿੰਘ ਨੇ ਕਿਹਾ, ਮੇਰਾ ਖਿਆਲ ਹੈ ਕਿ ਪਹਿਲਾਂ ਅਸੀਂ ਜੀਤੋ ਵੱਲ ਚੱਲੀਏ, ਉਹਨੂੰ ਲੈ ਕੇ ਸਰਦਾਰ ਸ਼ੇਰ ਸਿੰਘ ਨੂੰ ਮਿਲੀਏ। ਸ਼ੇਰ ਸਿੰਘ ਦੀ ਖੁਸ਼ੀ ਦੀ ਹੱਦ ਨਹੀਂ ਰਹੇਗੀ ਜਦੋਂ ਜੀਤੋ ਉਹਦੇ ਕੋਲ ਪਹੁੰਚ ਜਾਏਗੀ। ਜੇ ਪਹਿਲਾਂ ਉਹਨੂੰ ਦੱਸਿਆ ਤਾਂ ਫਿਰ ਉਹਨਾਂ ਸਵਾਦ ਨਹੀਂ ਆਉਣਾ। ਫਾਤਮਾ ਚਾਹੁੰਦੀ ਤਾਂ ਇਹ ਸੀ ਕਿ ਇਸ ਗੱਲ ਨੂੰ ਰੱਦ ਕਰ ਦਏ ਤੇ ਆਪਣੀ ਤਜਵੀਜ਼ ਤੇ ਜ਼ਿੱਦ ਕਰੇ, ਪਰ ਸਰਦਾਰ ਬਹਾਦਰ ਸਿੰਘ ਦੀਆਂ ਪ੍ਰਭਾਵਸ਼ਾਲੀ ਤਜਵੀਜ਼ਾਂ ਅੱਗੇ ਉਹਨੂੰ ਝੁਕਣਾ ਪਿਆ। ਉਸ ਕਿਹਾ, ਚੰਗਾ, ਇਸੇ ਤਰ੍ਹਾਂ ਸਹੀ। ਫਾਤਮਾ ਨੇ ਸੋਚਿਆ ਜੀਤੋ ਨੂੰ ਲੈ ਕੇ ਜੰਗਲ ਤੱਕ ਨਾਲ ਚੱਲੇਗੀ ਤੇ ਫਿਰ ਵਾਪਸ ਆ ਜਾਏਗੀ। ਜਿੱਥੇ ਇੰਨੀ ਦੇਰ ਘਰੋਂ ਬਾਹਰ ਲੱਗ ਗਈ ਉੱਥੇ ਹੋਰ ਝੱਟ ਸਹੀ, ਪਰ ਜਦੋਂ ਉਹਨੂੰ ਘਰ ਦਾ ਖਿਆਲ ਆਇਆ ਤਾਂ ਮਨ ਨੂੰ ਹੌਲ ਪੈਣ ਲੱਗ ਪਏ। ਉਸ ਸੋਚਿਆ ਕਿ ਘਰ ਦੇ ਢੂੰਡ ਕੇ ਨਿਰਾਸ਼ ਹੋ ਗਏ ਹੋਣਗੇ। ਪੱਟੀ 'ਚ ਮੇਰੀ ਬੜੀ ਚਰਚਾ ਹੋਏਗੀ। ਕੋਈ ਕਹਿੰਦਾ ਹੋਏਗਾ ਚਲੀ ਗਈ ਏ ਕਿਸੇ ਨਾਲ ਤੇ ਖਾਨਦਾਨ ਦਾ ਨੱਕ ਵੱਢ ਗਈ ਏ। ਕੋਈ ਕਹਿੰਦੇ ਹੋਣਗੇ ਬੜੀ ਚੰਗੀ ਸੀ ਫਾਤਮਾ, ਪਤਾ ਨਹੀਂ ਕਿੱਧਰ ਚਲੀ ਗਈ ਏ। ਲੋਕਾਂ ਦੇ ਭਾਣੇ ਮੈਂ ਉਧੜ ਗਈਆਂ ਜਾਂ ਮਰ ਗਈਆਂ। ਉਹਨੂੰ ਸਭ ਤੋਂ ਵੱਧ ਆਪਣੇ ਭਰਾ ਕਾਦਰ ਬਖਸ਼ ਦਾ ਖਿਆਲ ਸੀ ਕਿ ਉਹ ਰੋ ਰੋ ਕੇ ਪਾਗਲ ਹੋ ਗਿਆ ਹੋਏਗਾ। ਹੋਰ ਭਾਵੇਂ ਕੋਈ ਮੇਰੇ ਤੇ ਦੂਸ਼ਣ ਲਾਏ, ਪਰ ਕਾਦਰ ਬਖਸ਼ ਦਾ ਦਿਲ ਕਦੇ ਨਹੀਂ ਮੰਨਦਾ ਹੋਏਗਾ ਕਿ ਮੈਂ ਕੋਈ ਗੁਨਾਹ ਕੀਤਾ ਹੈ। ਉਹਨੂੰ ਇਹ ਤਾਂ ਚੇਤਾ ਵੀ ਨਹੀਂ ਹੋਣਾ ਕਿ ਮੈਂ ਖੂਹ ਤੇ ਚਲੀ ਗਈ ਹੋਵਾਂਗੀ। ਹੋ ਸਕਦਾ ਹੈ ਕਿ ਰਹੀਮ ਉਹਨਾਂ ਨੂੰ ਦੱਸ ਹੀ ਦੇਵੇ ਕਿ ਮੈਂ ਰਾਤ ਨੂੰ ਖੂਹ ਤੇ ਆਈ ਸੀ, ਪਰ ਨਹੀਂ, ਰਹੀਮ ਇਸ ਤਰ੍ਹਾਂ ਦੱਸ ਕੇ ਆਪਣੇ ਲਈ ਮੁਸੀਬਤ ਖੜੀ ਕਰਨ ਲਈ ਤਿਆਰ ਨਹੀਂ ਹੋਏਗਾ। ਫਾਤਮਾ ਨੂੰ ਇਸ ਤਰ੍ਹਾਂ ਸੋਚਾਂ 'ਚ ਪਿਆ ਵੇਖ ਕੇ ਸਰਦਾਰ ਬਹਾਦਰ ਸਿੰਘ ਨੇ ਪੁੱਛਿਆ, ਕੀ ਗੱਲ ਹੈ ਫਾਤਮਾ? ਐਵੇਂ ਘਰ ਯਾਦ ਆ ਗਿਆ? ਫਾਤਮਾ ਨੇ ਬਨੌਟੀ ਜੀ ਮੁਸਕਰਾਹਟ ਨਾਲ ਕਿਹਾ, ਤੇ ਤੂੰ ਜਾਫਰ ਬੇਗ ਦੇ ਘਰ ਹੀ ਰਹਿੰਦੀ ਏ ਕਿ ਵੱਖਰਾ ਮਕਾਨ ਏ? ਸਰਦਾਰ ਬਹਾਦਰ ਸਿੰਘ ਨੇ ਕਿਹਾ, ਹਵੇਲੀ ਤਾਂ ਉਹ ਏ, ਪਰ ਹਾਤਾ ਵੱਖਰਾ ਹੈ। ਵੱਡਾ ਫਾਟਕ ਲੰਘ ਕੇ ਇੱਕ ਪਾਸੇ ਦਰਵਾਜ਼ਾ ਹੈ, ਉਹਦੇ ਅੰਦਰ ਹਾਤੇ ਵਿੱਚ ਰਹਿੰਦੀ ਆ। ਫਾਤਮਾ ਨੇ ਇੱਕ ਤਰ੍ਹਾਂ ਹਵੇਲੀ ਦੇ ਆਪਣੇ ਕਮਰੇ ਦਾ ਸਾਰਾ ਨਕਸ਼ਾ ਵਿਸਥਾਰ ਨਾਲ ਦੱਸਿਆ। ਸਰਦਾਰ ਬਹਾਦਰ ਸਿੰਘ ਬੜੇ ਧਿਆਨ ਨਾਲ ਸੁਣਦਾ ਰਿਹਾ ਤੇ ਅੱਖਾਂ ਸਾਹਮਣੇ ਉਸੇ ਤਰ੍ਹਾਂ ਨਕਸ਼ਾ ਲਿਆਉਂਦਾ ਰਿਹਾ। ਫਾਤਮਾ ਨੂੰ ਘੋੜੇ ਦੀਆਂ ਵਾਗਾਂ ਇੱਕਦਮ ਖਿੱਚੀਆਂ ਤੇ ਉਹਦੇ ਨਾਲ ਹੀ ਸਰਦਾਰ ਬਹਾਦਰ ਸਿੰਘ ਨੇ ਘੋੜਾ ਖੜਾ ਕਰ ਲਿਆ। ਫਾਤਮਾ ਨੇ ਕਿਹਾ, ਗੱਲਾਂ 'ਚ ਹੀ ਅਸੀਂ ਅੱਗੇ ਲੰਘ ਚੱਲੇ ਸੀ। ਜੇ ਧਿਆਨ ਨਾ ਕਰਦੀ ਤਾਂ ਅਸੀਂ ਪੱਟੀ 'ਚ ਹੀ ਜਾ ਵੜਨਾ ਸੀ। ਸਾਡਾ ਖੂਹ ਤਾਂ ਇੱਧਰ ਰਹਿ ਗਿਆ। ਫਾਤਮਾ ਨੇ ਖੱਬੇ ਪਾਸੇ ਹੱਥ ਦਾ ਇਸ਼ਾਰਾ ਕੀਤਾ, ਫਿਰ ਘੋੜੇ ਦੀਆਂ ਵਾਗਾਂ ਉੱਧਰ ਮੋੜ ਲਈਆਂ। ਸਰਦਾਰ ਬਹਾਦਰ ਸਿੰਘ ਵੀ ਉਹਦੇ ਨਾਲ ਹੀ ਉੱਧਰ ਨੂੰ ਚੱਲ ਪਿਆ। ਸਰਦਾਰ ਬਹਾਦਰ ਸਿੰਘ ਨੇ ਪਿੱਛੇ ਮੁੜ ਕੇ ਸਿੰਘਾਂ ਨੂੰ ਇਸ਼ਾਰਾ ਕੀਤਾ ਕਿ ਉਹ ਤਿਆਰ ਹੋ ਜਾਣ, ਬੰਦੂਕਾਂ ਭਰ ਲੈਣ, ਸੁਚੇਤ ਹੋ ਜਾਣ। ਉਹ ਸਾਹਮਣੇ ਸਾਡਾ ਖੂਹ ਏ। ਫਾਤਮਾ ਨੇ ਕਿਹਾ, ਤੁਹਾਨੂੰ ਤਿਆਰੀ ਕਰ ਲੈਣੀ ਚਾਹੀਦੀ ਹੈ। ਸਿੰਘ ਸਦਾ ਹੀ ਤਿਆਰ ਰਹਿੰਦੇ ਨੇ। ਸਰਦਾਰ ਬਹਾਦਰ ਸਿੰਘ ਨੇ ਕਿਹਾ, ਤੇ ਹੁਣ ਪਿੱਛੇ ਹਟ ਜਾਏ ਤਾਂ ਚੰਗਾ ਹੈ, ਕਿਧਰੇ ਲੜਾਈ 'ਚ ਤੂੰ ਨਾ ਮਾਰੀ ਜਾਈ। ਨਹੀਂ, ਮੈਂ ਪਿੱਛੇ ਕਿਵੇਂ ਰਹਿ ਸਕਦੀ ਹਾਂ? ਫਾਤਮਾ ਨੇ ਕਿਹਾ, ਮੇਰਾ ਅੱਗੇ ਰਹਿਣਾ ਲਾਭਦਾਇਕ ਰਹੇਗਾ। ਉਹ ਕਿਵੇਂ? ਸਰਦਾਰ ਬਹਾਦਰ ਸਿੰਘ ਨੇ ਪੁੱਛਿਆ। ਮੈਂ ਨਹੀਂ ਚਾਹੁੰਦੀ ਇੱਥੇ ਖੂਨ ਡੁੱਲੇ। ਫਾਤਮਾ ਨੇ ਕਿਹਾ, ਝੱਲੀ ਨਾ ਹੋਵੇ। ਖੂਨ ਡੁੱਲੇ ਬਿਨਾਂ ਤੁਹਾਡੇ ਫੌਜੀ ਜੀਤੋ ਸਾਡੇ ਹਵਾਲੇ ਨਹੀਂ ਕਰਨਗੇ। ਨਹੀਂ, ਜੇ ਮੈਂ ਤੁਹਾਡੇ ਨਾਲ ਅੱਗੇ ਹੋਈ ਤਾਂ ਫੌਜੀ ਗੋਲੀ ਨਹੀਂ ਚਲਾਉਣਗੇ। ਮੇਰੇ ਹੁੰਦਿਆਂ ਉਹਨਾਂ ਨੂੰ ਗੋਲੀ ਚਲਾਉਣ ਦਾ ਹੌਸਲਾ ਨਹੀਂ ਹੋ ਸਕਦਾ। ਜੇ ਰਹੀਮ ਖਾਨ ਉੱਥੇ ਹੋਇਆ ਤਾਂ ਉਹਨੇ ਮੈਨੂੰ ਵੇਖ ਕੇ ਬੜਾ ਖੁਸ਼ ਹੋ ਜਾਣਾ, ਝੱਟ ਜੀਤੋ ਨੂੰ ਸਾਡੇ ਨਾਲ ਤੋੜ ਦੇਣਾ। ਫਾਤਮਾ ਨੇ ਕਿਹਾ, ਨਹੀਂ, ਮੈਨੂੰ ਇਹ ਤਜਵੀਜ਼ ਪ੍ਰਵਾਨ ਨਹੀਂ ਕਿ ਜਨਾਨੀ ਦੀ ਆੜ 'ਚ ਅਸੀਂ ਚੜ੍ਹਾਈ ਕਰਨਾ ਕਾਇਰਤਾ ਸਮਝਦੇ ਹਾਂ। ਸਰਦਾਰ ਬਹਾਦਰ ਸਿੰਘ ਨੇ ਆਪਣੇ ਘੋੜੇ ਨੂੰ ਤੇਜ਼ ਕਰ ਲਿਆ। ਖੂਹ ਤੇ ਕੋਈ ਬੰਦਾ ਨਜ਼ਰ ਨਹੀਂ ਸੀ ਆ ਰਿਹਾ। ਫਾਤਮਾ ਨੇ ਸੋਚਿਆ ਭਾਵੇਂ ਜੀਤੋ ਨੂੰ ਕਿਧਰੇ ਹੋਰ ਹੀ ਲੈ ਗਏ ਹੋਣ। ਅੱਜ ਖੂਹ ਤੇ ਕੋਈ ਬੰਦਾ ਨਜ਼ਰ ਨਹੀਂ ਆ ਰਿਹਾ। ਕੋਠੇ ਦਾ ਦਰਵਾਜ਼ਾ ਜਦ ਨਜ਼ਰ ਆਇਆ ਤਾਂ ਉਸੇ ਤਰ੍ਹਾਂ ਬੰਦ ਸੀ ਜਿਵੇਂ ਉਸ ਦਿਨ ਫਾਤਮਾ ਨੇ ਵੇਖਿਆ ਸੀ। ਇੱਕ ਆਦਮੀ ਖੂਹ ਦੇ ਪਿਛਲੇ ਪਾਸੇ ਨਿਕਲਿਆ। ਉਸ ਖੂਹ ਵੱਲ ਨੂੰ ਆਉਂਦੇ ਘੋੜਿਆਂ ਦੀ ਲੰਮੀ ਲਾਈਨ ਵੇਖੀ ਤੇ ਘਬਰਾ ਗਿਆ। ਜਦ ਉਸ ਵੇਖਿਆ ਕਿ ਇਹ ਤਾਂ ਸਿੱਖਾਂ ਦਾ ਜਥਾ ਆ ਰਿਹਾ ਤਾਂ ਉਹਦੇ ਪ੍ਰਾਣ ਖੁਸ਼ਕ ਹੋ ਗਏ। ਦੌੜ ਕੇ ਖੇਤਾਂ 'ਚ ਲੁਕ ਗਿਆ। ਉਹਨੂੰ ਇੰਨਾ ਹੌਸਲਾ ਹੀ ਨਾ ਪਿਆ ਕਿ ਖੂਹ ਤੇ ਸੁੱਤੇ ਪਏ ਆਦਮੀਆਂ ਨੂੰ ਜਗਾ ਲਏ। ਜਦ ਸਿੰਘ ਖੂਹ ਤੇ ਬਹੁਤ ਨੇੜੇ ਆ ਗਏ ਤਾਂ ਸਰਦਾਰ ਬਹਾਦਰ ਸਿੰਘ ਨੇ ਕਿਹਾ, ਇਹੀ ਤੁਹਾਡਾ ਖੂਹ ਹੈ? ਜੀ, ਫਾਤਮਾ ਨੇ ਕਿਹਾ। ਇੱਥੇ ਤਾਂ ਕੋਈ ਬੰਦਾ ਨਹੀਂ। ਸਰਦਾਰ ਬਹਾਦਰ ਸਿੰਘ ਨੇ ਹੈਰਾਨ ਹੋ ਕੇ ਕਿਹਾ, ਕਿ ਇਸ ਕੋਠੇ 'ਚ ਜੀਤੋ ਡੱਕੀ ਹੈ? ਇਸੇ ਕੋਠੇ 'ਚ ਕੱਲ ਸੀ। ਫਾਤਮਾ ਨੇ ਕਿਹਾ, ਹੁਣ ਵੀ ਮੇਰਾ ਖਿਆਲ ਹੈ ਅੰਦਰ ਹੀ ਹੈ। ਘੋੜਿਆਂ ਦੇ ਪੈਰਾਂ ਦੀ ਆਵਾਜ਼ਾਂ ਸੁਣ ਕੇ ਖੂਹ ਤੇ ਸੁੱਤੇ ਪਏ ਦੋਵੇਂ ਬੰਦੇ ਜਾਗ ਪਏ। ਉਹਨਾਂ ਦੇ ਉੱਠ ਕੇ ਭੱਜਣ ਤੋਂ ਪਹਿਲਾਂ ਹੀ ਸਰਦਾਰ ਬਹਾਦਰ ਸਿੰਘ ਦੇ ਦਸਤੇ ਦੇ ਜਵਾਨਾਂ ਨੇ ਉਹਨਾਂ ਨੂੰ ਘੇਰ ਲਿਆ ਤੇ ਬੰਦੂਕਾਂ ਦੀਆਂ ਨਾਲੀਆਂ ਉਹਨਾਂ ਦੀਆਂ ਛਾਤੀਆਂ ਅੱਗੇ ਕਰਤੀਆਂ। ਸਰਦਾਰ ਬਹਾਦਰ ਸਿੰਘ ਨੇ ਗਰਜਵੀਂ ਆਵਾਜ਼ 'ਚ ਕਿਹਾ, ਖਬਰਦਾਰ ਜੇ ਹਿੱਲਣ ਜੁਲਣ ਦਾ ਯਤਨ ਕੀਤਾ, ਗੋਲੀ ਮਾਰ ਕੇ ਠੰਡਾ ਕਰ ਦੇਵਾਂਗੇ। ਇਹ ਦੋਵੇਂ ਹੈਰਾਨ ਸੀ ਕਿ ਫਾਤਮਾ ਇਹਨਾਂ ਦੇ ਨਾਲ ਹੈ ਤੇ ਇਹ ਹਮਲਾ ਕਰਨ ਲਈ ਸਿੱਖ ਕਿੱਧਰੋਂ ਆ ਗਏ।
ਇਹਨਾਂ ਦੋਹਾਂ ਦਾ ਰੰਗ ਉੱਡ ਗਿਆ ਤੇ ਥਰ-ਥਰ ਕੰਬਣ ਲੱਗ ਪਏ। ਸਰਦਾਰ ਬਹਾਦਰ ਸਿੰਘ ਇਹਨਾਂ ਵੱਲ ਵਧਿਆ ਹੀ ਸੀ ਕਿ ਫਾਤਮਾ ਛਾਲ ਮਾਰ ਕੇ ਘੋੜੇ ਤੋਂ ਉਤਰ ਪਈ। ਦੌੜ ਕੇ ਕਮਰੇ ਦਾ ਦਰਵਾਜ਼ਾ ਜਾ ਖੋਲ੍ਹਿਆ। ਉਹਦਾ ਮਨ ਜੀਤੋ ਨੂੰ ਮਿਲਣ ਲਈ ਬੜਾ ਉਤਾਵਲਾ ਹੋ ਰਿਹਾ ਸੀ। ਜਦ ਦਰਵਾਜ਼ਾ ਖੋਲ੍ਹਿਆ ਹੈਰਾਨ ਰਹਿ ਗਈ, ਅੰਦਰ ਜੀਤੋ ਨਹੀਂ ਸੀ। ਉਹਦਾ ਉੱਪਰਲਾ ਸਾਹ ਉੱਪਰ, ਹੇਠਲਾ ਹੇਠਾ ਰਹਿ ਗਿਆ। ਝੱਟ ਉਹ ਕਮਰੇ ਤੋਂ ਬਾਹਰ ਆ ਗਈ। ਸਰਦਾਰ ਬਹਾਦਰ ਸਿੰਘ ਨੇ ਉਹਨੂੰ ਖਾਲੀ ਮੁੜਦਿਆਂ ਤੇ ਉਹਦੇ ਚਿਹਰੇ ਦੇ ਹਾਵ ਭਾਵ ਤੋਂ ਹੀ ਅਨੁਮਾਨ ਲਾ ਲਿਆ ਕਿ ਜੀਤੋ ਇਸ ਕੋਠੇ 'ਚ ਨਹੀਂ। ਇਸ ਲਈ ਉਹਨੇ ਫਾਤਮਾ ਤੋਂ ਪੁੱਛਣ ਦੀ ਲੋੜ ਨਾ ਸਮਝੀ। ਸਰਦਾਰ ਬਹਾਦਰ ਸਿੰਘ ਨੇ ਖੂਹ ਤੇ ਬੈਠੇ ਬੰਦਿਆਂ ਨੂੰ ਸੰਬੋਧਨ ਕਰਦਿਆਂ ਕਿਹਾ, ਕਿੱਥੇ ਜੀਤੋ? ਕਿਹੜੀ ਜੀਤੋ? ਉਹਨਾਂ 'ਚੋਂ ਇੱਕ ਨੇ ਬੜੇ ਡਰਦਿਆਂ ਤੇ ਕੰਬਦਿਆਂ ਹੌਲੀ ਜੀ ਕਿਹਾ, ਉਹੀ ਜਿਹੜੀ ਇੱਥੇ ਕਈ ਦਿਨਾਂ ਤੋਂ ਡੱਕੀ ਹੋਈ ਸੀ। ਫਾਤਮਾ ਨੇ ਸਪਸ਼ਟ ਕਰਕੇ ਪੁੱਛਿਆ। ਫਾਤਮਾ ਨੂੰ ਇਸ ਗੱਲ ਦਾ ਡਰ ਸੀ ਕਿ ਕਿਧਰੇ ਸਰਦਾਰ ਬਹਾਦਰ ਸਿੰਘ ਇਹ ਨਾ ਸਮਝੇ ਕਿ ਮੈਂ ਇਹਨਾਂ ਨਾਲ ਧੋਖਾ ਕੀਤਾ ਤੇ ਐਵੇਂ ਝੂਠ ਮਾਰ ਕੇ ਇੱਥੇ ਲਿਆਂਦਾ। ਉਹਨੂੰ ਤਾਂ ਕੱਲ ਦਾ ਰਹੀਮ ਕਿਧਰੇ ਲੈ ਗਿਆ। ਉਹਨਾਂ ਆਦਮੀਆਂ ਨੇ ਦੱਸਿਆ। ਰਹੀਮ ਲੈ ਗਿਆ? ਫਾਤਮਾ ਨੇ ਪੁੱਛਿਆ। ਚਾਚਾ ਜੀ ਵੀ ਇੱਥੇ ਆਏ ਸੀ? ਆਏ ਸੀ, ਉਹਨਾਂ ਦੱਸਿਆ। ਉਹਨਾਂ ਦੇ ਨਾਲ ਹੀ ਲੈ ਕੇ ਗਿਆ ਕਿ ਵੱਖਰਿਆਂ? ਫਾਤਮਾ ਨੇ ਫਿਰ ਪੁੱਛ ਲਿਆ। ਨਹੀਂ, ਵੱਖਰਿਆਂ ਲੈ ਗਿਆ। ਮੀਆਂ ਜੀ ਤਾਂ ਪਹਿਲਾਂ ਚਲੇ ਗਏ ਤੇ ਇਹ ਪਿੱਛੋਂ ਗਿਆ। ਫਾਤਮਾ ਨੇ ਇਸ ਉੱਤਰ ਤੇ ਵਿਚਾਰ ਕੀਤਾ ਕਿ ਫੇਰ ਸਰਦਾਰ ਬਹਾਦਰ ਸਿੰਘ ਨੂੰ ਸੰਬੋਧਨ ਕਰਕੇ ਕਿਹਾ, ਮੇਰਾ ਖਿਆਲ ਹੈ ਰਹੀਮ ਜੀਤੋ ਨੂੰ ਸਰਦਾਰ ਸ਼ੇਰ ਸਿੰਘ ਪਾਸ ਛੱਡ ਆਇਆ ਹੈ ਜਾਂ ਪਿੰਡ ਪਹੁੰਚਾਤਾ ਹੋਏਗਾ। ਤੁਹਾਨੂੰ ਇਹ ਕਿਵੇਂ ਪਤਾ? ਸਰਦਾਰ ਬਹਾਦਰ ਸਿੰਘ ਨੇ ਹੈਰਾਨੀ ਨਾਲ ਪੁੱਛਿਆ। ਰਹੀਮ ਮੈਨੂੰ ਪਿਆਰ ਕਰਦਾ ਹੈ। ਉਹਨੂੰ ਪਤਾ ਹੈ ਕਿ ਮੈਂ ਚਾਹੁੰਦੀ ਹਾਂ ਕਿ ਜੀਤੋ ਘਰ ਪਹੁੰਚ ਜਾਏ। ਉਸ ਮੇਰੀ ਖੁਸ਼ੀ ਲਈ ਇਹ ਕੁਝ ਕੀਤਾ ਹੈ। ਫਾਤਮਾ ਨੇ ਕਿਹਾ, ਮੇਰਾ ਖਿਆਲ ਹੈ ਉਹ ਇਸ ਤਰ੍ਹਾਂ ਨਹੀਂ ਕਰ ਸਕਦਾ ਕਿ ਉਹ ਜਾਫਰ ਬੇਗ ਦੀ ਮਰਜ਼ੀ ਦੇ ਉਲਟ ਜੀਤੋ ਨੂੰ ਕਿਧਰੇ ਛੱਡ ਆਏ। ਸਰਦਾਰ ਬਹਾਦਰ ਸਿੰਘ ਨੇ ਕਿਹਾ ਤੇ ਫਿਰ ਖੂਹ ਤੇ ਬੈਠੇ ਆਦਮੀਆਂ ਨੂੰ ਪੁੱਛਿਆ, ਸੱਚ ਦੱਸੋ ਜੀਤੋ ਨੂੰ ਕਿੱਧਰ ਲੈ ਕੇ ਗਿਆ? ਰੱਬ ਦੀ ਸਹੁੰ ਸਾਨੂੰ ਨਹੀਂ ਪਤਾ। ਦੋਹਾਂ ਨੇ ਇਕੱਠਿਆਂ ਹੀ ਤਰਲੇ ਨਾਲ ਕਿਹਾ, ਜੇ ਪਤਾ ਹੁੰਦਾ ਤਾਂ ਜ਼ਰੂਰ ਦੱਸ ਦਿੰਦੇ। ਜੇ ਦੱਸ ਦਿਓ ਤਾਂ ਤੁਹਾਨੂੰ ਛੱਡ ਦਿਆਂਗੇ, ਨਹੀਂ ਤਾਂ ਤੁਹਾਡੀ ਜਾਨ ਨਹੀਂ ਬਚ ਸਕਦੀ। ਸਰਦਾਰ ਬਹਾਦਰ ਸਿੰਘ ਨੇ ਜ਼ਰਾ ਰੋਹਬ ਨਾਲ ਅੱਖਾਂ ਲਾਲ ਕਰਕੇ ਕਿਹਾ, ਹਜ਼ੂਰ ਸਾਨੂੰ ਬਿਲਕੁਲ ਨਹੀਂ ਪਤਾ। ਸਾਨੂੰ ਦੱਸ ਕੇ ਕੌਣ ਜਾਂਦਾ? ਠੀਕ ਹੈ, ਇਹਨਾਂ ਨੂੰ ਨਹੀਂ ਪਤਾ। ਫਾਤਮਾ ਨੇ ਕਿਹਾ, ਹੁਣ ਦੱਸੋ ਕੀ ਕਰੀਏ? ਹੁਣ ਕੀ ਹੋ ਸਕਦਾ? ਸਰਦਾਰ ਬਹਾਦਰ ਸਿੰਘ ਨੇ ਨਿਰਾਸ਼ ਹੋ ਕੇ ਕਿਹਾ, ਮੇਰਾ ਖਿਆਲ ਸੀ ਅੱਜ ਜੀਤੋ ਮਿਲ ਜਾਏਗੀ। ਸਰਦਾਰ ਸ਼ੇਰ ਸਿੰਘ ਕੋਲ ਚੱਲਾਂਗੇ, ਪਰ ਹੁਣ ਜਾਣ ਦਾ ਕੀ ਲਾਭ? ਚੰਗਾ, ਤੁਸੀਂ ਵੀ ਹੁਣ ਪੱਟੀ ਜਾ ਸਕਦੇ ਹੋ, ਅਸੀਂ ਚੱਲਦੇ ਹਾਂ। ਸਰਦਾਰ ਬਹਾਦਰ ਸਿੰਘ ਨੇ ਇਹ ਕਹਿ ਕੇ ਘੋੜੇ ਦੀਆਂ ਵਾਗਾਂ ਮੋੜ ਲਈਆਂ ਤੇ ਚੱਲਣ ਲਈ ਤਿਆਰ ਹੋ ਗਿਆ। ਮੇਰੀ ਜ਼ਰਾ ਵੱਖਰੇ ਹੋ ਕੇ ਗੱਲ ਸੁਣੋਗੇ? ਫਾਤਮਾ ਨੇ ਕਿਹਾ। ਸਰਦਾਰ ਬਹਾਦਰ ਸਿੰਘ ਨੇ ਘੋੜਾ ਇੱਕ ਸਿੰਘ ਨੂੰ ਫੜਾਇਆ ਤੇ ਫਾਤਮਾ ਦੇ ਮਗਰ ਟੁਰ ਪਿਆ। ਥੋੜੀ ਦੂਰ ਜਾ ਕੇ ਫਾਤਮਾ ਰੁਕ ਗਈ ਤੇ ਭਰੀਆਂ ਅੱਖਾਂ ਨਾਲ ਉਸ ਕਿਹਾ, ਮੈਂ ਬੜੀ ਸ਼ਰਮਸਾਰ ਹਾਂ ਕਿ ਤੁਹਾਨੂੰ ਇੰਨੀ ਦੂਰ ਲਿਆਂਦਾ ਵੀ, ਪਰ ਤੁਹਾਡਾ ਕੰਮ ਨਹੀਂ ਬਣਿਆ। ਨਹੀਂ, ਕੋਈ ਗੱਲ ਨਹੀਂ, ਇਹਦੇ 'ਚ ਤੇਰਾ ਕੀ ਕਸੂਰ ਹੈ? ਤੈਨੂੰ ਇਹ ਥੋੜਾ ਪਤਾ ਸੀ ਕਿ ਪਿੱਛੋਂ ਕੀ ਹੋ ਜਾਣਾ ਹੈ? ਸਰਦਾਰ ਬਹਾਦਰ ਸਿੰਘ ਨੇ ਕਿਹਾ ਤੇ ਤੁਰਨ ਲੱਗਾ, ਪਰ ਫਿਰ ਫਾਤਮਾ ਨੇ ਕਿਹਾ, ਇੰਨੀ ਕਾਹਲੀ ਕਰਦੇ ਹੋ? ਫਿਰ ਵੀ ਕਦੇ ਆਓਗੇ? ਆਉਣ ਨੂੰ ਕੋਈ ਹਰਜ ਨਹੀਂ, ਪਰ ਮੈਂ ਚਾਹੁੰਦਾ ਕਿ ਜੀਤੋ ਛੇਤੀ ਵਾਪਸ ਲਿਆਂਦੀ ਜਾਏ। ਸਰਦਾਰ ਬਹਾਦਰ ਸਿੰਘ ਨੇ ਕਿਹਾ, ਮੈਂ ਜੀਤੋ ਦਾ ਪਤਾ ਕਰ ਰੱਖਾਂਗੀ। ਤੁਸੀਂ ਕੱਲ ਰਾਤ ਆਉਣਾ। ਹਵੇਲੀ ਦੇ ਦਰਵਾਜ਼ੇ ਤੇ ਮੈਂ ਤੁਹਾਨੂੰ ਮਿਲਾਂਗੀ, ਪਰ ਆਉਣਾ ਇਕੱਲੇ ਹੀ, ਭੇਸ ਬਦਲ ਕੇ। ਫਾਤਮਾ ਨੂੰ ਬਚਨ ਦੇ ਕੇ ਸਰਦਾਰ ਬਹਾਦਰ ਸਿੰਘ ਨੇ ਘੋੜੇ ਤੇ ਲੱਤ ਰੱਖੀ ਤੇ ਪਲਾਂ ਵਿੱਚ ਹੀ ਘੋੜੇ ਭਜਾਉਂਦੇ ਅੱਖਾਂ ਤੋਲੇ ਹੋ ਗਏ। ਅੰਗ 17। ਜਿਸ ਦਿਨ ਤੋਂ ਫਾਤਮਾ ਗੁਆਚੀ ਸੀ, ਜਾਫਰ ਬੇਗ ਨੇ ਕੁਝ ਨਹੀਂ ਚੱਜ ਨਾਲ ਖਾਧਾ ਤੇ ਨਾ ਹੀ ਉਹ ਕਿਧਰੇ ਹੋਰ ਕਿਸੇ ਕੰਮ ਨਿਕਲਿਆ। ਇੱਕ ਦਿਨ ਉਹ ਘੋੜੇ ਤੇ ਚੜ੍ਹ ਕੇ ਲੱਭਦਾ ਰਿਹਾ, ਪਰ ਫਿਰ ਨਿਰਾਸ਼ ਹੋ ਕੇ ਬਹਿ ਗਿਆ। ਪਰ ਉਹਦੇ ਆਦਮੀ ਲਗਾਤਾਰ ਢੂੰਡਦੇ ਰਹੇ। ਖੋਜੀਆਂ ਨੂੰ ਸੱਦਿਆ। ਉਹਨਾਂ ਪੈਰਾਂ ਦੇ ਨਿਸ਼ਾਨਾਂ ਦੇ ਆਧਾਰ ਤੇ ਦੱਸਿਆ ਕਿ ਫਾਤਮਾ ਘਰੋਂ ਕੱਲੀ ਨਿਕਲੀ ਹੈ। ਖੂਹ ਵੱਲ ਉਹਦੇ ਨਿਸ਼ਾਨ ਗਏ ਹੈ, ਪਰ ਅੱਗੇ ਜਾ ਕੇ ਆਮ ਰਾਹ ਤੇ ਸੜਕ ਤੇ ਆਵਾਜਾਈ ਵਧੇਰੇ ਹੋਣ ਕਰਕੇ ਨਿਸ਼ਾਨ ਮਿਟ ਗਏ। ਕੁਝ ਪਤਾ ਨਾ ਲੱਗਾ। ਜਾਫਰ ਬੇਗ ਨੂੰ ਇਹ ਵੀ ਪਤਾ ਲੱਗ ਗਿਆ ਕਿ ਉਸੇ ਰਾਤ ਪੱਟੀ ਦੇ ਨੇੜੇ ਦਿੱਲੀ ਦੀ ਸ਼ਾਹੀ ਫੌਜ ਠਹਿਰੀ ਸੀ, ਪਰ ਉਹਨੂੰ ਇਹ ਆਸ ਨਹੀਂ ਸੀ ਕਿ ਦਿੱਲੀ ਦੀ ਸ਼ਾਹੀ ਫੌਜ ਉਹਦੀ ਭਤੀਜੀ ਨੂੰ ਹੱਥ ਪਾ ਸਕਦੀ ਹੈ। ਪਰ ਉਹਨੇ ਉਸੇ ਦਿਨ ਤਸੱਲੀ ਲਈ ਆਦਮੀ ਫੌਜ ਵੱਲ ਭੇਜੇ ਤੇ ਉਹ ਤੋਂ ਕੁਝ ਪਤਾ ਨਾ ਲੱਗਾ। ਸ਼ਾਹੀ ਫੌਜ ਕੂਚ ਕਰਦੀ ਜਾ ਰਹੀ ਸੀ ਤੇ ਆਮ ਸਿਪਾਹੀਆਂ ਨੂੰ ਨਹੀਂ ਸੀ ਪਤਾ ਕਿ ਕੋਈ ਜਨਾਨੀ ਫੜੀ ਗਈ ਜਾਂ ਨਹੀਂ। ਫਾਤਮਾ ਦੇ ਨਾ ਮਿਲਣ ਕਾਰਨ ਜਾਫਰ ਬੇਗ ਖਿਝ ਗਿਆ। ਹਰ ਆਦਮੀ ਨੂੰ ਬੜੇ ਗੁੱਸੇ 'ਚ ਬੋਲਣ ਲੱਗ ਪਿਆ। ਜਦੋਂ ਕਾਦਰ ਬਖਸ਼ ਉਹਦੇ ਸਾਹਮਣੇ ਆਇਆ ਤਾਂ ਉਹਨੂੰ ਵੀ ਬੜੇ ਗੁੱਸੇ 'ਚ ਕਿਹਾ, ਕੀ ਪਿਆ ਕਰਦਾ ਇੱਥੇ? ਜਾ ਕੇ ਕਿਧਰੇ ਪਤਾ ਕਰ। ਮੈਂ ਤਾਂ ਸਾਰਾ ਇਲਾਕਾ ਛਾਣ ਮਾਰਿਆ ਹੈ, ਪਰ ਕਿਧਰੇ ਫਾਤਮਾ ਦਾ ਪਤਾ ਨਹੀਂ ਲੱਗਾ। ਕਾਦਰ ਬਖਸ਼ ਨੇ ਕਿਹਾ ਤੇ ਉਹਦੀਆਂ ਅੱਖਾਂ 'ਚੋਂ ਗਲੇਡੂ ਡਿੱਗਣ ਲੱਗ ਪਏ। ਹੱਦ ਹੋ ਗਈ, ਜਾਫਰ ਬੇਗ ਨੇ ਕਿਹਾ। ਲਾਹਨਤ ਹੈ ਸਾਡੀ ਹਕੂਮਤ ਨੂੰ ਜੇ ਅਸੀਂ ਫਾਤਮਾ ਦਾ ਵੀ ਪਤਾ ਨਹੀਂ ਕੱਢ ਸਕੇ। ਆਖਰ ਜਿਉਂਦੀ ਹੈ ਜਾਂ ਮੋਈ, ਕੁਝ ਤਾਂ ਪਤਾ ਲੱਗਣਾ ਚਾਹੀਦਾ ਹੈ। ਮੈਂ ਆਪ ਬੜਾ ਹੈਰਾਨ ਹਾਂ ਕਿ ਕੀ ਹੋ ਗਿਆ। ਆਖਰ ਇੱਥੇ ਸਾਡੇ ਨਾਲੋਂ ਕਿਹੜੀ ਵੱਡੀ ਤਾਕਤ ਹੈ ਜਿਹਨੇ ਫਾਤਮਾ ਨੂੰ ਛੁਪਾਉਣ ਦਾ ਹੌਸਲਾ ਕਰ ਲਿਆ? ਕਾਦਰ ਬਖਸ਼ ਨੇ ਕਿਹਾ ਤੇ ਸੋਚਣ ਲੱਗ ਪਿਆ। ਇੱਕਦਮ ਪਤਾ ਨਹੀਂ ਉਹਨੂੰ ਕੀ ਸੁਝਿਆ ਤੇ ਉੱਠ ਕੇ ਬਾਹਰ ਚਲਾ ਗਿਆ। ਜਾਫਰ ਬੇਗ ਨੇ ਜਾਂਦੇ ਵੱਲ
ਪਿੱਛੋਂ ਤੱਕਿਆ ਤੇ ਫਿਰ ਆਪਣੇ ਆਪ ਨੂੰ ਕੋਸਣ ਲੱਗ ਪਿਆ ਕਿ ਇਸ ਵਿਚਾਰੀ ਨੂੰ ਕਿਹੜਾ ਘੱਟ ਦਰਦ ਏ। ਮੈਂ ਵੀ ਉਹਨੂੰ ਵੀ ਗੁੱਸੇ ਹੋਣ ਲੱਗ ਪਿਆ। ਇਸ ਵਿਚਾਰੇ ਨੇ ਚੱਜ ਨਾਲ ਰੋਟੀ ਨਹੀਂ ਖਾਧੀ, ਕਈ ਦਿਨਾਂ ਤੋਂ ਵਾਲ ਨਹੀਂ ਸਵਾਰੇ, ਨਾ ਹੀ ਦਾੜੀ ਮੁੰਨਾਈ ਹੈ। ਰਹੀਮ ਖਾਨ ਅੰਦਰ ਆ ਗਿਆ ਤੇ ਸਲਾਮ ਕਰਕੇ ਮੰਜੇ ਤੇ ਬੈਠ ਗਿਆ। ਜਾਫਰ ਬੇਗ ਨੇ ਬੇਧਿਆਨੀ 'ਚ ਉਹਦੇ ਸਲਾਮ ਦਾ ਵੀ ਉੱਤਰ ਨਾ ਦਿੱਤਾ ਤੇ ਝੱਟ ਪਿੱਛੋਂ ਜਦ ਉਹਨੂੰ ਦੇਖਿਆ ਤਾਂ ਮੱਥੇ ਤੇ ਵੱਟ ਪਾ ਕੇ ਗੁੱਸੇ 'ਚ ਕਿਹਾ, ਕਿੱਥੇ ਮਰ ਗਿਆ ਸੀ? ਕਿਧਰੇ ਨਹੀਂ ਜਨਾਬ, ਰਹੀਮ ਖਾਨ ਨੇ ਨਿਮਰਤਾ ਨਾਲ ਕਿਹਾ। ਕਿਧਰੇ ਨਹੀਂ ਲਿਆ ਬੱਚਿਆ, ਤੈਨੂੰ ਕੱਲ ਦਾ ਵੇਖਿਆ ਨਹੀਂ। ਜਾਫਰ ਬੇਗ ਨੇ ਇੱਕ ਚੀਚੀ ਵੱਟੀ। ਜੀਤੀ ਕਿੱਥੇ ਹੀ? ਬਾਹਰਲੀ ਹਵੇਲੀ ਦੇ ਪਿਛਲੇ ਹਾਤੇ 'ਚ, ਤੇ ਜਦੋਂ ਦੀ ਆਈ ਇਹ ਵਕਤ 'ਚ ਫਸ ਗਏ ਆ। ਜਾਫਰ ਬੇਗ ਨੇ ਕਿਹਾ। ਇੱਕ ਦਿਨ ਵੀ ਸੁੱਖ ਦਾ ਸਾਹ ਨਹੀਂ ਆਇਆ। ਪਹਿਲਾਂ ਤਾਰਾ ਸਿੰਘ ਨੇ ਵਕਤ ਪਾਈ ਰੱਖਿਆ ਤੇ ਫਿਰ ਲਾਹੌਰ ਦਾ ਤੋਂ ਹੀ ਸੱਦੇ ਨਹੀਂ ਮੁੱਕੇ ਤੇ ਹੁਣ ਫਾਤਮਾ ਦਾ ਕੁਝ ਪਤਾ ਨਹੀਂ ਲੱਗਦਾ। ਹਜੂਰ ਉਹ ਵੀ ਰੋ ਰੋ ਕੇ ਮਰਨ ਲੱਗੀ ਏ। ਰਹੀਮ ਖਾਨ ਨੇ ਤਰਲੇ ਨਾਲ ਕਿਹਾ। ਕਿਉਂ ਨਹੀਂ ਉਹ ਛੱਡ ਦਿੰਦੇ? ਐਵੇਂ ਵਕਤ ਨੂੰ ਫੜੇ ਹੋਏ ਆ। ਲੈ, ਹੱਦ ਹੋ ਗਈ, ਅਜਿਹਾ ਲਾਲ ਫਿਰ ਹੱਥ ਲੱਗਣਾ? ਜਾਫਰ ਬੇਗ ਨੇ ਕਿਹਾ। ਜੀਤੋ ਦੀ ਯਾਦ ਨੇ ਉਹਦੇ ਚਿਹਰੇ ਦਾ ਰੰਗ ਕੁਝ ਨਿਖਾਰਿਆ। ਉਸ ਮਹਿੰਦੀ ਰੰਗੀ ਦਾੜੀ ਤੇ ਹੱਥ ਫੇਰਿਆ, ਹੁੱਕੇ ਦਾ ਇੱਕ ਲੰਮਾ ਸੂਟਾ ਲਿਆ। ਬਾਹਰੋਂ ਇੱਕ ਬੰਦਾ ਸਾਹੋ ਸਾਹ ਭੱਜਾ ਆਇਆ। ਉਹਨੂੰ ਵੇਖ ਕੇ ਜਾਫਰ ਬੇਗ ਨੇ ਤੇ ਰਹੀਮ ਨੇ ਇੱਕਦਮ ਗੱਲਾਂ ਬੰਦ ਕਰਤੀਆਂ। ਜਾਫਰ ਬੇਗ ਤੇ ਰਹੀਮ ਨੂੰ ਇਉਂ ਲੱਗਾ ਜਿਵੇਂ ਫਾਤਮਾ ਮਿਲ ਗਈ ਹੋਵੇ ਤੇ ਉਹ ਦੱਸਣ ਆਇਆ। ਪਰ ਉਸ ਆਉਂਦਿਆਂ ਕਿਹਾ, ਗਜ਼ਬ ਹੋ ਗਿਆ। ਕੀ ਹੋ ਗਿਆ? ਜਾਫਰ ਬੇਗ ਨੇ ਪੁੱਛਿਆ। ਸਿੱਖਾਂ ਹਮਲਾ ਕਰ ਦਿੱਤਾ, ਉਹ ਘਬਰੇ ਹੋਏ ਨੇ ਕਿਹਾ। ਕਿੱਥੇ? ਜਾਫਰ ਬੇਗ ਨੇ ਉਤਾਵਲੇ ਹੋ ਕੇ ਪੁੱਛਿਆ। ਪੱਟੀ ਤੇ। ਜੀ ਹਾਂ, ਉਸ ਦੱਸਿਆ। ਮੈਂ ਆਪਣੇ ਖੂਹ ਤੇ ਆਪ ਵੇਖਿਆ। ਘੋੜਿਆਂ ਤੇ ਚੜੇ ਦਬਾ ਦਬ ਖੂਹ ਵੱਲ ਜਾ ਰਹੇ ਸੀ। ਕਿੰਨੇ ਕੁ ਸਿੱਖ ਸੀ? ਰਹੀਮ ਖਾਨ ਨੇ ਪੁੱਛਿਆ। ਇਹ ਤੇ ਮੈਨੂੰ ਨਹੀਂ ਪਤਾ, ਮੈਂ ਤੇ ਖੂਹ ਦੇ ਕੋਠੇ ਉੱਲੇ ਸਾਂ ਤੇ ਉਹਨਾਂ ਨੂੰ ਵੇਖ ਕੇ ਉਸੇ ਵੇਲੇ ਭੱਜਾ ਆਇਆ। ਜਾਫਰ ਬੇਗ ਦੀ ਹਵੇਲੀ ਉੱਤੇ ਇੱਕ ਵੱਡਾ ਸਾਰਾ ਘੜਿਆਲ ਲੱਗਾ ਸੀ। ਜਦ ਕਦੇ ਖਤਰੇ ਦੀ ਚੇਤਾਵਨੀ ਦੇਣੀ ਹੁੰਦੀ ਸੀ ਜਾਂ ਫੌਜ ਦੇ ਜਵਾਨਾਂ ਨੂੰ ਇਕੱਠਾ ਕਰਨਾ ਹੁੰਦਾ ਤਾਂ ਉਹ ਘੜਿਆਲ ਵਜਾ ਦਿੱਤਾ ਜਾਂਦਾ। ਜਾਫਰ ਬੇਗ ਨੇ ਉਸੇ ਵੇਲੇ ਨੌਕਰ ਨੂੰ ਆਵਾਜ਼ ਦਿੱਤੀ ਤੇ ਘੜਿਆਲ ਵਜਾਉਣ ਦਾ ਹੁਕਮ ਦਿੱਤਾ। ਘੜਿਆਲ ਦੇ ਖੜਕਦਿਆਂ ਸਾਰ ਪੱਟੀ 'ਚ ਭਾਜੜ ਪੈ ਗਈ। ਰਿਵਾਜ਼ ਅਨੁਸਾਰ ਜਨਾਨੀਆਂ ਨੇ ਝਟਪਟ ਦਰਵਾਜ਼ੇ ਬੰਦ ਕਰ ਲਏ। ਮਰਦਾਂ ਨੇ ਆਪਣੇ ਆਪਣੇ ਹਥਿਆਰ ਸੰਭਾਲ ਲਏ। ਲੋਕੀ ਕੋਠਿਆਂ ਤੇ ਚੜ੍ਹ ਗਏ ਤੇ ਆਸੇ-ਪਾਸੇ ਦੇਖਣ ਲੱਗ ਪਏ ਕਿ ਕਿਧਰੋਂ ਹਮਲਾ ਹੋਇਆ। ਲੋਕਾਂ ਨੂੰ ਦੂਰ ਜਾਫਰ ਬੇਗ ਦੇ ਖੂਹ ਵੱਲ ਮਿੱਟੀ ਉੱਡਦੀ ਦਿਸੀ, ਪਰ ਹਮਲਾ ਕਰਨ ਵਾਲੇ ਨਜ਼ਰ ਨਾ ਆਏ। ਜਾਫਰ ਬੇਗ ਤੇ ਕਾਦਰ ਬਖਸ਼ ਨੇ ਲੋਹੇ ਦੀਆਂ ਬਣੀਆਂ ਪੁਸ਼ਾਕਾਂ ਪਾ ਲਈਆਂ, ਤਿਆਰ ਹੋ ਗਏ। ਜਾਫਰ ਬੇਗ ਦੀ ਹਵੇਲੀ ਦੇ ਸਿਪਾਹੀ ਵੀ ਤਿਆਰ ਹੋ ਗਏ। ਜਾਫਰ ਬੇਗ ਦੀ ਹਵੇਲੀ ਦੀ ਡਿਊਟੀ ਅੱਗੇ ਫੌਜੀ ਜਵਾਨਾਂ ਦਾ ਇਕੱਠ ਹੋ ਗਿਆ। ਸ਼ਹਿਰ ਦੇ ਬਚਾਅ ਲਈ ਮੋਰਚਿਆਂ ਦੀ ਤਿਆਰੀ ਦੀ ਵਿਉਂਤ ਹੋਣ ਲੱਗ ਪਈ। ਦੋ ਆਦਮੀ ਭੱਜੇ ਭੱਜੇ ਆਏ ਤੇ ਉਹਨਾਂ ਜਾਫਰ ਬੇਗ ਨੂੰ ਦੱਸਿਆ ਕਿ ਫਾਤਮਾ ਆ ਗਈ ਹੈ। ਫਾਤਮਾ ਆ ਗਈ? ਜਾਫਰ ਬੇਗ ਦੀਆਂ ਵਾਛਾਂ ਖੁੱਲ ਗਈਆਂ। ਕਿੱਥੇ ਵੇ? ਕਾਦਰ ਬਖਸ਼ ਨੇ ਉਤਾਵਲੇ ਹੋ ਕੇ ਪੁੱਛਿਆ। ਖੂਹ ਤੋਂ ਆ ਰਹੀ ਹੈ, ਅਸੀਂ ਭੱਜੇ ਆਏ ਹਾਂ ਤਾਂ ਕਿ ਪਤਾ ਦਈਏ। ਸਿੱਖ ਘੋੜਿਆਂ ਤੇ ਆਏ ਸੀ ਤੇ ਉਹਨੂੰ ਛੱਡ ਗਏ ਆ। ਸਿੱਖ ਛੱਡ ਗਏ ਆ? ਜਾਫਰ ਬੇਗ ਨੇ ਹੈਰਾਨ ਹੋ ਕੇ ਪੁੱਛਿਆ। ਜੀ ਹਾਂ, ਦੋਵੇਂ ਇਕੱਠੇ ਬੋਲ ਪਏ। ਇਹਦਾ ਮਤਲਬ ਇਹ ਸਿੱਖ ਉਹਨੂੰ ਲੈ ਗਏ ਸੀ? ਜਾਫਰ ਬੇਗ ਨੇ ਕਿਹਾ। ਹੁਣ ਉਹ ਆਪ ਛੱਡਣ ਆਏ ਨੇ ਤੇ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਈ। ਆਹੋ, ਮੈਨੂੰ ਵੀ ਤਾਂ ਛੱਡ ਦਿੱਤਾ ਸੀ। ਸਿੱਖਾਂ ਇਸੇ ਤਰ੍ਹਾਂ ਫਾਤਮਾ ਨੂੰ ਵੀ ਛੱਡ ਦਿੱਤਾ ਹੋਣਾ। ਸਿੱਖ ਇੰਨੇ ਕਮੀਨੇ ਨਹੀਂ ਕਿ ਕਿਸੇ ਅਬਲਾ ਤੇ ਹੱਥ ਉਠਾਉਣ, ਕਾਦਰ ਬਖਸ਼ ਨੇ ਕਿਹਾ। ਪਰ ਉਹ ਲੈ ਕੇ ਕਿਉਂ ਗਏ? ਜਾਫਰ ਬੇਗ ਨੇ ਗੁੱਸੇ 'ਚ ਕਿਹਾ। ਹੁਣ ਡਰਦੇ ਮਾਰੇ ਛੱਡ ਗਏ ਹੋਣੇ। ਨਹੀਂ, ਇਹ ਗੱਲ ਨਹੀਂ, ਕਾਦਰ ਬਖਸ਼ ਨੇ ਕਿਹਾ। ਅਸੀਂ ਕਿਹੜਾ ਉਹਨਾਂ ਦਾ ਪਿੱਛਾ ਕਰ ਰਹੇ ਸੀ। ਫਾਤਮਾ ਆ ਕੇ ਦੱਸੇਗੀ ਕੀ ਗੱਲ ਹੋਈ। ਸਿੱਖ ਜੀਤੋ ਨੂੰ ਲੈਣ ਆਏ ਸਨ, ਇੱਕ ਆਦਮੀ ਨੇ ਦੱਸਿਆ, ਜੋ ਖੂਹ ਤੇ ਆਇਆ ਹੈ। ਜੀਤੋ ਨੂੰ ਲੈਣ ਆਏ ਸੀ? ਕਾਦਰ ਬਖਸ਼ ਨੇ ਕਿਹਾ। ਕੀ ਜੀਤੋ ਅਜੇ ਨਹੀਂ ਪਹੁੰਚੀ? ਕਾਦਰ ਬਖਸ਼ ਨੂੰ ਪਤਾ ਸੀ ਪਰ ਉਸ ਜਾਣ ਕੇ ਜਾਫਰ ਬੇਗ ਤੋਂ ਪੁੱਛਿਆ ਤਾਂ ਕਿ ਜੀਤੋ ਦਾ ਕੁਝ ਪਤਾ ਲੱਗ ਜਾਏ। ਜੀਤੋ ਦਾ ਨਾਮ ਸੁਣ ਕੇ ਜਾਫਰ ਬੇਗ ਵੀ ਘਬਰਾ ਗਿਆ, ਕਿਉਂਕਿ ਉਹ ਝੂਠ ਬੋਲ ਚੁੱਕਿਆ ਸੀ ਕਿ ਜੀਤੋ ਨੂੰ ਉਹਨੇ ਪਹੁੰਚਾਤਾ। ਫਾਤਮਾ ਬੜੀ ਘਬਰਾਈ ਹੋਈ ਘਰ ਪਹੁੰਚੀ। ਉਹਨੂੰ ਡਰ ਸੀ ਕਿ ਉਹਦੇ ਘਰੋਂ ਬਾਹਰ ਜਾਣ ਦਾ ਭੇਦ ਖੁੱਲਣ ਤੇ ਚਾਚਾ ਜੀ ਨਾਰਾਜ਼ ਹੋਣਗੇ। ਇਸ ਲਈ ਖੂਹ ਤੋਂ ਘਰ ਤੱਕ ਉਹ ਸੋਚਦੀ ਆਈ ਕਿ ਕਿਹੜਾ ਬਹਾਨਾ ਬਣਾਏ ਜਿਸ ਨਾਲ ਸਾਰਾ ਰਾਜ਼ ਨਾ ਖੁੱਲੇ। ਅਖੀਰ ਉਹਨੇ ਇੱਕ ਬਹਾਨਾ ਬਣਾਇਆ। ਹਵੇਲੀ ਤੋਂ ਦਰਵਾਜ਼ਾ ਟੱਪਦਿਆਂ ਜਦ ਜਾਫਰ ਬੇਗ ਦੀ ਨਜ਼ਰ ਪਈ ਤਾਂ ਉਸ ਝੱਟ ਮੰਜੇ ਤੋਂ ਉੱਠ ਕੇ ਉਹਨੂੰ ਜੱਫਾ ਪਾ ਲਿਆ। ਫਿਰ ਕਾਦਰ ਬਖਸ਼ ਘੁੱਟ ਕੇ ਮਿਲਿਆ। ਮਿਲਦਿਆਂ ਦੋਵਾਂ ਭੈਣ ਭਰਾਵਾਂ ਦਾ ਰੋਣਾ ਨਿਕਲ ਗਿਆ। ਕਿੱਥੇ ਟੁਰ ਗਈ ਸੀ? ਜਾਫਰ ਬੇਗ ਨੇ ਉਹੀ ਪਹਿਲਾਂ ਸਵਾਲ ਕੀਤਾ ਜਿਹਦੀ ਫਾਤਮਾ ਨੂੰ ਆਸ ਸੀ। ਠਹਿਰ ਕੇ ਦੱਸਾਂਗੀ, ਅਜੇ ਹੋਸ਼ ਟਿਕਾਣੇ ਨਹੀਂ, ਫਾਤਮਾ ਨੇ ਘਬਰਾਹਟ ਵਿੱਚ ਹੀ ਮੰਜੇ ਤੇ ਬੈਠਦਿਆਂ ਕਿਹਾ। ਫਾਤਮਾ ਦੇ ਆਉਣ ਦੀ ਖਬਰ ਦੀ ਵੀ ਗਲੀ ਮਹੱਲੇ ਵਿੱਚ ਤੇ ਹਵੇਲੀ ਦੇ ਨੌਕਰਾਂ ਵਿੱਚ ਜੰਗਲ ਦੀ ਅੱਗ ਦੀ ਤਰ੍ਹਾਂ ਝੱਟ ਖਿੱਲਰ ਗਈ ਤੇ ਫਾਤਮਾ ਤੇ ਉਹਦੇ ਚਾਚੇ ਨੂੰ ਵਧਾਈ ਦੇਣ ਲਈ ਲੋਕ ਆਉਣ ਲੱਗ ਪਏ। ਕੁਝ ਕੁੜੀਆਂ ਵੀ ਆ ਗਈਆਂ। ਇਸ ਲਈ ਫਾਤਮਾ
ਇਹ ਕਹਿ ਕੇ ਚਾਚੇ ਕੋਲੋਂ ਉੱਠ ਗਈ ਕਿ ਬੜੀ ਲੰਮੀ ਕਹਾਣੀ ਹੈ, ਠਹਿਰ ਕੇ ਤੁਹਾਨੂੰ ਦੱਸਾਂਗੀ। ਤੁਸੀਂ ਇਹ ਖੁਸ਼ਕਿਸਮਤੀ ਸਮਝੋ ਕਿ ਮੈਂ ਬਚ ਕੇ ਆ ਗਈ ਹਾਂ। ਨਹੀਂ, ਮੈਨੂੰ ਕਾਹਲ ਏ, ਸੁਣਿਆ ਸਿੱਖ ਹਮਲਾ ਕਰਨ ਆ ਗਏ ਨੇ, ਜਾਫਰ ਬੇਗ ਬੋਲਿਆ। ਹਮਲਾ ਕਰਨ ਨਹੀਂ ਆਏ, ਮੈਨੂੰ ਛੱਡਣ ਆਏ ਸੀ, ਫਾਤਮਾ ਨੇ ਕਿਹਾ। ਇਸੇ ਲਈ ਤਾਂ ਤੁਹਾਨੂੰ ਕਿਹਾ ਹੈ ਕਿ ਠਹਿਰ ਕੇ ਵੱਖਰਿਆਂ ਸਾਰੀ ਗੱਲ ਦੱਸਾਂਗੇ। ਜਾਫਰ ਬੇਗ ਚਾਹੁੰਦਾ ਸੀ ਉਹਨੂੰ ਸਾਰੀ ਗੱਲ ਦਾ ਹੁਣੇ ਪਤਾ ਲੱਗੇ। ਇਸ ਲਈ ਫਾਤਮਾ ਨੇ ਦੱਸਿਆ ਕਿ ਦਿੱਲੀ ਦੀ ਸ਼ਾਹੀ ਫੌਜ ਦੇ ਉਹ ਕਾਬੂ ਆ ਗਈ ਸੀ। ਜੇ ਸਿੱਖ ਨਾ ਮਿਲਦੇ ਤਾਂ ਉਹਨੂੰ ਦਿੱਲੀ ਲੈ ਜਾਣਾ ਸੀ। ਤੂੰ ਫੌਜ ਦੇ ਕਿਵੇਂ ਕਾਬੂ ਆਈ? ਜਾਫਰ ਬੇਗ ਨੇ ਸਵਾਲ ਕੀਤਾ। ਮੇਰੇ ਪੇਟ 'ਚ ਉਸ ਦਿਨ ਦਰਦ ਸੀ, ਮੈਂ ਘੜੀ ਮੁੜੀ ਬਾਹਰ ਜਾਂਦੀ ਸੀ। ਰਾਤ ਦੀ ਰੋਟੀ ਵੇਲੇ ਤੋਂ ਝਟਕ ਪਿੱਛੋਂ ਮੈਨੂੰ ਫੇਰ ਹਾਜਤ ਹੋਈ। ਮੈਂ ਬਾਹਰ ਗਈ, ਅਜੇ ਬਾਹਰਲੀ ਹਵੇਲੀ ਦੇ ਕੋਲ ਹੀ ਪਹਿਲੇ ਖੇਤ ਵੱਲ ਚੱਲੀ ਸੀ ਕਿ ਉੱਥੋਂ ਦੇ ਸਿਪਾਹੀ ਮਿਲ ਪਏ। ਉਹਨਾਂ ਇੱਕਦਮ ਕੱਪੜਾ ਸੁੱਟ ਕੇ ਮੇਰਾ ਮੂੰਹ ਬੰਨ੍ਹ ਦਿੱਤਾ, ਮੈਨੂੰ ਚੁੱਕ ਕੇ ਲੈ ਗਏ। ਉਹਨਾਂ ਇੱਕ ਬੁਰਛੇ ਜਰਨੈਲ ਦੇ ਹਵਾਲੇ ਕੀਤਾ। ਉਹਨੂੰ ਦੇਖਦਿਆਂ ਤੇ ਮੂੰਹ ਬੰਨੇ ਹੋਣ ਦੀ ਘਬਰਾਹਟ ਨਾਲ ਹੀ ਮੈਂ ਬੇਹੋਸ਼ ਹੋ ਗਈ। ਮੈਨੂੰ ਪਾਲਕੀ 'ਚ ਪਾ ਕੇ ਦਿੱਲੀ ਲੈ ਟੁਰੇ। ਰਾਹ 'ਚ ਕਿਧਰੇ ਕੋਈ ਜੰਗਲ ਹੈ ਜਿਹਦੇ ਨੇੜੇ ਕੋਈ ਉੱਚਾ ਜਿਹਾ ਟਿੱਬਾ ਹੈ। ਉਸ ਟਿੱਬੇ ਤੇ ਉਹਨਾਂ ਰਾਤ ਨੂੰ ਆਰਾਮ ਕੀਤਾ ਤੇ ਰਾਤੀ ਸਿੱਖ ਆ ਪਏ ਤੇ ਮੈਨੂੰ ਛੁਡਾ ਕੇ ਲੈ ਗਏ। ਉਹਨਾਂ ਸਾਰਿਆਂ ਨੂੰ ਕੈਦ ਕਰ ਲਿਆ। ਠੀਕ, ਮੈਨੂੰ ਇਤਲਾਹ ਮਿਲੀ ਸੀ ਕਿ ਦਿੱਲੀ ਦਾ ਇੱਕ ਜਰਨੈਲ ਕਾਸਮ ਖਾਨ ਸਿੱਖਾਂ ਨੇ ਗ੍ਰਿਫਤਾਰ ਕਰ ਲਿਆ। ਉਹ ਤਾਂ ਬਿਆਸ ਦੇ ਨੇੜੇ ਕਿਧਰੇ ਦੀ ਘਟਨਾ ਹੈ, ਜਾਫਰ ਬੇਗ ਨੇ ਕਿਹਾ। ਬੜਾ ਹਰਾਮਜ਼ਾਦਾ ਨਿਕਲਿਆ, ਜਿਹਨੂੰ ਸ਼ਰਮ ਨਾ ਆਈ। ਹਕੂਮਤ ਦਾ ਨਸ਼ਾ ਕਈਆਂ ਤੋਂ ਅਜਿਹੀਆਂ ਗਲਤੀਆਂ ਕਰਵਾਉਂਦਾ ਹੈ, ਫਾਤਮਾ ਨੇ ਵਿਅੰਗ ਨਾਲ ਕਿਹਾ। ਕਿਹੜਾ ਕਰਦਾ ਹੈ? ਜਿਹੜਾ ਕਰਦਾ ਉਹ ਭਰ ਵੀ ਲੈਂਦਾ ਤੇ ਮੈਨੂੰ ਕਾਬੂ ਕਰਦਾ ਹੋਇਆ ਆਪ ਕਾਬੂ ਆਇਆ ਹੋਇਆ। ਇਸ ਤਰ੍ਹਾਂ ਆਪਣੀ ਸਾਰੀ ਵਿਥਿਆ ਸੁਣਾ ਕੇ ਫਾਤਮਾ ਆਪਣੇ ਹਾਤੇ ਵਿੱਚ ਚਲੀ ਗਈ ਤੇ ਕੁੜੀਆਂ ਉਸ ਤੋਂ ਸੁੱਖ ਸਾਂਦ ਪੁੱਛਦੀਆਂ ਰਹੀਆਂ। ਰਾਤ ਕਾਫੀ ਗਈ, ਰਾਤ ਤੱਕ ਲੋਕਾਂ ਦੀ ਆਵਾਜਾਈ ਰਹੀ। ਸਾਰੇ ਨਗਰ 'ਚ ਇਹ ਗੱਲ ਧੁੰਮ ਗਈ ਕਿ ਸਿੱਖ ਪੱਟੀ ਤੇ ਹਮਲਾ ਕਰਨ ਲਈ ਨਹੀਂ ਆਏ ਸੀ, ਸਗੋਂ ਫਾਤਮਾ ਨੂੰ ਛੱਡਣ ਆਏ ਸੀ। ਕਈਆਂ ਸਿਆਣਿਆਂ ਨੇ ਕਿਹਾ ਹੱਦ ਹੋ ਗਈ, ਰਾਖੇ ਲੁਟੇਰੇ ਬਣ ਗਏ ਜੀ। ਰਹੀਮ ਖਾਨ ਨੂੰ ਵੀ ਫਾਤਮਾ ਦੇ ਆ ਜਾਣ ਦਾ ਪਤਾ ਲੱਗ ਗਿਆ ਤੇ ਉਹ ਭੱਜਾ ਆਇਆ, ਪਰ ਅੱਗੇ ਕੁੜੀਆਂ ਦਾ ਝੁਰਮਟ ਵੇਖ ਕੇ ਪਰਤ ਗਿਆ। ਉਹ ਸੋਚਿਆ ਕਿ ਇਸ ਸਮੇਂ ਬਹੁਤੀ ਗੱਲਬਾਤ ਨਹੀਂ ਹੋ ਸਕੇਗੀ, ਇਸ ਲਈ ਫਿਰ ਕਿਸੇ ਵੇਲੇ ਆ ਕੇ ਪਤਾ ਕਰ ਲਏਗਾ। ਉਂਝ ਨੂੰ ਵੀ ਪਤਾ ਲੱਗਿਆ ਸੀ, ਪਰ ਰਹੀਮ ਖਾਨ ਨੂੰ ਸਿਰਫ ਇਹ ਡਰ ਸੀ ਕਿ ਕਿਧਰੇ ਫਾਤਮਾ ਨਾ ਦੱਸ ਦੇ। ਉਹ ਪਹਿਲਾਂ ਹੀ ਕਹਿ ਚੁੱਕਿਆ ਸੀ ਕਿ ਫਾਤਮਾ ਖੂਹ ਤੇ ਨਹੀਂ ਆਈ। ਇਸ ਫਿਕਰ 'ਚ ਉਹਨੂੰ ਨੀਂਦਰ ਵੀ ਨਾ ਪਈ। ਦੂਜੇ ਦਿਨ ਉਹ ਸਵੇਰੇ ਫਾਤਮਾ ਨੂੰ ਮਿਲਣ ਆ ਗਿਆ। ਹਵੇਲੀ ਦਾ ਵੱਡਾ ਦਰਵਾਜ਼ਾ ਲੰਘਦਿਆਂ ਹੌਲੀ-ਹੌਲੀ ਕਦਮ ਪੁੱਟਦਾ ਫਾਤਮਾ ਦੇ ਹੱਥੇ 'ਚ ਚਲਾ ਗਿਆ। ਇਸ ਗੱਲ ਦਾ ਉਹਦਾ ਖਿਆਲ ਰੱਖਿਆ ਕਿ ਜਾਫਰ ਬੇਗ, ਕਾਦਰ ਬਖਸ਼ ਜੀ ਘਰ ਦੇ ਹੋਰ ਕੋਈ ਮੈਂਬਰ ਨਾ ਵੇਖ ਲੈਣ। ਰਾਤ ਨੂੰ ਕਾਫੀ ਦੇਰ ਤੱਕ ਗੱਲਾਂ ਕਰਦਿਆਂ ਫਾਤਮਾ ਬਹੁਤ ਦੇਰ ਨਾਲ ਸੁੱਤੀ, ਜਿਸ ਲਈ ਉਹਨੂੰ ਸਵੇਰੇ ਜਾਗ ਨਾ ਆਈ। ਕਈ ਦਿਨ ਘਰ ਤੋਂ ਬਾਹਰ ਰਹਿਣ ਕਾਰਨ ਆਰਾਮ ਨਾਲ ਸੌਣ ਦਾ ਮੌਕਾ ਨਾ ਮਿਲਿਆ, ਇਸ ਲਈ ਵੀ ਉਹ ਗੂੜੀ ਨੀਂਦਰੇ ਸੁੱਤੀ ਪਈ ਸੀ। ਇੱਕ ਵਾਰ ਤਾਂ ਕਾਦਰ ਬਖਸ਼ ਆਇਆ, ਪਰ ਸੁੱਤੀ ਪਈ ਵੇਖ ਕੇ ਵਾਪਸ ਮੁੜ ਗਿਆ ਤੇ ਉਸ ਜਗਾਣਾ ਠੀਕ ਨਾ ਸਮਝਿਆ। ਦੂਜੀ ਵਾਰ ਰਹੀਮ ਖਾਨ ਨੇ ਦੇਖਿਆ ਤਾਂ ਦਰਵਾਜ਼ਾ ਭੀੜਿਆ ਹੋਇਆ ਸੀ। ਉਹ ਥੋੜਾ ਜਿਹਾ ਦਰਵਾਜ਼ਾ ਖੋਲ ਕੇ ਬਹੁਤ ਸਾਰੀ ਝਾਤ ਪਾਈ ਤੇ ਅੰਦਰ ਕੋਈ ਵੀ ਨਹੀਂ ਸੀ। ਸਾਹਮਣੇ ਇੱਕ ਮੰਜੇ ਤੇ ਫਾਤਮਾ ਚਾਦਰ ਤਾਣੀ ਸੁੱਤੀ ਪਈ ਸੀ। ਥੋੜਾ ਜਿਹਾ ਦਰਵਾਜ਼ਾ ਹੋਰ ਖੋਲ ਕੇ ਰਹੀਮ ਖਾਨ ਅੰਦਰ ਆ ਗਿਆ। ਫਾਤਮਾ ਨੇ ਦਰਵਾਜ਼ੇ ਦੇ ਖੁੱਲਣ ਦੀ ਮਾਮੂਲੀ ਜਿਹੀ ਆਵਾਜ਼ ਆਉਣ ਤੇ ਅੰਗੜਾਈ ਲਈ ਤੇ ਚਾਦਰ ਉਹਦੇ ਮੂੰਹ ਤੋਂ ਤਿਲਕ ਕੇ ਲੱਕ ਤੱਕ ਆ ਗਈ। ਉਸ ਪਾਸਾ ਪਰਤਿਆ ਤੇ ਫਿਰ ਸੌਂ ਗਈ। ਨੀਂਦਰ ਦੇ ਲੋਰ ਵਿੱਚ ਉਸ ਅੱਖ ਵੀ ਨਾ ਖੋਲੀ ਤੇ ਨਾ ਹੀ ਉਹ ਜਾਣਨ ਦਾ ਯਤਨ ਕੀਤਾ ਕਿ ਕੌਣ ਆਇਆ। ਰਹੀਮ ਖਾਨ ਪਵੰਦੀ ਖਲੋਤੀ ਉਹਦੀ ਸੁੰਦਰਤਾ, ਜੋਬਨ ਤੇ ਜਵਾਨੀ ਨੂੰ ਦੇਖਦਾ ਰਿਹਾ। ਉਹਦਾ ਜੀ ਕੀਤਾ ਕਿ ਫਾਤਮਾ ਇਸੇ ਤਰ੍ਹਾਂ ਸਾਹਮਣੇ ਸੁੱਤੀ ਰਹੇ ਤੇ ਫਿਰ ਉਹਦੇ ਦਰਸ਼ਨ ਕਰਵਾ ਦੇਵੇ। ਬਾਹਰਲੇ ਦਰਵਾਜ਼ੇ ਤੋਂ ਕਿਸੇ ਦੇ ਆਉਣ ਦਾ ਖੜਾਕ ਹੋਇਆ। ਰਹੀਮ ਖਾਨ ਘਬਰਾ ਗਿਆ ਤੇ ਬਿਨ ਜਗਾਏ ਕਮਰੇ ਤੋਂ ਬਾਹਰ ਆ ਗਿਆ ਤੇ ਦਰਵਾਜ਼ਾ ਫਿਰ ਭੀੜ ਦਿੱਤਾ। ਜਦ ਉਸ ਝਾਤੀ ਮਾਰੀ ਤਾਂ ਬਾਹਰਲੇ ਦਰਵਾਜ਼ੇ ਤੇ ਸਫਾਈ ਕਰਨ ਵਾਲੀ ਭੰਗਣ ਸੀ, ਜੋ ਸਫਾਈ ਲਈ ਆਈ ਹੋਈ ਸੀ ਤੇ ਦਰਵਾਜ਼ੇ ਦੇ ਪਿਛਲੇ ਪਾਸੇ ਸਫਾਈ ਕਰਨ ਲਈ ਦਰਵਾਜ਼ਾ ਭੀੜ ਰਹੀ ਸੀ। ਰਹੀਮ ਪਿਛਲੇ ਪੈਰੀ ਫਿਰ ਮੁੜ ਗਿਆ, ਫਾਤਮਾ ਦੇ ਕਮਰੇ 'ਚ ਜਾ ਵੜਿਆ। ਹੁਣ ਉਹਦੇ ਅੰਦਰ ਆਉਣ ਤੇ ਖੜਾਕ ਨਾਲ ਫਾਤਮਾ ਜਾਗ ਪਈ, ਉੱਠ ਕੇ ਬੈਠ ਗਈ। ਰਹੀਮ ਖਾਨ ਨੂੰ ਸਾਹਮਣੇ ਵੇਖ ਕੇ ਮੁਸਕਰਾ ਪਈ ਤੇ ਉਹਨੇ ਕਿਹਾ, ਰਾਤ ਨਹੀਂ ਆਏ? ਸਾਰਾ ਨਗਰ ਰਾਤੀ ਮੈਨੂੰ ਮਿਲਣ ਆਇਆ, ਪਰ ਤੁਸੀਂ ਪਤਾ ਨਹੀਂ ਕਿੱਧਰ ਚਲੇ ਗਏ ਸੀ। ਆਉਣਾ ਤੇ ਮੈਂ ਵੀ ਰਾਤ ਨੂੰ ਹੀ ਸੀ, ਪਰ ਜੀਤੋ ਦਾ ਪੁਆੜਾ ਜੋ ਮੇਰੇ ਗੱਲ ਪਿਆ ਹੋਇਆ, ਪਤਾ ਨਹੀਂ ਮੀਆਂ ਜੀ ਨੂੰ ਕੀ ਠਰ ਕੇ ਨਾ ਉਹ ਛੱਡਦੇ ਨੇ ਨਾ ਮੇਰੀ ਖਲਾਸੀ ਹੁੰਦੀ ਹੈ। ਮੈਂ ਚੌਕੀਦਾਰ ਵਾਂਗ ਪਹਿਰਾ ਦਈ ਜਾਂਦਾ ਕਈ ਦਿਨਾਂ ਤੋਂ। ਰਹੀਮ ਖਾਨ ਨੇ ਕਿਹਾ। ਜੀਤੋ ਅੱਜ ਕੱਲ੍ਹ ਹੈ ਕਿੱਥੇ? ਫਾਤਮਾ ਨੇ ਪੁੱਛਿਆ। ਇੱਥੇ ਹੀ ਹੈ, ਜਾਣਾ ਕਿੱਥੇ ਸੂ? ਸੱਚ ਫਾਤਮਾ, ਮੈਂ ਬੜੀ ਕੁੜਕੀ 'ਚ ਫਸ ਗਿਆ। ਸਾਰਾ ਦਿਨ ਤੇ ਸਾਰੀ ਰਾਤ ਉਹਦੀ ਰਾਖੀ ਕਰਨੀ ਪੈਂਦੀ ਹੈ ਤੇ ਤੂੰ ਕਹਿ ਨਹੀਂ ਦਿੰਦੀ ਮੀਆਂ ਜੀ ਨੂੰ ਕਿ ਉਹਦੀ ਜਾਨ ਛੱਡੋ?
रो रो के मरन डई है। उंज फातिमा कुड़ी बड़ी सिरड़ी है। मियाँ जी ने उन्होंने बड़े सब्ज बाग दिखाए ने ते मैं समझाया कि ਉਹ ਛੱਡੋ ਪਿਛਲਿਆਂ ਦਾ ਖਹਿੜਾ, ਪਰ ਉਹ ਤੇ ਕਿਸੇ ਦਾ ਅਸਰ ਨਹੀਂ। ਰਹੀਮ ਖਾਨ ਨੇ ਕਿਹਾ, ਤੁਹਾਨੂੰ ਪਤਾ ਨਹੀਂ, ਰਹੀਮ ਖਾਨ ਜੀ ਜਨਾਨੀ ਖਾਣ ਪੀਣ ਤੇ ਧਨ ਦੀ ਭੁੱਖੀ ਨਹੀਂ ਹੁੰਦੀ। ਉਹਨੂੰ ਪਿਆਰ ਚਾਹੀਦਾ, ਉਹ ਵੀ ਸੱਚਾ ਪਿਆਰ। ਤੇ ਜੀਤੋ ਜਾਣਦੀ ਏ ਕਿ ਉਹਨੂੰ ਇੱਥੇ ਸੱਚਾ ਪਿਆਰ ਨਹੀਂ ਮਿਲ ਸਕਦਾ। ਉਹ ਤੁਹਾਡੇ ਮਹਿਲ ਮਾੜੀਆਂ ਨੂੰ ਫੂਕੇ ਦਿਆਲੇ ਦਾ ਘਰ ਭਾਵੇਂ ਝੁੱਗੀ ਹੋਵੇ ਉਹ ਵੀ ਚੰਗਾ ਹੈ, ਫਾਤਮਾ ਨੇ ਕਿਹਾ। ਅੱਛਾ ਦੱਸੋ ਤੁਸੀਂ ਮੀਆਂ ਜੀ ਨੂੰ ਇਹ ਤਾਂ ਨਹੀਂ ਕਿਹਾ ਕਿ ਖੂਹ ਤੇ ਗਈ ਸੀ? ਰਹੀਮ ਖਾਨ ਨੇ ਉਤਾਵਲੇ ਹੋ ਕੇ ਕਿਹਾ। ਨਹੀਂ, ਫਾਤਮਾ ਨੇ ਕਿਹਾ, ਮੈਂ ਝੱਲੀ ਨਹੀਂ ਕਿ ਇਸ ਤਰ੍ਹਾਂ ਕਹਿ ਕੇ ਆਪਣੇ ਗਲ ਮੁਸੀਬਤ ਪਾ ਲੈਂਦੀ। ਤੁਸੀਂ ਤੇ ਨਹੀਂ ਦੱਸਿਆ? ਨਹੀਂ, ਮੈਂ ਵੀ ਨਹੀਂ ਦੱਸਿਆ। ਮੈਨੂੰ ਇਹੀ ਡਰ ਸੀ ਕਿ ਕਿਧਰੇ ਤੁਸੀਂ ਨਾ ਦੱਸ ਦਿੱਤਾ ਹੋਵੇ, ਇਸ ਲਈ ਮੈਂ ਉਚੇਚਾ ਪੁੱਛ ਲਿਆ। ਰਹੀਮ ਖਾਨ ਨੇ ਕਿਹਾ, ਤੁਸੀਂ ਦੱਸਿਆ ਨਹੀਂ ਕਿ ਜੀਤੋ ਕਿੱਥੇ ਹੈ? ਫਾਤਮਾ ਨੇ ਪੁੱਛਿਆ। ਜ਼ਰੂਰ ਦੱਸਾਂ। ਰਹੀਮ ਖਾਨ ਨੇ ਪਿਆਰ ਨਾਲ ਫਾਤਮਾ ਦੇ ਮੋਢੇ ਤੇ ਹੱਥ ਰੱਖਣਾ ਚਾਹਿਆ, ਪਰ ਉਹ ਜ਼ਰਾ ਖਿਸ ਕੇ ਪਰੇ ਹਟ ਗਈ। ਜ਼ਰੂਰ ਦੱਸੋ, ਫਾਤਮਾ ਨੇ ਕਿਹਾ। ਬਾਹਰਲੀ ਹਵੇਲੀ 'ਚ, ਰਹੀਮ ਖਾਨ ਨੇ ਦੱਸਿਆ। ਉੱਥੇ ਹੋਰ ਕੌਣ ਕੌਣ ਹੁੰਦਾ? ਕੋਈ ਵੀ ਨਹੀਂ, ਸਿਰਫ ਤੁਸੀਂ। ਨਹੀਂ, 2-4 ਸਿਪਾਹੀ ਮੇਰੇ ਨਾਲ ਹੁੰਦੇ ਨੇ, ਰਹੀਮ ਨੇ ਦੱਸਿਆ। ਫਿਰ ਅੱਜ ਰਾਤ ਜੇ ਮੈਂ ਜੀਤੋ ਨੂੰ ਮਿਲਣ ਲਈ ਆਵਾਂ? ਫਾਤਮਾ ਨੇ ਪੁੱਛਿਆ। ਨਾ ਬਾਬਾ, ਅੱਗੇ ਥੋੜਾ ਵਕਤ ਪਿਆ ਮਿਲਣ ਗਈ ਨੂੰ। ਛੱਡ ਪਰੇ, ਜੀਤੋ ਨੂੰ ਮਿਲ ਕੇ ਤੂੰ ਕੀ ਕਰਨਾ ਹੈ? ਰਹੀਮ ਨੇ ਕਿਹਾ। ਨਹੀਂ ਰਹੀਮ, ਤੁਸੀਂ ਨਹੀਂ ਜਾਣਦੇ, ਮੈਨੂੰ ਉਹ ਬਹੁਤ ਪਿਆਰੀ ਲੱਗਦੀ ਹੈ ਤੇ ਮੈਂ ਉਹਨੂੰ ਜ਼ਰੂਰ ਮਿਲਣ ਜਾਵਾਂਗੀ। ਉਹ ਵੀ ਮੈਨੂੰ ਜ਼ਰੂਰ ਯਾਦ ਕਰਦੀ ਹੋਣੀ ਹੈ, ਫਾਤਮਾ ਨੇ ਕਿਹਾ। ਤੁਹਾਨੂੰ ਤੇ ਬਹੁਤ ਯਾਦ ਕਰਦੀ ਹੈ, ਪਰ ਮੈਂ ਉਸ ਤੋਂ ਵੱਧ ਯਾਦ ਕਰਦਾ। ਫਿਰ ਮੈਂ ਦੋਹਾਂ ਨੂੰ ਮਿਲਣ ਆਵਾਂਗੀ, ਫਾਤਮਾ ਨੇ ਮੁਸਕਰਾਉਂਦਿਆਂ ਕਿਹਾ। ਚੰਗਾ, ਹੁਣ ਮੈਂ ਚੱਲਦਾ। ਹੁਣੇ ਕੋਈ ਉੱਤੋਂ ਆ ਗਿਆ ਤੇ ਕਿਧਰੇ ਮਾਮਲਾ ਵਿਗੜ ਨਾ ਜਾਏ। ਚੰਗਾ, ਜ਼ਰਾ ਖਿਆਲ ਰੱਖਣਾ, ਰਾਤ ਨੂੰ ਸਿਪਾਹੀ ਅੱਗੇ ਪਿੱਛੇ ਕਰਦੇ ਨੇ, ਫਾਤਮਾ ਨੇ ਕਿਹਾ। ਫਿਕਰ ਨਾ ਕਰੋ, ਮੈਂ ਸਭ ਪ੍ਰਬੰਧ ਕਰ ਲਾਂਗਾ, ਇਹ ਕਹਿ ਕੇ ਰਹੀਮ ਖਾਨ ਚਲਾ ਗਿਆ। ਅਖੀਰਲਾ ਅੰਗ 18ਵਾਂ। ਸਰਦਾਰ ਬਹਾਦਰ ਸਿੰਘ ਨੇ ਸ਼ੇਰ ਸਿੰਘ ਨੂੰ ਜਾ ਕੇ ਜੰਗਲ 'ਚ ਸਾਰੀ ਵਿਥਿਆ ਸੁਣਾਈ ਕਿ ਕਿਵੇਂ ਜਾਫਰ ਬੇਗ ਦੀ ਭਤੀਜੀ ਫਾਤਮਾ ਨੂੰ ਕਾਸਮ ਖਾਨ ਚੁੱਕ ਕੇ ਦਿੱਲੀ ਲਿਜਾ ਰਿਹਾ ਸੀ ਤੇ ਬਿਆਸ ਦੇ ਕੋਲ ਉਹਨੂੰ ਛੁਡਾ ਲਿਆ ਗਿਆ। ਫਾਤਮਾ ਰਾਹੀਂ ਪਤਾ ਲੱਗਾ ਕਿ ਜੀਤੋ ਜਾਫਰ ਬੇਗ ਦੇ ਬਾਹਰਲੇ ਖੂਹ ਤੇ ਕੈਦ ਹੈ, ਇਸ ਲਈ ਉਹ ਚੜ੍ਹਾਈ ਕਰਕੇ ਪੱਟੀ ਦੇ ਨੇੜੇ ਜਾਫਰ ਬੇਗ ਦੇ ਖੂਹ ਤੇ ਪਹੁੰਚੇ, ਪਰ ਬਦਕਿਸਮਤੀ ਨਾਲ ਜੀਤੋ ਉੱਥੇ ਨਹੀਂ ਸੀ। ਸਰਦਾਰ ਬਹਾਦਰ ਸਿੰਘ ਜਿੰਨੀ ਦੇਰ ਇਹ ਸਾਰੀ ਘਟਨਾ ਸੁਣਾਉਂਦਾ ਰਿਹਾ, ਸ਼ੇਰ ਸਿੰਘ ਚੁੱਪ ਕਰਕੇ ਸੁਣਦਾ ਰਿਹਾ, ਪਰ ਜਦੋਂ ਜੀਤੋ ਨੂੰ ਛੁਡਾਉਣ ਲਈ ਖੂਹ ਤੇ ਪਹੁੰਚਣ ਦਾ ਜ਼ਿਕਰ ਆਇਆ ਤਾਂ ਸ਼ੇਰ ਸਿੰਘ ਦੇ ਦਿਲ ਦੀ ਧੜਕਨ ਤੇਜ਼ ਹੋ ਗਈ। ਉਹਦਾ ਮਨ ਅੱਗੇ ਜਾਣਨ ਲਈ ਉਤਾਵਲਾ ਸੀ, ਪਰ ਬਹਾਦਰ ਸਿੰਘ ਦੇ ਇਹਨਾਂ ਸ਼ਬਦਾਂ ਨੇ ਕਿ ਜੀਤੋ ਉੱਥੇ ਨਹੀਂ ਸੀ, ਉਹਦੇ ਜਜ਼ਬੇ ਤੇ ਪਾਣੀ ਪਾ ਦਿੱਤਾ ਤੇ ਸ਼ੇਰ ਸਿੰਘ ਨੇ ਇੱਕ ਠੰਡਾ ਹੌਕਾ ਲਿਆ। ਹੌਕਾ ਲੈਣ ਵਾਲੀ ਕੋਈ ਗੱਲ ਨਹੀਂ, ਬਹਾਦਰ ਸਿੰਘ ਨੇ ਕਿਹਾ। ਗੱਲ ਕਿਉਂ ਨਹੀਂ? ਮੈਂ ਮਸਾ ਇਸ ਦਰਦ ਨੂੰ ਦਬਾਇਆ ਸੀ, ਪਰ ਤੁਸੀਂ ਅੱਜ ਫੇਰ ਤਾਜ਼ਾ ਕਰ ਦਿੱਤਾ ਹੈ। ਜੀਤੋ ਨੂੰ ਮੈਂ ਭੁੱਲਣ ਦਾ ਬੜਾ ਯਤਨ ਕੀਤਾ ਹੈ, ਪਰ ਭੁਲਾ ਨਹੀਂ ਸਕਿਆ, ਮੇਰੀ ਕਮਜ਼ੋਰੀ ਹੈ। ਸ਼ੇਰ ਸਿੰਘ ਨੇ ਬੜੇ ਦੁੱਖ ਨਾਲ ਉਕਤ ਸ਼ਬਦ ਕਹੇ। ਇਹਨੂੰ ਤੁਸੀਂ ਕਮਜ਼ੋਰੀ ਕਿਉਂ ਸਮਝਦੇ ਹੋ? ਸਰਦਾਰ ਬਹਾਦਰ ਸਿੰਘ ਨੇ ਕਿਹਾ। ਇਹ ਤਾਂ ਮਨੁੱਖ ਦਾ ਮੁੱਢਲਾ ਜਜ਼ਬਾ ਹੈ। ਪਿਆਰ ਪਾਣਾ ਜਾਂ ਤੋੜਨਾ ਮਨੁੱਖ ਦੇ ਵੱਸ ਦੀ ਗੱਲ ਨਹੀਂ। ਜੇ ਇਹ ਵੱਸ 'ਚ ਹੈ ਤਾਂ ਬਨੌਟੀ ਹੈ। ਇਹ ਦਿਲ ਦਾ ਮਾਮਲਾ ਹੈ। ਬਾਕੀ ਤੁਸੀਂ ਫਿਕਰ ਨਾ ਕਰੋ, ਮੈਂ ਹੁਣ ਵਾਪਸ ਉਦੋਂ ਜਾਵਾਂਗਾ ਜਦੋਂ ਜੀਤੋ ਮਿਲ ਗਈ। ਜਦ ਤੱਕ ਜੀਤੋ ਨਹੀਂ ਮਿਲਦੀ ਮੈਂ ਇੱਥੇ ਹੀ ਰਹਾਂਗਾ। ਅਸੀਂ ਕਰ ਕੀ ਸਕਦੇ ਹਾਂ? ਸ਼ੇਰ ਸਿੰਘ ਨੇ ਉਤਾਵਲੇ ਹੋ ਕੇ ਪੁੱਛਿਆ। ਕੀ ਨਹੀਂ ਕਰ ਸਕਦੇ? ਬਹਾਦਰ ਸਿੰਘ ਨੇ ਕਿਹਾ। ਜਾਫਰ ਬੇਗ ਕੋਲ ਬਹੁਤੀ ਫੌਜ ਤਾਂ ਨਹੀਂ। ਜੇ ਅਸੀਂ ਦਿੱਲੀ ਤੇ ਲਾਹੌਰ ਦੀਆਂ ਸ਼ਾਹੀ ਫੌਜਾਂ ਨਾਲ ਟੱਕਰ ਲੈ ਕੇ ਉਹਨਾਂ ਨੂੰ ਭਜਾ ਦਿੱਤਾ ਹੈ ਤਾਂ ਨਿਸ਼ਚੇ ਅਸੀਂ ਜਾਫਰ ਬੇਗ ਨੂੰ ਵੀ ਭਜਾ ਸਕਦੇ ਹਾਂ। ਇਸ ਵਿੱਚ ਤਾਂ ਮੈਨੂੰ ਕੋਈ ਸ਼ੱਕ ਨਹੀਂ ਕਿ ਅਸੀਂ ਜਾਫਰ ਬੇਗ ਦਾ ਮੁਕਾਬਲਾ ਕਰ ਸਕਦੇ ਹਾਂ, ਪਰ ਮੈਂ ਕਹਿੰਦਾ ਕਿ ਲੋਕੀ ਕੀ ਕਹਿਣਗੇ? ਸ਼ੇਰ ਸਿੰਘ ਨੇ ਕਿਹਾ। ਹੱਦ ਹੋ ਗਈ, ਲੋਕ ਕੀ ਕਹਿਣਗੇ? ਇਹੀ ਕਿ ਸਿੱਖ ਅਣਖ ਵਾਲੇ ਨਿਕਲੇ ਤੇ ਜਿਨ੍ਹਾਂ ਆਪਣੀ ਜਨਾਨੀ ਤਾਕਤ ਨਾਲ ਛੁਡਾ ਲਈਏ। ਇਹਦੇ 'ਚ ਨਮੋਸ਼ੀ ਵਾਲੀ ਕਿਹੜੀ ਗੱਲ ਹੈ? ਮੈਂ ਪ੍ਰਬੰਧ ਕਰ ਆਇਆ ਹਾਂ, ਸਰਦਾਰ ਬਹਾਦਰ ਸਿੰਘ ਨੇ ਦੱਸਿਆ। ਕੀ ਪ੍ਰਬੰਧ ਕਰ ਆਏ ਹੋ? ਸਰਦਾਰ ਸ਼ੇਰ ਸਿੰਘ ਨੇ ਕਿਹਾ। ਜੀਤੋ ਤਾਂ ਖੂਹ ਤੇ ਹੈ ਨਹੀਂ, ਹੁਣ ਕਿੱਥੋਂ ਪਤਾ ਲੱਗੇਗਾ ਕਿ ਉਹਨੂੰ ਕਿੱਧਰ ਲੈ ਗਏ ਨੇ? ਕਿਧਰੇ ਤੁਹਾਨੂੰ ਜਾਫਰ ਬੇਗ ਦੀ ਭਤੀਜੀ ਨੇ ਐਵੇਂ ਟਰਕਾਇਆ ਤਾਂ ਨਹੀਂ? ਨਹੀਂ, ਇਹ ਨਹੀਂ ਹੋ ਸਕਦਾ। ਉਹਦੀਆਂ ਗੱਲਾਂ ਤੋਂ ਮੈਂ ਇਹੀ ਅਨੁਮਾਨ ਲਾਇਆ ਕਿ ਹੁਣ ਉਹ ਸਿੱਖਾਂ ਦੇ ਦੁਸ਼ਮਣ ਨਹੀਂ, ਹਮਦਰਦ ਏ। ਉਹਨੂੰ ਜੀਤੋ ਨਾਲ ਪਿਆਰ ਏ ਤੇ ਉਹ ਚਾਹੁੰਦੀ ਹੈ ਕਿ ਜੀਤੋ ਜ਼ਾਲਮਾਂ ਦੇ ਪੰਜੇ 'ਚੋਂ ਨਿਕਲ ਜਾਏ। ਜਦ ਅਸੀਂ ਖੂਹ ਤੇ ਗਏ ਸੀ ਤਾਂ ਉੱਥੇ 2 ਆਦਮੀਆਂ ਨੇ ਦੱਸਿਆ ਸੀ ਕਿ ਇੱਕ ਦਿਨ ਪਹਿਲਾਂ ਹੀ ਜੀਤੋ ਨੂੰ ਕਿਧਰੇ ਲੈ ਗਏ ਹੈ। ਇਹ ਨਹੀਂ ਉਹਨਾਂ ਦੱਸਿਆ ਕਿ ਜੀਤੋ ਨੂੰ ਕਿੱਧਰ ਨੂੰ ਲੈ ਗਏ? ਸ਼ੇਰ ਸਿੰਘ ਨੇ ਪੁੱਛਿਆ। ਇਸ ਬਾਰੇ ਉੱਥੇ ਕਿਹਨੂੰ ਪਤਾ ਹੈ? ਪਰ ਫਾਤਮਾ ਨਾਲ ਪ੍ਰੋਗਰਾਮ ਬਣਾ ਆਏ ਆ, ਉਹ ਰਾਤ ਸਾਡੀ ਉਡੀਕ ਕਰੇਗੀ, ਸਰਦਾਰ ਬਹਾਦਰ ਸਿੰਘ ਨੇ ਦੱਸਿਆ। ਕਿੱਥੇ ਉਡੀਕ ਕਰੇਗੀ? ਆਪਣੀ ਹਵੇਲੀ ਦੇ ਦਰਵਾਜ਼ੇ ਤੇ। ਸਾਨੂੰ ਨਹੀਂ ਜਾਣਾ ਚਾਹੀਦਾ। ਕਿਉਂ? ਕਿਧਰੇ ਕੋਈ ਸਾਜ਼ਿਸ਼ ਹੀ ਨਾ ਹੋਵੇ? ਸ਼ੇਰ ਸਿੰਘ ਨੇ ਕਿਹਾ। ਨਹੀਂ, ਫਾਤਮਾ ਬਾਰੇ ਮੈਂ ਇਸ ਤਰ੍ਹਾਂ ਨਹੀਂ ਸੋਚ ਸਕਦਾ ਕਿ ਉਹ ਧੋਖਾ ਦੇਗੀ, ਪਰ ਜੇ ਤੁਹਾਨੂੰ ਸ਼ੰਕਾ ਹੈ ਤਾਂ ਅਸੀਂ ਜੱਥਾ ਨਾਲ ਲੈ ਚੱਲਦੇ ਹਾਂ ਤੇ ਉਹਨੂੰ ਪੱਟੀ ਦੇ ਬਾਹਰ ਖੜਾ ਕਰ ਦਿਆਂਗੇ। ਜੇ ਲੋੜ ਪਈ ਤਾਂ ਸੱਦ ਲਵਾਂਗੇ।
ਪੱਟੀ 'ਚ ਤੁਸੀਂ ਇਕੱਲੇ ਜਾਓਗੇ? ਸ਼ੇਰ ਸਿੰਘ ਨੇ ਕਿਹਾ। ਜੇ ਮੈਨੂੰ ਵੀ ਲੈ ਚਲੋ ਤਾਂ ਠੀਕ ਹੈ। ਇੱਕ ਇੱਕ ਤੇ 2 11 ਹੁੰਦੇ ਆ। ਚਲੋ ਇਸੇ ਤਰ੍ਹਾਂ ਸਹੀ, ਤੁਸੀਂ ਵੀ ਮੇਰੇ ਨਾਲ ਚਲੇ ਚੱਲਣਾ। ਪਰ ਸਾਨੂੰ ਪੱਟੀ 'ਚ ਕਿਵੇਂ ਜਾਣਾ ਚਾਹੀਦਾ? ਸਿੱਖਾਂ ਨੂੰ ਬਾਜ਼ਾਰਾਂ ਗਲੀਆਂ 'ਚੋਂ ਲੰਘਦਿਆਂ ਦੇਖਦੇ ਰੌਲਾ ਪੈ ਜਾਏਗਾ। ਇਸ ਲਈ ਕੋਈ ਹੋਰ ਤਰੀਕਾ ਸੋਚਣਾ ਚਾਹੀਦਾ। ਸ਼ੇਰ ਸਿੰਘ ਨੇ ਜ਼ਰਾ ਕੁ ਸੋਚਿਆ ਤੇ ਕਿਹਾ, ਅਸੀਂ ਪਠਾਣਾਂ ਦਾ ਵੇਸ ਸੋਹਣਾ ਬਣਾ ਸਕਦੇ ਹਾਂ। ਲੂੰਗੀਆਂ ਸਿਰ ਤੇ ਬੰਨ ਲਈਏ, ਲੱਕ ਤੰਬੇ ਬੰਨ ਲਈਏ, ਬੋਲੀ ਜਰਾ ਕੁ ਜੀਭ ਮਰੋੜ ਕੇ ਬੋਲੀਏ ਤਾਂ ਪਠਾਣਾ ਵਰਗੀ ਹੋ ਜਾਏਗੀ। ਇਸ ਤਰ੍ਹਾਂ ਪ੍ਰੋਗਰਾਮ ਤਿਆਰ ਕਰਕੇ ਉਸੇ ਵੇਲੇ ਜੱਥੇ ਨੂੰ ਤਿਆਰੀ ਦਾ ਹੁਕਮ ਦੇ ਦਿੱਤਾ ਗਿਆ। ਅੱਜ ਤੱਕ ਸਿੱਖਾਂ ਨੇ ਖੇਤਾਂ ਤੇ ਜੰਗਲਾਂ ਵਿੱਚ ਹੀ ਸ਼ਾਹੀ ਫੌਜਾਂ ਨਾਲ ਟੱਕਰ ਲਈ ਸੀ। ਕਿਸੇ ਸ਼ਹਿਰ ਜਾਂ ਪਿੰਡ ਦੀਆਂ ਗਲੀਆਂ 'ਚ ਸਿੰਘ ਜਾ ਕੇ ਨਹੀਂ ਸੀ ਲੜੇ। ਇਸ ਲਈ ਪੱਟੀ ਸ਼ਹਿਰ ਜਾਣ ਤੋਂ ਪਹਿਲਾਂ ਵੱਡੀ ਪੱਧਰ ਤੇ ਤਿਆਰੀ ਕੀਤੀ ਜਾਣੀ ਜ਼ਰੂਰੀ ਸੀ। ਸ਼ੇਰ ਸਿੰਘ ਘੜੀ ਮੁੜੀ ਸੂਰਜ ਵੱਲ ਵੇਖਦਾ, ਪਰ ਉਹ ਅਜੇ ਤੱਕ ਆਕਾਸ਼ ਵਿੱਚੋਂ ਆਪਣੀ ਰੌਸ਼ਨੀ ਤੇ ਤਪਸ਼ ਲਈ ਬੜੀ ਹੌਲੀ ਹੌਲੀ ਜਾ ਰਿਹਾ ਸੀ। ਉਹਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਸੂਰਜ ਦੀ ਚਾਲ ਅੱਜ ਮੱਧਮ ਹੋ ਗਈ ਹੈ। ਮਸਾ ਮਸਾ ਕਿਧਰੇ ਬੜੀ ਉਡੀਕ ਪਿੱਛੋਂ ਪੱਛਮ ਦੀ ਨੁੱਕਰੇ ਪੁੱਜਾ ਤੇ ਆਪਣੀ ਅਖੀਰੀ ਲਾਲੀ 4 ਚੁਫੇਰੇ ਖਿਲਾਰ ਕੇ ਲੋਪ ਹੋ ਗਿਆ। ਸਿੱਖਾਂ ਨੇ ਪਾਠ ਕੀਤਾ, ਫਿਰ ਪ੍ਰਸ਼ਾਦਾ ਛਕ ਕੇ ਚੜ੍ਹਾਈ ਲਈ ਤਿਆਰ ਹੋ ਗਏ। ਅਰਦਾਸਾ ਸੋਧ ਕੇ ਸਿੰਘਾਂ ਦਾ ਜੱਥਾ ਜੰਗਲ 'ਚੋਂ ਨਿਕਲ ਪਿਆ। ਇਸ ਸਮੇਂ ਕਾਫੀ ਹਨੇਰਾ 4 ਚੁਫੇਰੇ ਪਸਰ ਚੁੱਕਿਆ ਸੀ। ਪੱਟੀ ਦੇ ਨੇੜੇ ਆ ਕੇ ਉਹਨਾਂ ਸਿੰਘਾਂ ਨੂੰ ਅੱਗੇ ਲਾਇਆ ਗਿਆ ਜੋ ਜਸੂਸੀ ਲਈ ਪੱਟੀ ਆਇਆ ਕਰਦੇ ਸੀ, ਜਿਨ੍ਹਾਂ ਨੇ ਪੱਟੀ ਬਾਰੇ ਪੂਰੀ ਵਾਕਫੀਅਤ ਸੀ। ਉਹਨਾਂ ਅਜਿਹਾ ਰਾਹ ਦੱਸਿਆ ਕਿ ਜੱਥਾ ਬਿਨਾਂ ਨਗਰ 'ਚ ਦਾਖਲ ਹੋਏ ਜਾਫਰ ਬੇਗ ਦੀ ਹਵੇਲੀ ਦੇ ਬਹੁਤ ਨੇੜੇ ਪਹੁੰਚ ਗਿਆ। ਇੱਥੋਂ ਅੱਗੇ ਘੋੜਿਆਂ ਦਾ ਜਾਣਾ ਖਤਰਨਾਕ ਸੀ, ਲੋਕਾਂ ਨੂੰ ਪਤਾ ਚੱਲ ਸਕਦਾ ਸੀ। ਇਸ ਲਈ ਜੱਥਾ ਇੱਥੇ ਹੀ ਠਹਿਰ ਗਿਆ। ਰਾਤ ਨੂੰ 4 ਚੁਫੇਰੇ ਚੁੱਪ-ਚਾਂ ਸੀ। ਸਭ ਮਨੁੱਖ ਤੇ ਪੰਛੀ ਸਾਰੇ ਦਿਨ ਦੇ ਕੰਮ ਕਾਜ ਦੇ ਥੱਕੇ ਨੀਂਦਰ ਦੀ ਗੋਦੀ 'ਚ ਆਰਾਮ ਕਰ ਰਹੇ ਸਨ। ਸਰਦਾਰ ਬਹਾਦਰ ਸਿੰਘ ਤੇ ਸ਼ੇਰ ਸਿੰਘ ਨੇ ਪੁਸ਼ਾਕਾਂ ਬਦਲੀਆਂ ਤੇ ਪਠਾਣੀ ਵੇਸ 'ਚ ਜਾਫਰ ਬੇਗ ਦੀ ਹਵੇਲੀ ਵੱਲ ਚੱਲ ਪਏ। ਇੱਕ ਜਸੂਸ ਨੂੰ ਨਾਲ ਲਿਆ ਤੇ ਪੈਦਲ ਹੀ ਚਾਲੇ ਪਾ ਦਿੱਤੇ। ਜਾਫਰ ਬੇਗ ਦੀ ਹਵੇਲੀ ਦੇ ਨੇੜੇ ਪਹੁੰਚ ਕੇ ਸਿੰਘ ਨੂੰ ਮੋੜ ਦਿੱਤਾ। ਦੋਵੇਂ ਸਰਦਾਰ ਅੱਗੇ ਵਧੇ। ਵੱਡੇ ਪਠਾਣੀ ਚੋਗਿਆਂ ਦੇ ਥੱਲੇ ਵੱਡੀਆਂ ਕਿਰਪਾਨਾਂ ਤੇ ਉੱਪਰ ਬੰਦੂਕਾਂ ਭਰੀਆਂ ਹੋਈਆਂ ਪਾਈਆਂ ਸਨ। ਬੰਦੂਕਾਂ ਦੇ ਉੱਪਰ ਇੱਕ ਇੱਕ ਕਾਲਾ ਕੱਪੜਾ ਚਾਦਰ ਵਾਂਗ ਮਾਰਿਆ ਹੋਇਆ ਸੀ। ਦਰਵਾਜ਼ੇ ਨੇੜੇ ਪਹੁੰਚੇ, ਬੜੇ ਹੈਰਾਨ ਹੋਏ ਕਿ ਫੌਜੀ ਪਹਿਰੇਦਾਰ ਬਾਹਰ ਨਹੀਂ ਸੀ। ਦੋਵੇਂ ਦਰਵਾਜ਼ੇ ਅੱਗੇ ਖੜੇ ਸੋਚਣ ਲੱਗੇ ਕਿ ਅੰਦਰ ਕਿਸ ਤਰ੍ਹਾਂ ਜਾ ਸਕਦੇ ਆ। ਫਾਤਮਾ ਨੇ ਗੇਟ ਤੇ ਮਿਲਣ ਲਈ ਕਿਹਾ ਸੀ, ਪਰ ਉਹ ਇੱਥੇ ਕੋਈ ਨਹੀਂ। ਫਿਰ ਖਿਆਲ ਆਇਆ ਕਿ ਕਿਧਰੇ ਦੇਰ ਤਾਂ ਨਹੀਂ ਹੋ ਗਈ। ਮਤੇ ਉਡੀਕ ਕੇ ਚਲੀ ਗਈ ਹੋਵੇ। ਪਰ ਪਹਿਰੇਦਾਰ ਦੀ ਅਣਹੋਂਦ ਤੋਂ ਉਹਨਾਂ ਨੂੰ ਨਿਸ਼ਚਾ ਸੀ ਕਿ ਫਾਤਮਾ ਨੇ ਅਜਿਹਾ ਕੀਤਾ ਹੋਏਗਾ। ਹੁਣ ਕੀ ਕਰੀਏ? ਸ਼ੇਰ ਸਿੰਘ ਨੇ ਪੁੱਛਿਆ। ਤੁਹਾਡੀ ਫਾਤਮਾ ਤਾਂ ਹੈ ਨਹੀਂ? ਆਏਗੀ ਜ਼ਰੂਰ, ਬਹਾਦਰ ਸਿੰਘ ਨੇ ਕਿਹਾ। ਮੈਨੂੰ ਯਕੀਨ ਹੈ ਕਿ ਉਹ ਕੀਤਾ ਇਕਰਾਰ ਜ਼ਰੂਰ ਪੂਰਾ ਕਰੇਗੀ। ਦਰਵਾਜ਼ੇ 'ਚ ਲੱਗੀ ਨਿੱਕੀ ਤਾਕੀ ਖੁੱਲਣ ਦੀ ਆਵਾਜ਼ ਆਈ। ਦੋਹਾਂ ਸਰਦਾਰਾਂ ਨੇ ਕਿਰਪਾਨਾਂ ਦੇ ਦਸਤਿਆਂ ਤੇ ਹੱਥ ਪਾ ਲਏ, ਸੁਚੇਤ ਹੋ ਗਏ। ਫਾਤਮਾ ਤਾਕੀ ਵਿੱਚੋਂ ਬਾਹਰ ਨਿਕਲ ਆਈ ਤੇ ਫਿਰ ਹੌਲੀ ਜਿਹੀ ਕਿਹਾ, ਬਸ ਡਰ ਗਏ ਤਾਕੀ ਦੀ ਆਵਾਜ਼ ਸੁਣ ਕੇ? ਨਹੀਂ, ਡਰਨ ਵਾਲੀ ਕੋਈ ਗੱਲ ਨਹੀਂ, ਪਰ ਦੁਸ਼ਮਣ ਦਾ ਕੋਈ ਵਸਾਹ ਨਹੀਂ ਹੁੰਦਾ, ਇਸ ਲਈ ਸਦਾ ਤਿਆਰ ਰਹਿਣਾ ਹੈ। ਕੋਈ ਬੁਜ਼ਦਲੀ ਨਹੀਂ, ਸਗੋਂ ਦਲੇਰੀ ਦੀ ਨਿਸ਼ਾਨੀ ਹੁੰਦੀ ਹੈ। ਸਰਦਾਰ ਬਹਾਦਰ ਸਿੰਘ ਨੇ ਕਿਹਾ। ਵੇਖ ਲਓ, ਇਕਰਾਰ ਕੀਤਾ ਸੀ ਤੇ ਆ ਗਏ ਆ। ਸ਼ੇਰ ਸਿੰਘ ਹੋਰੀ ਹੁਣ ਕਹਿੰਦੇ ਪਏ ਸਨ ਕਿ ਫਾਤਮਾ ਨਹੀਂ ਆਈ, ਪਰ ਮੈਂ ਕਹਿਤਾ ਸੀ ਜ਼ਰੂਰ ਆਏਗੀ। ਮੈਂ ਬੜੀ ਦੇਰ ਤੋਂ ਉਡੀਕ ਕਰ ਰਹੀ ਸੀ। ਹੁਣ ਵੀ ਮੈਂ ਦਰਵਾਜ਼ੇ ਤੇ ਪਿੱਛੇ ਖਲੋਤੀ ਸਾਂ, ਪਰ ਪੈਰਾਂ ਦੇ ਖੜਾਕ ਤੋਂ ਮੈਂ ਸਮਝਿਆ ਸ਼ਾਇਦ ਕੋਈ ਹੋਰ ਹੈ। ਪਰ ਜਦੋਂ ਤੁਸੀਂ ਗੱਲਾਂ ਕੀਤੀਆਂ ਤਾਂ ਮੈਂ ਤੁਹਾਡੀ ਆਵਾਜ਼ ਪਛਾਣ ਲਈ, ਫਾਤਮਾ ਨੇ ਕਿਹਾ ਤੇ ਬੜੇ ਪਿਆਰ ਨਾਲ ਸ਼ੇਰ ਸਿੰਘ ਦਾ ਚਿਹਰਾ ਵੇਖਣਾ ਚਾਹਿਆ। ਪਰ ਹਨੇਰਾ ਹੋਣ ਕਾਰਨ ਉਹ ਚੰਗੀ ਤਰ੍ਹਾਂ ਦਰਸ਼ਨ ਨਾ ਕਰ ਸਕੇ। ਐਵੇਂ ਧੁੰਦਲਾ ਜਿਹਾ ਚਿਹਰਾ ਹੀ ਉਹਨੂੰ ਦਿਸਿਆ। ਉਸ ਕਿਹਾ, ਇਹ ਤਾਂ ਮੇਰੀ ਬੜੀ ਖੁਸ਼ਕਿਸਮਤੀ ਹੈ ਕਿ ਕਿਸੇ ਬਹਾਨੇ ਸ਼ੇਰ ਸਿੰਘ ਹੋਰਾਂ ਦੇ ਵੀ ਦਰਸ਼ਨ ਹੋ ਗਏ, ਨਹੀਂ ਤੇ ਇਹਨਾਂ ਕਿੱਥੇ ਆਉਣਾ ਸੀ। ਅੱਛਾ ਦੱਸੋ, ਜੀਤੋ ਦਾ ਕੁਝ ਪਤਾ ਲੱਗਾ? ਸਰਦਾਰ ਬਹਾਦਰ ਸਿੰਘ ਨੇ ਉਹਦੀ ਗੱਲ ਵਿੱਚੋਂ ਟੋਕ ਕੇ ਪੁੱਛਿਆ। ਇੱਥੇ ਖਲੋ ਕੇ ਸਾਡਾ ਗੱਲਾਂ ਕਰਨਾ ਖਤਰਨਾਕ ਹੈ, ਫਾਤਮਾ ਨੇ ਕਿਹਾ। ਇਸ ਲਈ ਸਾਨੂੰ ਇੱਕ ਪਾਸੇ ਹੋ ਜਾਣਾ ਚਾਹੀਦਾ। ਮੈਂ ਤੁਹਾਨੂੰ ਅੰਦਰ ਲੈ ਚੱਲਦੀ ਜੇਕਰ ਚਾਚਾ ਜੀ ਆ ਗਏ ਹੁੰਦੇ ਤੇ ਆਪਣੇ ਹਾਤੇ 'ਚ ਹੁੰਦੇ। ਹੁਣ ਉਹ ਕਿਧਰੇ ਬਾਹਰ ਗਏ ਨੇ ਤੇ ਡਰ ਹੈ ਕਿ ਕਿਧਰੇ ਉੱਤੋਂ ਹੀ ਨਾ ਆ ਜਾਣ। ਇਸ ਲਈ ਮੈਂ ਦਰਵਾਜ਼ੇ ਤੇ ਬਾਹਰ ਨਹੀਂ ਸੀ ਖਲੋਤੀ। ਜਾਫਰ ਬੇਗ ਕਿੱਥੇ ਗਿਆ? ਸ਼ੇਰ ਸਿੰਘ ਨੇ ਪੁੱਛਿਆ। ਇਹ ਤਾਂ ਸਾਨੂੰ ਦੱਸਿਆ ਨਹੀਂ, ਪਰ ਜਾਪਦਾ ਹੈ ਵੀ ਇੱਥੇ ਕਿਧਰੇ ਹੋਣੇ ਹੈ। ਇਸੇ ਲਈ ਚਲੋ ਇੱਕ ਪਾਸੇ ਹੋ ਜਾਈਏ, ਫਾਤਮਾ ਨੇ ਕਿਹਾ ਤੇ ਆਪ ਅੱਗੇ ਹੋ ਕੇ ਟੁਰ ਪਈ। ਜਾਫਰ ਬੇਗ ਦੀ ਹਵੇਲੀ ਦੇ ਨਾਲ ਹੀ ਕੁਝ ਮਕਾਨ ਡਿੱਗੇ ਪਏ ਸਨ ਤੇ ਉਹਨਾਂ ਖੋਲਿਆਂ ਦੇ ਵਿੱਚੋਂ ਦੀ ਲੰਘ ਕੇ ਇੱਕ ਰਾਹ ਬਾਹਰ ਨੂੰ ਜਾਂਦਾ ਸੀ। ਫਾਤਮਾ ਇਸ ਰਾਹ ਤੇ ਤੁਰਦੀ ਗਈ ਤੇ ਦੋਵੇਂ ਉਹਦੇ ਪਿੱਛੇ ਖੋਲਿਆਂ ਤੇ ਇੱਟਾਂ ਵੱਟਿਆਂ ਦੇ ਨਿੱਕੀਆਂ ਢਈਆਂ ਕੰਧਾਂ ਟੱਪਦੇ ਗਏ। ਹਨੇਰੇ 'ਚ 1-2 ਵਾਰ ਠੁੱਡੇ ਵੀ ਲੱਗੇ, ਪਰ ਛੇਤੀ ਸੰਭਲ ਕੇ ਟੁਰਦੇ ਗਏ। ਸੇਵਾਦਾਰ ਜਸੂਸ ਵਾਪਸ ਨਹੀਂ ਸੀ ਗਿਆ, ਸਗੋਂ ਇਹਨਾਂ ਦਾ ਪਿੱਛਾ ਕਰਦਾ ਚਲਾ ਗਿਆ ਸੀ।
जाफर बेग दी बाहरली हवेली दे दरवाजे ते आके फातिमा रुक गई। उस रहीम खान नाल प्रोग्राम बनाया होया सी कि ਉਹ ਰਾਤ ਨੂੰ ਜੀਤੋ ਨੂੰ ਮਿਲਣ ਆ ਜਾਏਗੀ ਤੇ ਉਹਨੂੰ ਆਸ ਸੀ ਕਿ ਰਹੀਮ ਖਾਨ ਜ਼ਰੂਰ ਸੋਹਣੇ ਕੱਪੜੇ ਪਾ ਕੇ ਬਣ ਠਣ ਕੇ ਹਵੇਲੀ ਦੇ ਦਰਵਾਜ਼ੇ ਤੇ ਉਹਦੀ ਉਡੀਕ ਕਰ ਰਿਹਾ ਹੋਏਗਾ। पर ਉਹਦੀ हैरानी की कोई हद ना रही जब हवेली के बाहर रहीम खान ना मिलिया। उस हवेली के दरवाजे ते आके सरदार बहादुर सिंह ते शेर सिंह नूं जरा एक पासे कर दिता ते आप दरवाजा खड़काया। एक सिपाही ने झट दरवाजा खोलिया ते पुछया कौन है? मैं फातिमा ने कहा। मैं कौन? सिपाही ने पूछा। फातिमा जान गई कि यह सिपाही मेरी आवाज़ नहीं जानता, इसलिए इनू नहीं पता कि मैं कौन हूँ। फातिमा ने कहा रहीम खान होरी कित्थे ने? अंदर ने। सिपाही ने कहा की काम है उन्हां नाल? तैनू क्यों दसां, तू उन्होंने बुला। फातिमा ने कहा तेरा नां की है? सिपाही ने पूछा। जानना है कि नहीं दसा मैं कौन? फातिमा ने जरा गुस्से च उच्ची सारी कहा तो सिपाही डर गया। उस समझिया कि जरूर कोई रहीम खान दे नेड़े दी कोई जनानी है। उस ताकी का दरवाजा बंद किया ते अंदर चला गया। हवेली च रहीम ते जाफर बेग बैठे शराब पी रहे सन। रहीम खान सुराही चो प्याला भर के दिंदा, जाफर बेग पी लैंदा। अखीर प्याले नूं हत्थ च फड़ के जाफर बेग ने एक दो शेर कहे, फिर कहा रहीमिया जे अज भी जीतो साडे नाल हस के ना बोली तो साडा गुस्सा फिर कुछ कर बहेगा। जाफर बेग तीजा प्याला भी पी गया। रहीम खान ने होर शराब पाण लई सुराही चुकी ते जे उल्टाई सी कि सिपाही ने जाके ਕੰਨ ਦੇ ਕੋਲ ਹੌਲੀ ਜੀ ਕਿਹਾ ਤੁਹਾਨੂੰ ਕੋਈ ਜਨਾਨੀ ਮਿਲਣ ਆਈ ਹੈ। ਰਹੀਮ ਖਾਨ ਦੀ ਸੁਰਾਈ ਉੱਥੇ ਰੁਕ ਗਈ ਤੇ ਸਰੀਰ ਸੁੰਨ ਹੋ ਗਿਆ। ਕੀ ਕਿਹਾ ਈ ਓਏ? ਜਾਫਰ ਬੇਗ ਨੇ ਨਸ਼ੇ 'ਚ ਬੜੇ ਲਮਕਾ ਕੇ ਸ਼ਬਦ ਕਹੇ। ਕੁਝ ਨਹੀਂ ਜਨਾਬ, ਸਿਪਾਹੀ ਨੇ ਕਿਹਾ ਤੇ ਡਰਦੇ ਮਾਰੇ ਪਿੱਛੇ ਹਟ ਗਿਆ। ਕੁਝ ਨਹੀਂ ਦੇ ਪੁੱਤਰਾ, ਕੰਨਾਂ 'ਚ ਕੁਝ ਘੁਸਰ ਮੁਸਰ ਤੇ ਕਰਨ ਡਿਆ ਹੈ। ਜਾਫਰ ਬੇਗ ਨੇ ਕਿਹਾ। ਫਿਰ ਉਹਦਾ ਧਿਆਨ ਪਿਆਲੇ ਵੱਲ ਚਲਾ ਗਿਆ ਤੇ ਉਹ ਸ਼ਰਾਬ ਪੀਣ ਲੱਗ ਪਿਆ। 2 ਕੁ ਮਿੰਟ ਪਿੱਛੋਂ ਰਹੀਮ ਖਾਨ ਉੱਠਿਆ ਤੇ ਡਿਊਟੀ 'ਚ ਆ ਗਿਆ ਤੇ ਫਾਤਮਾ ਨੂੰ ਅੰਦਰ ਬੁਲਾਇਆ ਤੇ ਉਹਨੂੰ ਸਮਝਾਇਆ ਕਿ ਮੀਆਂ ਜੀ ਅੰਦਰ ਹੈ, ਇਸ ਲਈ ਤੂੰ ਝਟਪਟ ਚਲੀ ਜਾ। ਉਹ ਜੇ ਸਮਝਾ ਹੀ ਰਹੇ ਸੀ ਕਿ ਬਾਹਰ ਰੌਲਾ ਪੈ ਗਿਆ। ਚੋਰ ਹੋਏ ਦੀ ਆਵਾਜ਼ ਸੁਣ ਕੇ ਸਿਪਾਹੀ ਨੇ ਝਟਪਟ ਦਰਵਾਜ਼ਾ ਖੋਲਿਆ, ਬਾਹਰ ਨਿਕਲ ਆਇਆ। ਰਹੀਮ ਖਾਨ ਵੀ ਉਹਦੇ ਪਿੱਛੇ ਪਿੱਛੇ ਨਿਕਲ ਗਿਆ। ਇਹਨਾਂ ਦੇ ਸਿਪਾਹੀ ਖਾਣ ਪੀਣ ਦਾ ਸਮਾਨ ਲੈ ਕੇ ਬਾਹਰੋਂ ਆਏ ਸੀ। ਉਹਨਾਂ ਗੇਟ ਦੇ ਨਾਲ ਕੰਧ ਨਾਲ ਲੱਗ ਕੇ ਖੜੇ ਬਹਾਦਰ ਸਿੰਘ ਤੇ ਸ਼ੇਰ ਸਿੰਘ ਨੂੰ ਦੇਖ ਲਿਆ। ਇੱਕ ਸਿਪਾਹੀ ਨੇ ਆਵਾਜ਼ ਦਿੱਤੀ, ਇਹ ਦੋਵੇਂ ਪਿੱਛੇ ਹਟ ਗਏ ਤਾਂ ਕਿ ਹੋਰ ਹਨੇਰੇ 'ਚ ਹੋ ਜਾਣ ਤੇ ਪਛਾਣੇ ਨਾ ਜਾ ਸਕਣ। ਇਹਨਾਂ ਦੇ ਪਿੱਛੇ ਹਟਣ ਤੇ ਸਿਪਾਹੀਆਂ ਨੂੰ ਸ਼ੱਕ ਪੈ ਗਿਆ ਕਿ ਇਹ ਤਾਂ ਚੋਰ ਹੈ, ਇਸ ਕਰਕੇ ਉਹਨਾਂ ਰੌਲਾ ਪਾ ਦਿੱਤਾ। ਤੇ ਜਦ ਅੰਦਰੋਂ ਵੀ ਬੰਦੇ ਨਿਕਲ ਆਏ ਤਾਂ ਬਹਾਦਰ ਸਿੰਘ ਨੇ ਕਿਰਪਾਨ ਨੂੰ ਹੱਥ ਪਾ ਲਿਆ। ਸਰਦਾਰ ਬਹਾਦਰ ਸਿੰਘ ਨੇ ਕਿਰਪਾਨ ਮਿਆਨ ਤੋਂ ਅੱਧੀ ਕੁ ਬਾਹਰ ਕੱਢ ਲਈ। ਉਹ ਕੰਧ ਦੇ ਨਾਲ ਨਾਲ ਹਟਦੇ ਗਏ ਤਾਂ ਕਿ ਇਹਨਾਂ ਦੇ ਘੇਰੇ ਤੋਂ ਨਿਕਲ ਜਾਣ, ਪਰ ਸਿਪਾਹੀਆਂ ਨੇ ਝੱਟ ਹੀ ਘੇਰਾ ਪਾ ਲਿਆ। ਆਵਾਜ਼ ਸੁਣ ਕੇ ਜਾਫਰ ਬੇਗ ਵੀ ਆ ਗਿਆ। ਉਸ ਇੱਕ ਸਿਪਾਹੀ ਤੋਂ ਬੰਦੂਕ ਫੜ ਲਈ ਤੇ ਪੁੱਛਿਆ ਕੌਣ ਸੀ? ਚੋਰ ਜਾਪਦੇ ਨੇ, ਇੱਕ ਸਿਪਾਹੀ ਨੇ ਦੱਸਿਆ। 2 ਆਦਮੀ ਦੌੜ ਕੇ ਮਸ਼ਾਲਾਂ ਤੇ ਬੱਤੀਆਂ ਲੈ ਆਏ। ਸਿੰਘਾਂ ਲਈ ਹੁਣ ਇਹ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ ਕਿ ਉਹ ਵਾਰ ਕਰਨ। ਖੁੱਲੇ ਜਿਹੇ ਪਠਾਣੀ ਕੱਪੜਿਆਂ 'ਚ ਸਿੰਘਾਂ ਲਈ ਚੁਸਤੀ ਨਾਲ ਲੜਨਾ ਮੁਸ਼ਕਲ ਸੀ, ਇਸ ਲਈ ਉਹ ਉਤਾਰ ਦਿੱਤੇ। ਬੱਤੀ ਦੀ ਰੋਸ਼ਨੀ ਪੈਂਦਿਆਂ ਝੱਟ ਪਛਾਣੇ ਗਏ। ਰੌਲਾ ਪੈ ਗਿਆ, ਸਿੱਖ ਆ ਗਏ, ਸਿੱਖ ਆ ਗਏ। ਸਿਪਾਹੀ ਦੌੜ ਕੇ ਡਿਊਟੀ 'ਚ ਵੜ ਗਏ, ਪਰ ਜਾਫਰ ਬੇਗ ਸ਼ਰਾਬ ਦੇ ਨਸ਼ੇ 'ਚ ਬੰਦੂਕ ਲਈ ਖਲੋਤਾ ਰਿਹਾ ਤੇ ਜਦ ਉਹਨੂੰ ਇੱਕ ਸਿੱਖ ਦਾ ਥੋੜਾ ਜਿਹਾ ਚਿਹਰਾ ਨਜ਼ਰ ਆਇਆ ਤਾਂ ਉਹਨੇ ਗੋਲੀ ਚਲਾਤੀ। ਇਹ ਗੋਲੀ ਨਿਸ਼ਾਨੇ ਤੋਂ ਖੁੰਝ ਗਈ ਤੇ ਕੰਧ 'ਚ ਜਾ ਲੱਗੀ। ਰਾਤ ਦੇ ਵੇਲੇ ਗੋਲੀ ਚੱਲਣ ਦੀ ਆਵਾਜ਼ ਦੂਰ ਤੱਕ ਗਈ, ਪਰ ਉਹਦੀ ਦੂਜੀ ਵਾਰ ਗੋਲੀ ਚਲਾਉਣ ਤੋਂ ਪਹਿਲਾਂ ਹੀ ਸ਼ੇਰ ਸਿੰਘ ਨੇ ਝਪਟ ਕੇ ਕਿਰਪਾਨ ਦਾ ਅਜਿਹਾ ਵਾਰ ਕੀਤਾ ਕਿ ਜਾਫਰ ਬੇਗ ਦੇ ਮੋਢੇ ਤੇ ਲੱਗਾ ਤੇ ਉੱਥੇ ਹੀ ਮੋਢਾ ਫੜ ਕੇ ਬਹਿ ਗਿਆ। ਇੰਨੇ 'ਚ ਜਾਫਰ ਬੇਗ ਦੇ ਬਹੁਤ ਸਾਰੇ ਸਿਪਾਹੀ ਅੰਦਰੋਂ ਹਥਿਆਰ ਲੈ ਕੇ ਆ ਗਏ। ਘੇਰਾ ਪਾ ਲਿਆ। ਫਾਤਮਾ ਦਰਵਾਜ਼ੇ ਨਾਲ ਲੱਗੀ ਸਭ ਕੁਝ ਵੇਖ ਰਹੀ ਸੀ। ਸ਼ੇਰ ਸਿੰਘ ਵੀ ਦਰਵਾਜ਼ੇ ਦੇ ਬਿਲਕੁਲ ਨਾਲ ਆ ਗਿਆ ਤੇ ਉਸ ਹਨੇਰੇ ਦੀ ਆੜ ਵਿੱਚ ਅੰਦਰ ਜਾਣ ਦਾ ਯਤਨ ਕੀਤਾ, ਪਰ ਇੱਕ ਸਿਪਾਹੀ ਨੇ ਝੱਟ ਬੰਦੂਕ ਸਿੱਧੀ ਕਰਕੇ ਨਿਸ਼ਾਨਾ ਬੰਨ ਲਿਆ। ਨਾ ਮਾਰੀ, ਫਾਤਮਾ ਇਹ ਕਹਿ ਕੇ ਉਸ ਸਿਪਾਹੀ ਵੱਲ ਦੌੜੀ, ਪਰ ਸਿਪਾਹੀ ਨੇ ਘੋੜਾ ਦਬਾ ਦਿੱਤਾ ਤੇ ਗੋਲੀ ਸਿੱਧੀ ਫਾਤਮਾ ਦੀ ਛਾਤੀ 'ਚ ਲੱਗੀ। ਉੱਥੇ ਢੇਰੀ ਹੋ ਗਈ। ਸਰਦਾਰ ਬਹਾਦਰ ਸਿੰਘ ਨੇ ਬੰਦੂਕ ਸੰਭਾਲ ਲਈ। ਗੋਲੀ ਮਾਰ ਕੇ ਉਸ ਸਿਪਾਹੀ ਨੂੰ ਉੱਥੇ ਠੰਡਾ ਕਰ ਦਿੱਤਾ। ਸ਼ੇਰ ਸਿੰਘ ਆਪਣੀ ਕਿਰਪਾਨ ਨਾਲ ਗੱਤਕਾ ਖੇਡਦਾ ਅੰਦਰ ਲੰਘ ਗਿਆ। ਜੋ ਵੀ ਉਹਦੇ ਸਾਹਮਣੇ ਆਇਆ ਸਭ ਨੂੰ ਪਾਰ ਬੁਲਾਇਆ। ਸਿੰਘਾਂ ਦਾ ਜੱਥਾ ਵੀ ਗੋਲੀ ਦੀ ਆਵਾਜ਼ ਸੁਣ ਕੇ ਜੈਕਾਰੇ ਛੱਡਦਾ ਆ ਗਿਆ। ਜੈਕਾਰਿਆਂ ਦੀ ਆਵਾਜ਼ ਨੇ ਜਾਫਰ ਬੇਗ ਦੇ ਸਿਪਾਹੀਆਂ ਦੇ ਹੌਸਲੇ ਢਾਹ ਦਿੱਤੇ ਤੇ ਉੱਥੋਂ ਨੱਸ ਗਏ। ਜ਼ਖਮੀ ਹਾਲਤ ਵਿੱਚ ਜਾਫਰ ਬੇਗ ਨੂੰ ਵੀ ਚੁੱਕ ਕੇ ਨਾਲ ਲੈ ਗਏ। 5 ਮਿੰਟ ਤੋਂ ਬਾਅਦ ਉਹ ਸਿੰਘਾਂ ਨਾਲ ਟੱਕਰ ਨਾ ਲੈ ਸਕੇ। ਜੀਤੋ ਦੇ ਕਮਰੇ ਦਾ ਬੂਹਾ ਜਾਫਰ ਬੇਗ ਦੇ ਸ਼ਾਮ ਨੂੰ ਆਉਣ ਤੇ ਖੋਲ ਦਿੱਤਾ ਗਿਆ ਸੀ ਤੇ ਹੁਣ ਜਦੋਂ ਗੋਲੀ ਚੱਲਣ ਤੇ ਹਾਏ ਹਾਏ ਦੀਆਂ ਆਵਾਜ਼ਾਂ ਆਈਆਂ ਤਾਂ ਉਹ ਸਹਿਮ ਗਈ, ਪਰ ਜਦੋਂ ਸਿੱਖ ਆ ਗਏ ਦਾ ਰੌਲਾ ਸੁਣਿਆ ਤਾਂ ਬਾਹਰ ਨਿਕਲ ਆਈ। ਜੀਤੋ, ਸ਼ੇਰ ਸਿੰਘ ਨੇ ਉਹਨੂੰ ਦੇਖਦਿਆਂ ਦੂਰੋਂ ਆਵਾਜ਼ ਦਿੱਤੀ। ਜੀ ਕਹਿ ਕੇ ਚੁੱਪ ਹੋ ਗਈ। ਉਹਦਾ ਦਿਲ ਤਾਂ ਕੀਤਾ ਦੌੜ ਕੇ ਸ਼ੇਰ ਸਿੰਘ ਕੋਲ ਆ ਜਾਏ, ਪਰ ਝੱਕ ਗਈ।
ਸ਼ੇਰ ਸਿੰਘ ਉਹਦੇ ਕੋਲ ਪਹੁੰਚ ਗਿਆ ਤੇ ਉਹਨੂੰ ਕਿਹਾ, ਚੱਲ ਛੇਤੀ ਚੱਲੀਏ। ਇੰਨੇ 'ਚ ਸਿੰਘਾਂ ਦਾ ਜੱਥਾ ਵੀ ਹਵੇਲੀ 'ਚ ਆ ਵੜਿਆ। ਸਰਦਾਰ ਬਹਾਦਰ ਸਿੰਘ ਦੇ ਪੈਰ ਨੂੰ ਠੁੱਡਾ ਲੱਗਾ ਤੇ ਜਦ ਬੱਤੀ ਦੀ ਰੌਸ਼ਨੀ ਕਰਕੇ ਵੇਖਿਆ ਤਾਂ ਉਹ ਫਾਤਮਾ ਪਈ ਸੀ। ਹੈ ਫਾਤਮਾ ਤੂੰ? ਸਰਦਾਰ ਬਹਾਦਰ ਸਿੰਘ ਨੇ ਕਿਹਾ ਤੇ ਉਹਨੂੰ ਹਿਲਾਇਆ। ਫਾਤਮਾ ਦਰਦ ਨਾਲ ਬੇਸੁੱਧ ਸੀ। ਜੀਤੋ ਦੌੜ ਕੇ ਪਾਣੀ ਲੈ ਆਈ, ਉਹਦੇ ਮੂੰਹ 'ਚ ਪਾਇਆ। ਫਾਤਮਾ ਨੇ ਅੱਖਾਂ ਖੋਲੀਆਂ। ਉਹਦੇ ਸਰਾਣੇ ਇੱਕ ਪਾਸੇ ਜੀਤੋ, ਦੂਜੇ ਪਾਸੇ ਸ਼ੇਰ ਸਿੰਘ ਸੀ। ਆਪਣੇ ਕੰਬਦੇ ਹੱਥਾਂ ਨਾਲ ਉਸ ਦੋਹਾਂ ਦੀਆਂ ਬਾਹਾਂ ਫੜੀਆਂ। ਜੀਤੋ ਦਾ ਹੱਥ ਸ਼ੇਰ ਸਿੰਘ ਨੂੰ ਫੜਾ ਕੇ ਕਿਹਾ, ਮੈਂ ਇਕਰਾਰ ਪੂਰਾ ਕਰ ਦਿੱਤਾ ਹੈ। ਨਹੀਂ ਫਾਤਮਾ ਭੈਣ, ਕਹਿ ਕੇ ਜੀਤੋ ਰੋਣ ਲੱਗ ਪਈ। ਤੇਰਾ ਖੂਨ ਨਿਹੱਕ ਹੋ ਗਿਆ। ਸਰਦਾਰ ਬਹਾਦਰ ਸਿੰਘ ਨੇ ਕਿਹਾ, ਨਹੀਂ ਸਾਡੇ ਗੁਨਾਹ ਤਾਂ ਕਈ ਖੂਨ ਦਿੱਤਿਆਂ ਵੀ ਨਹੀਂ ਧੁੱਪਣੇ। ਤੁਸੀਂ ਹੁਣ ਚੱਲੋ, ਕਿਧਰੇ ਹੋਰ ਖੂਨ ਨਾ ਹੋ ਜਾਣ। ਤੈਨੂੰ ਇਸ ਤਰ੍ਹਾਂ ਛੱਡ ਕੇ ਕਿਵੇਂ ਜਾ ਸਕਦੇ ਹਾਂ? ਸਰਦਾਰ ਬਹਾਦਰ ਸਿੰਘ ਨੇ ਕਿਹਾ, ਨਹੀਂ ਤੁਸੀਂ ਮੇਰੀ ਪਰਵਾਹ ਨਾ ਕਰੋ, ਮੈਂ ਬਚ ਨਹੀਂ ਸਕਦੀ। ਤੁਸੀਂ ਜੀਤੋ ਨੂੰ ਲੈ ਕੇ ਛੇਤੀ ਚਲੇ ਜਾਓ, ਫਾਤਮਾ ਨੇ ਕਿਹਾ। ਸਿੰਘਾਂ ਨੇ ਹੋਰ ਇੱਥੇ ਠਹਿਰਨਾ ਖਤਰਨਾਕ ਸਮਝਿਆ ਤੇ ਝੱਟ ਘੋੜਿਆਂ ਤੇ ਸਵਾਰ ਹੋ ਕੇ ਪੱਟੀ ਤੋਂ ਬਾਹਰ ਆ ਗਏ। ਧੰਨਵਾਦ ਤੇ ਸਮਾਪਤ।